नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम न्यूज़ एंड व्यूज़ विच। मैं हाँ तरनजीत कौर घुम्मण हाज़र जी लैके तुहाडा अपना प्रोग्राम। ਹੁਣ तक ਦੀਆਂ ਜਿਹੜੀਆਂ ਖਾਸ ਖਬਰਾਂ ਨੇ ਉਹਦੇ ਉੱਤੇ ਡਿਸਕਸ਼ਨ ਕਰਾਂਗੇ। ਕੁਝ ਅਜਿਹੇ ਮੁੱਦੇ ਲੈ ਕੇ ਆਏ ਹਾਂ ਜਿਹਦੇ ਵਿੱਚ ਤੁਹਾਡੇ ਵਿਚਾਰ ਜਾਣਨੇ ਬਹੁਤ ਜ਼ਰੂਰੀ ਨੇ। ਸੋ ਇਹਨਾਂ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਨੂੰ ਜ਼ਰੂਰ ਦਿਓ। ਤੁਹਾਡੀ ਕਾਲ ਦਾ ਸਾਨੂੰ ਇੰਤਜ਼ਾਰ ਰਹੇਗਾ। ਲਾਈਵ ਪ੍ਰੋਗਰਾਮ ਵਿੱਚ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਕੀ ਨਵਾਂ ਦੇਖਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਅਜਿਹਾ ਸੁਝਾਅ ਹੈ, ਕੋਈ ਅਜਿਹੀ ਖਬਰ ਹੈ ਜਾਂ ਕੋਈ ਅਜਿਹੀ ਜਾਣਕਾਰੀ ਹੈ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਜੀ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਸਵਾਗਤ ਹੈ ਸਰ। ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ ਜੀ। ਜਾ ਬੰਦਿਆ ਕੁਛ ਖਾ ਕੇ ਮਰ ਜਾ, ਜਾ ਬੰਦਿਆ ਕੁਛ ਖਾ ਕੇ ਮਰ ਜਾ, ਕੀੜੇ ਪੈ ਜਾਣ ਗਲ ਕੇ ਸੜ ਜਾ, ਹੱਦੋਂ ਵੱਧ ਕੰਮ ਕਰ ਗਿਆ ਮਾੜੇ, ਲੁੱਟ ਕੇ ਇਸ ਦਾ ਜਿਸਮ ਵੀ ਸਾੜੇ, ਪਸ਼ੂਆਂ ਤੋਂ ਵੀ ਗਿਰ ਗਿਆ ਬੰਦੇ, ਜਿੰਨੀ ਦੇਰ ਤੁਸੀਂ ਜਾਓ ਨਾ ਟੰਗੇ, ਇਹ ਮਸਲੇ ਦਾ ਹੱਲ ਨਹੀਂ ਹੋਣਾ, ਕਹਿਰ ਧੀਆਂ ਤੇ ਠੱਲ ਨਹੀਂ ਹੋਣਾ। ਦੱਸੋ ਕਿ ਇਸ ਵਿਗਾੜ ਦਿੱਤਾ ਸੀ ਜੋ ਇਸ ਨੂੰ ਤੁਸੀਂ ਸਾੜ ਦਿੱਤਾ ਸੀ। ਪਸ਼ੂਆਂ ਨੂੰ ਇਹ ਜਾਣਦੀ ਸੀ ਬਈ, ਆ ਤਾਂ ਸਭ ਪਛਾਣਦੀ ਸੀ ਬਈ, ਮਦਦ ਮੰਗੀ ਇਨਸਾਨ ਸਮਝ ਕੇ, ਚਮੜੇ ਤੁਸੀਂ ਬੇਜਾਨ ਸਮਝ ਕੇ, ਪਹਿਲਾਂ ਚੂੰਡ ਜਿਸਮ ਨੂੰ ਖਾ ਗਏ, ਜਿਸਮ ਚੂੜ ਕੇ ਅੱਗ ਵੀ ਲਾ ਗਏ। ਤੁਸੀਂ ਮਾੜੇ ਨਹੀਂ, ਰਾਜ ਹੈ ਮਾੜਾ, ਤੁਸੀਂ ਮਾੜੇ ਨਹੀਂ, ਰਾਜ ਹੈ ਮਾੜਾ, ਜ਼ੁਲਮ ਇਸ ਲਈ ਹੋ ਗਿਆ ਭਾਰਾ, ਮਿੰਨਤ ਤਰਲੇ ਇਸ ਪਾਏ ਹੋਣੇ ਆ, ਪੈਰੀ ਹੱਥ ਤੁਹਾਡੇ ਲਾਏ ਹੋਣੇ ਆ, ਪਰ ਕੰਜਰੋ ਤੁਹਾਨੂੰ ਤਰਸ ਨਾ ਆਇਆ, ਮਾੜਾ ਆਪਣਾ ਰੂਪ ਵਿਖਾਇਆ, ਮੁਲਕ ਮਾੜੇ ਇਸ ਜਨਮ ਲੈ ਲਿਆ, ਮਰਨ ਲੱਗੀ ਦੁੱਖ ਬੜਾ ਸਹਿ ਲਿਆ, ਸੁਰ ਸੰਗਮ ਦਿਨ ਮਾੜੇ ਆ ਗਏ, ਵੇਖਤਿਆਂ ਨੂੰ ਰਾਖਸ਼ ਖਾ ਗਏ, ਸੁਰ ਸੰਗਮ ਦਿਨ ਮਾੜੇ ਆ ਗਏ, ਵੇਖਤਿਆਂ ਨੂੰ ਰਾਖਸ਼ ਖਾ ਗਏ। ਸਰ ਮੈਂ ਸਪੀਚਲੈਸ ਹਾਂ। ਕਰਨ ਗੱਲ ਇਉਂ ਹੈ, ਜੋ ਹਾਲਾਤ ਇਸ ਵੇਲੇ ਇਸ ਕਵਿਤਾ ਦੇ ਵਿੱਚ ਕਹੇ ਗਏ ਨੇ, ਜੋ ਇਸ ਵੇਲੇ ਇੱਕ ਹੋਰ ਕੇਸ ਇੰਡੀਆ ਦੇ ਵਿੱਚ ਆਇਆ ਅੱਜ, ਉਸ ਲੜਕੀ ਦੇ ਬਾਰੇ ਜਿਹੜੀਆਂ ਖਬਰਾਂ ਆਈਆਂ ਨੇ, ਉਹਦੀ ਲਾਸ਼ ਨੂੰ ਕਹਿੰਦੇ ਆ ਉਹਦੇ ਘਰਦਿਆਂ ਦੀ ਇਜਾਜ਼ਤ ਤੋਂ ਬਿਨਾਂ ਸੰਸਕਾਰ ਕਰ ਦਿੱਤਾ ਗਿਆ ਉਹਦੇ ਪਿੰਡ ਵਿੱਚ ਜੀ। ਔਰ ਉਸ ਅਕੋਰਡਿੰਗ ਟੂ ਪੁਲਿਸ ਰਿਸ਼ਤੇਦਾਰਾਂ ਨੂੰ ਪਤਾ ਸੀ, ਦੱਸਿਆ ਗਿਆ ਸੀਗਾ, ਪਰ ਮਾਪੇ ਕਹਿੰਦੇ ਆ ਸਾਨੂੰ ਕੁਝ ਵੀ ਦੱਸਿਆ ਨਹੀਂ ਗਿਆ। ਪੁਲਿਸ ਕਹਿੰਦੀ ਹੈ ਇੱਕ ਉਹਦਾ ਅੰਕਲ ਕੋਈ ਕਿਹਾ ਗਿਆ ਵੀ ਜਿਹੜਾ ਉਸ ਦੀ ਉਹਨੇ ਗਵਾਹੀ ਭਰੀ ਸੀ ਵੀ ਠੀਕ ਹੈ, ਇਹਦਾ ਸੰਸਕਾਰ ਕਰ ਦਿੱਤਾ ਜਾਣਾ ਚਾਹੀਦਾ। ਪਰ ਜੋ ਉਸ ਲੜਕੀ ਦੇ ਨਾਲ ਹੋਇਆ ਇਹ ਤਾਂ ਬਾਹਰ ਆ ਗਿਆ, ਇਹਦਾ ਪਤਾ ਲੱਗ ਗਿਆ। ਪਤਾ ਨਹੀਂ ਅਜੇ ਕਿੰਨੇ ਹਜ਼ਾਰਾਂ ਹੀ ਕੇਸਿਸ, ਮੈਂ ਕਹਿੰਦਾ ਜੀ ਸ਼ਰਮ ਆਉਂਦੀ ਹੈ ਜੀ ਗੱਲ ਕਰਦਿਆਂ ਨੂੰ, ਵਾਪਰਦੇ ਨੇ ਔਰ ਨਿੱਤ ਵਾਪਰਦੇ ਨੇ। ਔਰ ਜਿਹੜਾ ਤਕੜਾ ਹੈਗਾ, ਆਪਦੇ ਆਪ ਨੂੰ ਕੋਈ ਕਹਾਉਂਦਾ ਹੈ, ਉਹ ਸਾਫ਼ ਬਚ ਕੇ ਨਿਕਲ ਜਾਂਦਾ ਹੈ। ਚਾਰਾਂ ਨੂੰ ਫੜਿਆ ਗਿਆ, ਪਤਾ ਨਹੀਂ ਕੇਸ ਚੱਲਣਾ ਹੈ, ਕੀ ਗੱਲਾਂ ਹੋਣੀਆਂ ਨੇ, ਉਸ ਲੜਕੀ ਦੇ ਘਰਦਿਆਂ ਉੱਤੇ ਕੀ ਪ੍ਰੈਸ਼ਰ ਪੈਣੇ ਨੇ, ਕੀ ਇਹ ਕੇਸ ਸਿਰੇ ਤੱਕ ਜਾਵੇਗਾ ਜਾਂ ਨਹੀਂ ਜਾਵੇਗਾ। ਔਰ ਉੱਥੋਂ ਦਾ ਕਾਨੂੰਨ ਐਸਾ ਹੈ, ਉਹ ਲੰਬਾ ਕਾਨੂੰਨ ਹੈ। ਕਾਨੂੰਨ ਸਾਰੀ ਦੁਨੀਆ ਦੇ ਵਿੱਚ ਵੀ ਮਾੜੇ ਦਾ ਕਾਨੂੰਨ ਨਹੀਂ ਹੈ, ਬਹੁਤ ਘੱਟ ਥਾਵਾਂ 'ਤੇ ਹੁੰਦੇ, ਤੁਹਾਨੂੰ ਕਾਨੂੰਨ ਕਰਨ ਮੁੱਲ ਲੈਣਾ ਪੈਂਦਾ ਹੈ। ਸਰ 2012 16 ਦਸੰਬਰ 2012 ਦਿੱਲੀ ਦੇ ਨਿਰਭਇਆ ਕੇਸ ਤੋਂ ਬਾਅਦ ਇਹ ਸੋਚਿਆ ਗਿਆ ਸੀ ਕਿ ਸ਼ਾਇਦ ਇਹਨਾਂ ਮਾਮਲਿਆਂ ਤੇ ਠੱਲ ਪੈ ਜੂਗੀ, ਸ਼ਾਇਦ ਸਾਡਾ ਕਾਨੂੰਨ ਜਾਗੂਗਾ, ਸਾਡੀਆਂ ਸਰਕਾਰਾਂ ਜਾਗਣਗੀਆਂ, ਹੋਰ ਨਹੀਂ ਕਮ ਸੇ ਕਮ ਧੀਆਂ ਦੀ ਸੁਰੱਖਿਆ ਤਾਂ ਦੇ ਹੀ ਦੇਣਗੀਆਂ। ਨਿਰਭਇਆ ਕਾਂਡ ਤੋਂ ਬਾਅਦ ਫਾਸਟ ਟਰੈਕ ਅਦਾਲਤਾਂ ਬਣੀਆਂ ਕਿ ਛੇਤੀ ਨਿਪਟਾਰਾ ਹੋਊਗਾ, ਸਿਰਫ ਬਰੂਟਲੀ ਰੇਪਡ ਜਿਹੜੇ ਕੇਸਿਸ ਹੋਣਗੇ ਉਹਦੇ ਵਿੱਚ ਜਿਹੜਾ ਤੁਹਾਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ, ਰੇਅਰ ਆਫ ਦਾ ਰੇਅਰੈਸਟ ਕੇਸਿਸ ਦੇ ਵਿੱਚ, ਮਤਲਬ ਕਿ ਬਾਕੀਆਂ ਦੀ ਕੋਈ ਇੱਜ਼ਤ ਹੀ ਨਹੀਂ ਹੈਗੀ। ਜਦ ਤੱਕ ਤੁਸੀਂ ਬਰੂਟਲੀ ਰੇਪ ਨਹੀਂ ਕਰਦੇ ਉਨੀ ਦੇਰ ਤੱਕ ਤੁਸੀਂ ਬਚ ਸਕਦੇ ਹੋ। ਦੂਜੀ ਗੱਲ ਆ, ਨਿਰਭਇਆ ਦੇ ਨਾਮ ਦੇ ਉੱਤੇ ਫੰਡ ਬਣਾ ਦਿੱਤੇ ਜਾਂਦੇ ਨੇ। ਧੀਆਂ ਨਾਲ ਜਦੋਂ ਇਹ ਸਭ ਕੁਝ ਹੁੰਦਾ, ਉਸ ਤੋਂ ਬਾਅਦ ਤੁਹਾਨੂੰ ਫੰਡ ਦੇ ਕੇ ਕੀ ਤੁਸੀਂ ਚੁੱਪ ਕਰਵਾ ਰਹੇ ਹੋ ਉਹਨਾਂ ਨੂੰ ਕਿ ਉਹਨਾਂ ਦੀ ਖੋਈ ਹੋਈ ਇੱਜ਼ਤ ਵਾਪਸ ਆ ਜਾਏਗੀ। ਸਰ BBC ਦੀ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਹਰ 15 ਮਿੰਟ ਦੇ ਵਿੱਚ ਇੱਕ ਰੇਪ ਕੇਸ ਸਾਹਮਣੇ ਆਉਂਦਾ। ਕਈ ਤਾਂ ਮਾਮਲੇ ਅਜਿਹੇ ਨੇ ਜਿਹੜੇ ਮੀਡੀਆ ਦੀ ਨਜ਼ਰ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਹਾਈਲਾਈਟ ਹੋ ਜਾਂਦੇ ਨੇ, ਉਹਦੇ ਵਿੱਚ ਮਾੜਾ ਮੋਟਾ ਇਨਸਾਫ ਜਿਹੜਾ ਆ ਦੇਖਣ ਨੂੰ ਮਿਲ ਸਕਦਾ ਆ। ਪਰ ਜਿਹੜੇ ਮਾਮਲੇ ਮੀਡੀਆ ਦੀ ਨਜ਼ਰ ਤੋਂ ਬਚ ਜਾਂਦੇ ਨੇ, ਤੁਸੀਂ ਦੇਖ ਲਓ ਕਿ ਹਰ 15 ਮਿੰਟ ਬਾਅਦ ਇੱਕ ਰੇਪ ਕੇਸ ਸਾਹਮਣੇ ਆ ਰਿਹਾ। ਤਾਂ ਜਿਹੜੇ ਮਾਮਲੇ ਇਸ ਵਕਤ ਮੀਡੀਆ ਦੀ ਨਜ਼ਰ 'ਚ ਨਹੀਂ ਆ ਰਹੇ ਜਾਂ ਫਿਰ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਰਜਿਸਟਰ ਨਹੀਂ ਕਰਨ ਦਿੱਤਾ ਜਾਂਦਾ, ਕੰਪਲੇਂਟ ਨਹੀਂ ਰਜਿਸਟਰ ਕਰਨ ਦਿੱਤੀ ਜਾਂਦੀ, ਉਹਦਾ ਕੀ ਹੈ? ਮਾਨਸਿਕਤਾ ਬਹੁਤ ਖਰਾਬ ਹੋ ਚੁੱਕੀ ਹੈ ਲੋਕਾਂ ਦੀ, ਖਾਸ ਤੌਰ ਤੇ ਸਾਡੇ ਭਾਰਤੀ ਮਰਦਾਂ ਦੀ, ਭਾਰਤੀ ਸਮਾਜ ਦੀ।
ਤਰਨ ਮੈਂ ਨਾ ਇੱਕ ਜਿਹੜੇ ਆਪਣੇ ਦਰਸ਼ਕ ਹੈਗੇ ਆ ਆਪਾਂ ਉਹਨਾਂ ਦੀ ਵੀ ਇਨਪੁਟ ਚਾਹੁੰਦੇ ਆ ਇਸ ਮਾਮਲੇ ਦੇ ਵਿੱਚ, ਤੁਸੀਂ ਕੀ ਸੋਚਦੇ ਨੇ ਇਸ ਮਾਮਲੇ ਦੇ ਬਾਰੇ। ਜਿਹੜੀ ਆਹ ਇੱਕ ਘਟਨਾ ਮੂਹਰੇ ਆ ਗਈ ਹੈ, ਠੀਕ ਹੈ, ਹੋਰ ਬਹੁਤ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 15 ਮਿੰਟ ਦੀ ਐਵਰੇਜ ਆ ਰਹੀ ਹੈ, ਇਟਸ ਅ ਲਾਟ। ਔਰ ਜਿਹੜੇ ਸਾਡੇ ਸਿਆਸਤਦਾਨ ਨੇ, ਜਿਹੜੇ ਸਾਡੇ ਕਾਨੂੰਨਦਾਨ ਨੇ, ਜਿਨ੍ਹਾਂ ਨੇ ਕਾਨੂੰਨ ਬਣਾਉਣਾ ਹੈ, ਜਦ ਅਸੀਂ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟਸ ਦੇਖਦੇ ਹਾਂ ਕਿ ਉਹਨਾਂ 'ਚੋਂ ਬਹੁਤ ਵੱਡੀ ਪਰਸੈਂਟੇਜ ਦੇ ਉੱਤੇ ਕੋਈ ਨਾ ਕੋਈ ਕੇਸ ਚੱਲ ਰਿਹਾ ਹੈ। ਜਿਹੜਾ ਕਾਨੂੰਨ ਲੋਕਾਂ ਦੀ ਰੱਖਿਆ ਵਾਸਤੇ ਬਣਾਉਣ ਵਾਲਾ ਕਾਨੂੰਨਦਾਨ ਹੈ, ਜੇ ਉਹ ਆਪ ਹੀ ਦਾਗੀ ਹੈ ਤਾਂ ਉਹ ਅੱਗੇ ਕੀ ਕਾਨੂੰਨ ਬਣਾਏਗਾ। ਸਾਡੇ ਇਸ ਸਿਸਟਮ ਨੂੰ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਜ਼ਰੂਰ ਸੁਧਾਰਨਾ ਪਏਗਾ। ਸੁਧਾਰਨਾ ਕਿਹਨੇ ਹੈ? ਅਸੀਂ ਲੋਕਾਂ ਨੇ, ਜਿਹੜੇ ਉੱਥੋਂ ਦੇ ਵੋਟਰ ਹਨ। ਸਰ, ਤੁਸੀਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ, ਕਾਨੂੰਨ ਕੌਣ ਬਣਾਉਂਦੇ ਆ? ਸਾਡੇ ਪੋਲੀਟੀਸ਼ੀਅਨ। ਕਿਹੜੇ ਪੋਲੀਟੀਸ਼ੀਅਨ ਦੀ ਤੁਸੀਂ ਗੱਲ ਕਰਦੇ ਹੋ? ਉਹਨਾਂ ਵਿੱਚ ਉਹਦੇ ਤਾਂ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਖੁਦ ਅਜਿਹੇ ਮਾਮਲੇ ਚੱਲਦੇ ਰਹੇ ਨੇ, ਆਪਣੀਆਂ ਪੋਲੀਟੀਕਲ ਅਪਰੋਚਸ ਦੇ ਕਰਕੇ, ਆਪਣੀ ਪਹੁੰਚ ਦੇ ਕਰਕੇ ਜਿਹੜੇ ਆ ਉਹ ਅਜੇ ਤੱਕ ਲੜੀ ਜਾਂਦੇ ਪਏ ਆ। ਬਹੁਤੇ ਮਿਨਿਸਟਰਸ ਇਹੋ ਜਿਹੇ ਨੇ ਜਿਹੜੀਆਂ ਇਸ ਵਕਤ ਗੱਦੀਆਂ ਦੇ ਉੱਤੇ ਵਿਰਾਜਮਾਨ ਵੀ ਨੇ, ਪਰ ਉਹਨਾਂ ਉੱਤੇ ਇਹੋ ਜਿਹੇ ਐਲੀਗੇਸ਼ਨ ਸਾਫ਼ ਲੱਗ ਚੁੱਕੇ ਨੇ। ਗੱਲ ਇਹੀ ਹੈ, ਕਿਉਂ ਉਹ ਹੋ ਰਿਹਾ? ਜਿਹੜਾ ਵੋਟਰ ਹੈ, ਜਿਹੜਾ ਵੋਟ ਪਾ ਕੇ, ਕੱਲ ਵੀ ਤੁਸੀਂ ਇਹ ਗੱਲ ਕੀਤੀ ਸੀ ਕਿ ਵੋਟ ਪਾ ਕੇ ਅਸੀਂ ਉਹਨਾਂ ਨੂੰ ਬਣਾਉਂਦੇ ਹਾਂ, ਅਸੀਂ ਉਹਨਾਂ ਨੂੰ ਇਹ ਹਰ ਵਾਰੀ ਮੁੜ ਕੇ ਅਜਿਹੇ ਦਾਗੀ ਬੰਦਿਆਂ ਨੂੰ ਮੁੜ ਕੇ ਅਸੀਂ ਇਲੈਕਟ ਕਰਦੇ ਹਾਂ। ਫਿਰ ਜਦੋਂ ਸਾਡੀ ਵੋਟ ਦਾ ਮੁੱਲ ਇੱਕ ਬੋਤਲ ਹੈ ਜਾਂ ਕੁਝ ਰੁਪਈਏ ਪੈਂਦਾ ਹੈ, ਤਾਂ ਸਾਨੂੰ ਪਤਾ ਹੈ ਕਿ ਜੇ ਅਸੀਂ ਡੈਮੇਜਡ ਗੁੱਡ ਅੱਗੇ ਭੇਜ ਰਹੇ ਹਾਂ ਤੇ ਉਹ ਉਦੋਂ ਡੈਮੇਜਡ ਹੋਈ ਜਿਹੜਾ ਕਾਨੂੰਨ ਆ ਬਣਾਏਗਾ, ਉਹਦੇ ਬਣਾਉਣ ਤੋਂ ਪਹਿਲਾਂ ਉਹ 'ਚ ਲੂਪ ਹੋਲ ਪਹਿਲਾਂ ਲੱਭਿਆ ਜਾਵੇਗਾ। ਔਰ ਉੱਥੋਂ ਦਾ ਕਾਨੂੰਨ ਚੰਗੇ ਵਾਸਤੇ ਬਣਿਆ ਹੋਇਆ, ਪਰ ਉਹ ਕਾਨੂੰਨ ਲੰਬਾ ਇੰਨਾ ਪ੍ਰੋਸੈਸ ਹੈਗਾ ਕਿ ਕਈ ਵਾਰੀ ਖਾਸ ਕਰਕੇ ਜਿਹੜੇ ਦੀਵਾਨੀ ਮੁਕੱਦਮੇ ਨੇ, ਤਰਨ, ਪੋਤਾ ਦਾਦਾ ਸ਼ੁਰੂ ਕਰਦਾ, ਪੋਤੇ ਕੋਲੇ ਜਾ ਕੇ ਮੁੱਕਦੇ ਨੇ। ਕੀ ਤੁਸੀਂ ਐਕਸਪੈਕਟ ਕਰਦੇ ਹੋ ਸਾਡਾ ਉੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਸਿਸਟਮ ਹੈਗਾ, ਇਹਦੇ 'ਚ ਕੁਛ ਨਾ ਕੁਛ ਨਹੀਂ, ਬਹੁਤ ਵੱਡੇ ਫੇਰ ਬਦਲ ਦੀ ਲੋੜ ਹੈ, ਬਹੁਤ ਵੱਡੇ ਨਵੀਆਂ ਚੀਜ਼ਾਂ ਆਉਣ ਦੀ ਲੋੜ ਹੈ, ਜਿਹਦੇ ਨਾਲ ਕਿ ਜਿਹੜਾ ਕਾਨੂੰਨ ਹੈ ਜਿਹਨੂੰ ਮਿਲਦਾ ਹੈ ਉਹ ਛੇਤੀ ਮਿਲ ਸਕੇ। ਸਰ, ਤੁਸੀਂ ਚੇਂਜਸ ਦੀ ਗੱਲ ਕੀਤੀ ਆ, ਕੋਈ ਚੇਂਜ ਨਹੀਂ ਹੋਣਾ। ਜਦੋਂ ਰੇਪ ਕੇਸਿਸ ਹੋ ਜਾਣ, ਚਾਹੇ ਹੋ ਜਾਣ ਐਸਿਡ ਅਟੈਕਸ ਵੇਲੇ ਕਿਹਾ ਸੀਗਾ ਕਿ ਤੇਜ਼ਾਬ ਦੀ ਬੋਟਲ ਜਿਹੜੀ ਆ ਸਟੋਰਸ ਤੋਂ ਏਦਾਂ ਨਹੀਂ ਮਿਲੂ, ਬਿਨਾਂ ਆਇਡੈਂਟੀਟੀ ਤੋਂ ਨਹੀਂ ਮਿਲੂ। ਤੁਸੀਂ ਅੱਜ ਵੀ ਜਾ ਕੇ ਵੇਖ ਲਓ, ਸ਼ਰੇਆਮ ਉੱਥੇ ਤੇਜ਼ਾਬ ਵਿਕਦਾ ਪਿਆ। ਔਰਤਾਂ ਦੇ ਉੱਤੇ ਅਜੇ ਵੀ ਉੱਥੇ ਅਤਿਆਚਾਰ ਹੋ ਰਹੇ ਨੇ। ਹਾਥਰਸ ਕੇਸ ਦੀ ਅਸੀਂ ਗੱਲ ਕਰ ਲਈਏ, ਪੁਲਿਸ ਦੀ ਤਾਂ ਆਪਾਂ ਗੱਲ ਕਰਦੇ ਹਾਂ। ਪੁਲਿਸ ਜਿਹੜੀ ਆ ਸਰ, ਜਦੋਂ ਇੱਥੇ ਪੁਲਿਸ ਦੇਖਦੀ ਆ ਨਾ, ਬੰਦੇ ਦੇ ਸਾਹ 'ਚ ਸਾਹ ਆ ਜਾਂਦਾ ਵੀ ਪੁਲਿਸ ਆ ਗਈ, ਹੁਣ ਸਾਨੂੰ ਬਚਾ ਲੂਗਾ। ਉੱਥੇ ਪੁਲਿਸ ਦੀ ਭੂਮਿਕਾ ਦੀ ਗੱਲ ਕਰੀਏ ਤਾਂ ਕਹਿੰਦੇ ਪੁਲਿਸ ਨੇ ਰਾਤ ਦੇ 2:30 ਵਜੇ, ਹਾਲਾਂਕਿ ਕੋਈ ਸੰਸਕਾਰ ਰਾਤ ਦੇ 2:30 ਵਜੇ ਹੁੰਦਾ ਨਹੀਂ ਹੈ, ਪੁਲਿਸ ਨੇ ਘਰ ਵਾਲਿਆਂ ਦੀ ਆਗਿਆ ਤੋਂ ਬਿਨਾਂ ਉਸ ਕੁੜੀ ਦਾ ਸੰਸਕਾਰ ਕਰ ਦਿੱਤਾ। ਪਹਿਲਾਂ ਤਾਂ 10 ਦਿਨ ਤੱਕ ਕੋਈ ਕੰਪਲੇਂਟ ਨਹੀਂ ਰਜਿਸਟਰ ਕੀਤੀ ਗਈ, ਉਸ ਤੋਂ ਬਾਅਦ ਕੋਈ ਗ੍ਰਿਫਤਾਰੀ ਨਹੀਂ ਹੋਈ। 14 ਦਿਨ ਤੱਕ ਉਹ ਲੜਕੀ ਦਿੱਲੀ ਦੇ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਰਹੀ ਆ, ਕਿਸੇ ਨੇ ਕੁਝ ਨਹੀਂ ਕਿਹਾ ਹੈਗਾ। ਉਸ ਤੋਂ ਬਾਅਦ ਜਾ ਕੇ ਜਦੋਂ ਉਹਦੀ ਡੈਥ ਹੋ ਗਈ ਤਾਂ ਪਰਿਵਾਰ ਦੇ ਉੱਤੇ ਦਬਾਅ ਬਣਾਇਆ ਗਿਆ ਕਿ ਫਟਾਫਟ ਇਹਦਾ ਸੰਸਕਾਰ ਕਰ ਦਿੱਤਾ ਜਾਵੇ। ਉਹਦੀ ਮਾਂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਨੂੰ ਆਖਰੀ ਜਿਹੜੀ ਵਿਦਾਈ ਆ ਉਹਦੇ ਘਰ ਤੋਂ ਦਿੱਤੀ ਜਾਵੇ, ਉਹਦੀਆਂ ਕਮ ਸੇ ਕਮ ਆਖਰੀ ਰਸਮਾਂ ਤਾਂ ਕੀਤੀਆਂ ਜਾਣ। ਪੁਲਿਸ ਨੇ ਇੰਨਾ ਕੁ ਦਬਾਅ ਬਣਾਇਆ ਕਿ ਰਾਤ ਦੇ 2:30 ਵਜੇ ਉੱਥੇ ਐਂਬੂਲੈਂਸ ਦੇ ਵਿੱਚ ਉਹਦੇ ਪਿੰਡ ਲੈ ਕੇ ਗਏ ਉਹਦੀ ਡੈੱਡ ਬੋਡੀ, ਤੇ ਘਰਦਿਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ ਗਿਆ, ਆਖਰੀ ਵਾਰ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ, ਤੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉੱਥੇ। ਜਿਸ ਤੋਂ ਬਾਅਦ ਜਦੋਂ ਪ੍ਰੋਟੈਸਟ ਹੋਇਆ ਫਿਰ ਪੁਲਿਸ ਆਪਦਾ ਵੀ ਪੱਲਾ ਝਾੜਦੀ ਹੋਈ ਦੇਖੀ ਗਈ, ਤੇ ਅਜੇ ਤੱਕ ਕੋਈ ਬਿਆਨ ਪੁਲਿਸ ਦਾ ਸਾਹਮਣੇ ਨਹੀਂ ਆਇਆ। ਉੱਥੇ ਇੱਕ ਸਥਾਨਕ ਪੱਤਰਕਾਰ ਸੀ ਜਿਹਨੇ ਉਸ ਟਾਈਮ ਜਿਹੜਾ ਅੰਤਿਮ ਸੰਸਕਾਰ ਹੋ ਰਿਹਾ ਸੀ ਉਹਦੀਆਂ ਕੁਝ ਵੀਡੀਓਜ਼ ਬਣਾ ਲਈਆਂ, ਪਰ ਨਾ ਪੱਤਰਕਾਰਾਂ ਨੂੰ, ਨਾ ਉੱਥੋਂ ਦੇ ਪਿੰਡ ਵਾਸੀਆਂ ਨੂੰ, ਨਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਆਖਰੀ ਵਾਰ ਲੜਕੀ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ। ਤਰਨ, ਗੱਲ ਹੈਗੀ ਇਉਂ ਕਿ ਤੁਸੀਂ ਉੱਪਰ ਹੋਰ ਦੇਖੋ, ਅਜਿਹਾ ਕੇਸ ਇਹ ਦੁਨੀਆ ਦੇ ਵਿੱਚ ਡਿਸਕਸ ਹੋ ਰਿਹਾ ਹੈ। ਆਪਾਂ ਮੋਸਟਲੀ ਇੰਡੀਆ ਵਾਲੀਆਂ ਗੱਲਾਂ ਛੇਤੀ ਕਿਤੇ ਡਿਸਕਸ ਨਹੀਂ ਕਰਦੇ, ਆਪਾਂ ਵਰਲਡ ਲੈਵਲ ਉੱਤੇ ਇਹ ਕੇਸ ਡਿਸਕਸ ਹੋ ਰਿਹਾ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਸਾਡੇ ਦੇਸ਼ ਦਾ ਗ੍ਰਹਿ ਮੰਤਰੀ, ਉਸ ਸੂਬੇ ਦਾ ਚੀਫ ਮਿਨਿਸਟਰ, ਕਿਸੇ ਦਾ ਕੋਈ ਬਿਆਨ ਨਹੀਂ ਆਇਆ, ਕਿਸੇ ਮਿਨਿਸਟਰ ਦਾ ਬਿਆਨ ਨਹੀਂ ਆਇਆ ਵੀ ਇਹ ਗੱਲ ਹੋਈ ਹੈ। ਘੱਟੋ ਘੱਟ ਤੁਸੀਂ ਲੋਕਾਂ ਦਾ ਮੂੰਹ ਅੱਖਾਂ ਚੁੱਭਣ ਵਾਸਤੇ ਇਹ ਗੱਲ ਕਰਦੇ ਹੋ। ਕੋਈ ਐਸੀ ਗੱਲ ਨਹੀਂ ਆ ਰਹੀ ਜਿਵੇਂ ਸਭ ਸੁੱਤੇ ਪਏ ਨੇ, ਜਾਂ ਜੋ ਨਹੀਂ ਕਰ ਰਹੇ ਤਾਂ ਹੋ ਸਕਦਾ ਹਿੱਸਾ ਹੋਵੇ। ਸਰ, ਤੁਸੀਂ ਇਹ ਦੇਖੋ ਜੀ, ਯੋਗੀ ਰਾਜ ਕਹਿੰਦੇ ਰਾਮ ਰਾਜ ਆ ਉੱਥੇ, ਅਜੇ ਰਾਮ ਰਾਜ ਵਿੱਚ ਇਹ ਹਾਲ ਹੈ, ਤੇ ਤੁਸੀਂ ਸੋਚੋ ਕਿ ਇੱਕ ਆਮ ਇਨਸਾਨ ਦਾ ਕੀ ਹਾਲ ਹੋਊਗਾ। ਸਭ ਕਹਿਣ ਦੀਆਂ ਗੱਲਾਂ ਨੇ ਤਰਨ, ਰਾਮ ਦਾ ਨਾਮ ਵੇਚਿਆ ਜਾ ਰਿਹਾ ਹੈ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਅਸੀਂ ਕਾਲ ਅਟੈਂਡ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਹਾਲ ਚਾਲ ਨੇ?
ਠੀਕ ਹੈ ਜੀ। ਪਹਿਲੀ ਗੱਲ ਜੀ, ਮੈਂ ਇੰਡੀਅਨ ਸਿਟੀਜ਼ਨ ਆ। ਬੜਾ ਮੈਨੂੰ ਸ਼ਰਮ ਦੀ ਗੱਲ ਹੈ ਜਿਹੜੀ ਇਹ ਘਟਨਾ ਵਾਪਰੀ ਆ ਰੇਪ ਦੀ। ਸੇਮ ਹੇਅਰ ਸਰ। ਦੂਜੀ ਗੱਲ ਇਹ ਆ ਜੀ, ਜਿਹੜਾ ਇਹ ਕੁੜੀ ਨੂੰ ਪੋਲੀਟੀਕਲੀ ਮੈਡੀਕਲ ਦਿੱਲੀ ਏਮਸ ਦੇ ਵਿੱਚ ਭਰਤੀ ਕੀਤਾ ਜਾਣਾ ਚਾਹੀਦਾ ਸੀਗਾ ਵਿਦ ਸਪੈਸ਼ਲਿਸਟ ਡਾਕਟਰਸ। ਇਹ ਕੁੜੀ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਇਹਦੇ ਵਿੱਚ ਵੀ ਬਹੁਤ ਚੀਜ਼ਾਂ ਲੁਕੀਆਂ ਹੋਣਗੀਆਂ ਜਿਹੜਾ ਕੁੜੀ ਨੂੰ ਆਏ ਮਤਲਬ ਖਤਮ ਕਰਤਾ ਜੀ। ਸੈਕੰਡ, ਹੁਣ ਉਹਨਾਂ ਨੂੰ ਮੋਦੀ ਵੱਧ ਤੋਂ ਵੱਧ ਸਜ਼ਾ ਨਹੀਂ ਕਰਨਗੇ, ਉਹਨਾਂ ਦਾ ਇਨਕਾਊਂਟਰ ਕਰ ਦੇਣਗੇ। ਬਸ ਇਹ ਕੰਮ ਕਰ ਰਹੇ ਨੇ ਤੇ ਗੱਲ ਨੂੰ ਰਫਾ ਦਫਾ ਕਰ ਦੇਣਗੇ। ਪਰ ਇਹ ਕੁੜੀ ਨੂੰ ਮੈਡੀਕਲ ਟ੍ਰੀਟਮੈਂਟ ਬੈਟਰ ਦੇ ਕੇ ਕੁੜੀ ਬਚ ਸਕਦੀ ਸੀ। ਮੈਂ 100% ਸ਼ੋਰ ਹਾਂ ਕਿ ਏਮਸ ਦਿੱਲੀ ਇਹਨੂੰ ਬਚਾ ਸਕਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਸਰ, ਨਿਰਭਿਆ ਦੀ ਗੱਲ ਕਰੀਏ ਤਾਂ ਉਸ ਵਕਤ ਨਿਰਭਿਆ ਨੂੰ ਸਿੰਗਾਪੁਰ ਤੱਕ ਭੇਜ ਦਿੱਤਾ ਗਿਆ ਸੀ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ ਸੀ। 14 ਦਿਨ ਤੱਕ ਕੁੜੀ ਨੂੰ ਇੱਕ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ। ਤੁਸੀਂ ਇੱਕ ਮਾਹਿਰਾਂ ਦੀ ਮੈਡੀਕਲ ਟੀਮ ਹੀ ਮੰਗਾ ਦਿਓ। ਜਿਵੇਂ ਸਾਡੇ ਕਾਲਰ ਨੇ ਕਿਹਾ ਕਿ ਰਾਤੋਂ ਰਾਤ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਨਾ, ਬਹੁਤ ਕੁਝ ਹਜੇ ਹੋਰ ਸਾਹਮਣੇ ਆਉਣਾ ਸੀ। ਅਜੇ ਜਿੰਨਾ ਕਿ ਇਹਨਾਂ ਨੇ ਡਾਕਟਰਸ ਨੇ ਰਿਪੋਰਟ ਦਿੱਤੀ ਨੇ, ਇਹ ਤੋਂ ਕਿਤੇ ਜ਼ਿਆਦਾ ਸਾਹਮਣੇ ਆਉਣਾ ਸੀ ਜਿਹੜੀ ਰਾਤੋਂ ਰਾਤ ਇਹਨਾਂ ਨੂੰ ਉਹ ਚੀਜ਼ ਨੂੰ ਲੁਕਾਉਣ ਦੇ ਲਈ ਨਾ ਸੰਸਕਾਰ ਕਰ ਦਿੱਤਾ। ਗੱਲ ਇਹ ਹੈ ਕਿ ਜਦੋਂ ਲਾਸ਼ ਖਤਮ ਹੋ ਗਈ ਹੈ, ਹੁਣ ਇੱਕ ਉਹਨਾਂ ਨੇ ਆਪਣੀ ਗੱਲ ਖੁਰਦ-ਬੁਰਦ ਕਰ ਦਿੱਤੀ ਹੈ। ਪਹਿਲਾਂ ਜਦ ਤੱਕ ਉਹਦੀ ਬਾਡੀ ਸੀਗੀ ਬਹੁਤ ਕੁਝ ਹੋ ਸਕਦਾ ਸੀਗਾ, ਬੜਾ ਕੁਝ ਕੀਤਾ ਜਾ ਸਕਦਾ ਸੀਗਾ ਉਹਦੇ ਤੇ। ਪਰ ਜਿਹੜੀ ਜਿੱਥੇ ਪੁਲਿਸ ਨੇ ਇਹ ਕੰਮ ਕੀਤਾ, ਇਹ ਪੁਲਿਸ ਇਉਂ ਤਾਂ ਹੈ ਨਹੀਂ ਤਰਨ ਵੀ ਆਪਦੀ ਮਰਜ਼ੀ ਨਾਲ ਕਰ ਦਿੱਤਾ ਹੋਵੇਗਾ। ਨਹੀਂ, ਇਹਦੇ ਤੇ ਕਿਸੇ ਨਾ ਕਿਸੇ ਦਾ ਪ੍ਰੈਸ਼ਰ ਹੋਏਗਾ, ਲਾਜ਼ਮੀ ਪ੍ਰੈਸ਼ਰ ਹੋਏਗਾ। ਉੱਪਰੋਂ ਜ਼ਰੂਰ ਕੋਈ ਨਾ ਕੋਈ ਐਸਾ ਪ੍ਰੈਸ਼ਰ ਪਿਆ ਹੋਵੇਗਾ ਜਿਹਦੇ ਕਰਕੇ ਇਹ ਗੱਲ ਕੀਤੀ ਗਈ ਹੈ। ਤਾਂ ਹੀ ਮਿਡਨਾਈਟ ਤੇ ਜਾ ਕੇ ਕੀਤਾ ਗਿਆ ਸੰਸਕਾਰ, ਤਾਂ ਹੀ ਲਾਸ਼ ਪਰਿਵਾਰ ਨੂੰ ਨਹੀਂ ਦਿੱਤੀ ਗਈ, ਇਸੇ ਕਰਕੇ ਇਹ ਗੱਲ ਕੀਤੀ ਗਈ ਹੈਗੀ ਹੈ। ਸੋ ਇਹ ਪਤਾ ਨਹੀਂ ਗੱਲ ਕਿੱਥੇ ਤੱਕ ਜਾਏਗੀ, ਪਰ ਇਹ ਗੱਲਾਂ ਜੋ ਹੁਣ ਦਾ ਢਾਂਚਾ ਹੈਗਾ ਹੁੰਦੀਆਂ ਰਹਿਣਗੀਆਂ, ਹਟਣਗੀਆਂ ਨਹੀਂ। ਪਰਮਾਤਮਾ ਮਿਹਰ ਕਰੇ ਉਸ ਕੰਟਰੀ ਦੇ ਉੱਤੇ, ਪਰਮਾਤਮਾ ਮਿਹਰ ਕਰੇ ਉਸ ਕੰਟਰੀ ਦੇ ਬੱਚਿਆਂ ਦੇ ਉੱਤੇ, ਪਰਮਾਤਮਾ ਮਿਹਰ ਕਰੇ ਉਸ ਕੰਟਰੀ ਦੇ ਗਰੀਬ ਇਨਸਾਨ ਉੱਤੇ ਜਿਹਦੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਦੋ ਡੰਗ ਦੀ ਰੋਟੀ ਹੋਈ ਕਮਾ ਸਕੇ ਤੇ ਉਹ ਅਦਾਲਤਾਂ ਦਾ ਚੱਕਰ ਕਿੱਥੋਂ ਲਾ ਸਕਦਾ। ਜਿਹੜਾ ਅਮੀਰ ਹੈ ਉਹ ਇੰਨਾ ਅਮੀਰ ਹੁੰਦਾ ਜਾ ਰਿਹਾ ਹੈ ਔਰ ਉਹ ਇੰਨਾ ਮੂੰਹ ਫਟ ਹੁੰਦਾ ਜਾ ਰਿਹਾ ਹੈ। ਉਹ ਆਪਦੇ ਪਹਿਲਾਂ ਤਰਨ ਜਿਹੜੇ ਪੋਲੀਟੀਸ਼ੀਅਨ ਹੈ, ਗੁੱਸਾ ਨਾ ਕਰਿਓ ਸਿਆਸਤਦਾਨੋਂ, ਪੋਲੀਟੀਸ਼ੀਅਨਾਂ ਨੇ ਆਪਦੇ ਗੁੰਡੇ ਰੱਖੇ ਹੁੰਦੇ ਸੀਗੇ। ਇਹ ਬਿਲਕੁਲ ਜੋ ਕੰਟਰੀ ਆਜ਼ਾਦ ਹੈ ਉਦੋਂ ਦੀ ਗੱਲ ਨਹੀਂ, ਉਸ ਤੋਂ ਬਾਅਦ ਦੀਆਂ ਗੱਲਾਂ ਨੇ ਜੀ। ਫਿਰ ਜਿਹੜੇ ਉਹ ਗੁੰਡੇ ਸੀ ਉਹਨਾਂ ਨੇ ਸੋਚਿਆ ਸਾਨੂੰ ਪੋਲੀਟੀਸ਼ੀਅਨ ਵਾਸਤੇ ਕੰਮ ਕਰਨ ਦੀ ਕੀ ਲੋੜ ਹੈ, ਵਾਈ ਡੋਂਟ ਵੀ ਬਿਕਮ ਪੋਲੀਟੀਸ਼ੀਅਨਸ। ਦੈਟਸ ਵਾਟ ਹੈਪਨਡ। ਇਸੇ ਕਰਕੇ ਇਸ ਵੇਲੇ ਕਿੰਨੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਤੇ ਕੇਸ ਚੱਲ ਰਹੇ ਨੇ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਕੈਟਗਰੀ ਤੋਂ ਬੋਲਦਾ ਜੀ, ਸ਼ਮਸ਼ੇਰ ਸਿੰਘ ਟਾਟਾ। ਸਵਾਗਤ ਹੈ ਜੀ। ਕੀ ਹਾਲ ਹੈ ਜੀ? ਗਵਾਂਢੀਓ ਬਹੁਤ ਚੰਗਾ, ਬਹੁਤ ਤੁਹਾਡੇ ਮੈਂ ਰੋਜ਼ ਤੁਹਾਨੂੰ ਦੇਖ ਛੱਡੀਦਾ, ਤੁਹਾਡੇ ਟੀਵੀ ਦੇ ਦਰਸ਼ਨ ਕਰ ਲਈਦੇ ਆ। ਥੈਂਕ ਯੂ ਡਾਕਟਰ ਸਾਹਿਬ। ਜੋ ਮੈਂ ਵੀ ਨਾ ਫਿਰ ਤੜਕੇ ਉੱਠ ਕੇ ਸਾਰੀ ਸਟੋਰੀ ਬੇਟੀ ਦੀ ਦੇਖੀ। ਹਾਂਜੀ। ਜਿੰਨੀ ਇਹਦੀ ਨਿੰਦਿਆ ਕਰ ਲਓ ਉਨੀ ਥੋੜੀ ਹੈ। ਉੱਥੇ ਇੱਕ ਅੱਜ ਤੱਕ ਵਾਲਿਆਂ ਨੇ ਉੱਥੇ ਕੋਈ ਐਮਐਲਏ ਸੀਗਾ, ਉਹਦੀ ਵੀ ਇੰਟਰਵਿਊ ਨਾਲ ਉਹਨਾਂ ਨੇ ਲਈ। ਉਹਨੇ ਪੈਰਾਂ ਤੇ ਪਾਣੀ ਇੱਕ ਗੱਲ ਵੀ ਪੈਣ ਦਿੱਤਾ। ਟੀਵੀ ਵਾਲੇ ਕਹਿ ਰਹੇ ਆ ਨਾ ਵੀ ਸਾਡੇ ਪਿਕਚਰਾਂ ਦੇ ਕਿਤੇ ਜਿਹੜੇ ਉਹਦੇ ਭਰਾ ਤੇ ਹੋਰ ਉਹਦੀ ਮਾਂ ਜਿਹੜੀ ਪੱਲਾ ਅੜਦੀ ਹੈ, ਉਹ ਦੇਖਣ ਵਾਲੇ ਦਾ ਹੀ ਆਪਣੇ ਕਿਵੇਂ ਪਾਉਂਦੇ ਨੇ। ਇਹ ਮੋਦੀ ਤੱਕ ਗੱਲ ਪਹੁੰਚੀ ਤਾਂ ਉਹਨੂੰ ਹੁਣ ਆਪਣੇ ਕਹਿੰਦੇ ਤਾਂ ਜੋਗੀ ਨੂੰ ਫੋਨ ਕੀਤਾ, ਕਹਿੰਦੇ ਜੀ ਇਹਨਾਂ ਨੂੰ 25 ਲੱਖ ਦੇ ਦਿਓ, ਬਰਾ ਦਿਓ, ਅਖੇ ਮੂੰਹ ਤੇ ਮਲ ਮਲਾ ਦਿਓ, ਅਖੇ ਬੰਦ ਕਰ ਦਿਓ ਤੇ 25 ਲੱਖ ਦੇ ਦਿਓ, ਘਰ ਨੌਕਰੀ ਦੇ ਦਿਓ, ਘਰ ਬਣਾ ਦਿਓ ਇਹਨਾਂ ਨੂੰ। ਇਹਨਾਂ ਦੀ ਇੰਨੀ ਬੇਇੱਜ਼ਤੀ ਹੋਈ ਹੈ। ਇਹ ਤਾਂ ਇਹ ਇੱਕ ਸਟੋਰੀ ਰਾਜਸਥਾਨ ਦੀ ਹੋਰ ਦਿਖਾ ਰਹੇ ਆ ਜੀ। ਇੱਕ 13 ਸਾਲ ਦੀ, ਇੱਕ 15 ਸਾਲ ਦੀ, 3-4 ਦਿਨ ਲੜਕੀਆਂ ਨਾਲ ਉਹਨਾਂ ਨੂੰ ਵੀ ਬਲਾਤਕਾਰ ਹੋਇਆ। ਮੇਰਾ ਤਾਂ ਖਿਆਲ ਨਾ ਕਾਨੂੰਨ ਛਿੱਕੇ ਟੰਗਦੇ ਇਹਨਾਂ ਨੇ। ਮੇਰਾ ਮਾਲਕਾ ਜਿਵੇਂ ਕਹਿੰਦੇ ਵੀ ਮੈਂ 2-3 ਘੰਟੇ ਇਹ ਕਵਰ ਕਰਦਾ ਰਿਹਾ, ਦੇਖਦਾ ਰਿਹਾ ਸਟੋਰੀ ਨੂੰ। ਇਹ ਜੋ ਕਿਸੇ ਵੱਡੇ ਲੀਡਰ ਦਾ ਹੱਥ ਆ ਜੀ, ਮਗਰ ਜਿਹੜਾ ਰਾਤੋਂ ਰਾਤ ਉਹਦਾ ਰਾਹ, ਉਹ ਕਹਿੰਦੇ ਵੀ ਸਾਨੂੰ ਜਿਵੇਂ ਆਪਾਂ ਇਹਦਾ ਕੋਈ ਸੰਦੂਰ ਲਾਉਂਦੇ, ਪਤਾ ਨਹੀਂ ਮੈਨੂੰ ਕੋਈ ਹੋਰ ਉਹਨਾਂ ਦੇ ਕੋਈ ਰਿਵਾਜ ਨੇ। ਉਹਦੀ ਮਾਂ ਬੜੇ ਤਾਲੇ ਪਾ ਰਹੀ ਆ ਵਿਚਾਰੀ। 2-3 ਘੰਟੇ ਉਹਦੇ ਦਿਨ ਚੜ੍ਹਨ ਦੇ ਵਿੱਚ ਰਹਿੰਦੇ ਸੀ ਵੀ ਤੁਸੀਂ ਫਿਰ ਇਹਨੂੰ ਸ਼ਿਕਾਰ, ਪਰ ਕੋਈ ਨਹੀਂ ਮੰਨਿਆ ਜੀ ਇਹਦਾ। ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸਰ, ਮੈਂ ਥੋੜਾ ਜਿਹਾ ਇੱਥੇ ਕੁਝ ਦੱਸਣਾ ਚਾਹੂੰਗੀ। ਜਿਵੇਂ ਇਹਨਾਂ ਨੇ ਕਿਹਾ ਹੈ ਕਿ ਰਾਤੋਂ ਰਾਤ ਸੰਸਕਾਰ ਕਰ ਦਿੱਤਾ ਗਿਆ। ਕਈ ਵਾਰ ਏਦਾਂ ਹੁੰਦਾ ਹੈ ਕਿ ਸਰ ਮਾਮਲੇ ਨੂੰ ਰਫਾ ਦਫਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਸ਼ਾਇਦ ਜਿਹੜੇ 4 ਦੱਸੇ ਗਏ ਨੇ ਉਹਨਾਂ ਵਿੱਚੋਂ ਕੋਈ ਕਿਸੇ ਦੇ ਪੋਲੀਟੀਕਲ ਲਿੰਕਸ ਵੀ ਹੋ ਸਕਦੇ ਆ, ਜਿਹਦੇ ਕਰਕੇ ਜਿਹੜੀ ਆ ਲਾਸ਼ ਰਾਤੋਂ ਰਾਤ ਜਿਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਿਰਭਿਆ ਦੇ ਜਿਨ੍ਹਾਂ ਨੇ ਸਰ ਵਕੀਲ ਨੇ ਜਿਹੜੇ ਨਿਰਭਿਆ ਦੇ ਜਿਨ੍ਹਾਂ ਨੇ ਇਹ ਕੇਸ ਲੜਿਆ ਸੀ, ਸੀਮਾ ਕੁਸ਼ਵਾਹਾ, ਉਹਨਾਂ ਨੇ ਹੁਣ ਇਹ ਕੇਸ ਲੜਨ ਦਾ ਫੈਸਲਾ ਕੀਤਾ ਹੈ ਤੇ ਸ਼ਾਇਦ ਪਰਿਵਾਰ ਨੂੰ ਇਨਸਾਫ ਮਿਲ ਜਾਵੇ। ਜਿਹੜਾ
ਕੀਮਤ ਦੀ ਗੱਲ ਕੀਤੀ ਹੈ ਜੀ। ਇਹ ਇਟ ਮੀਨਸ ਜਿਹੜਾ ਤਕੜਾ ਹੈਗਾ ਉਹ ਜੋ ਮਰਜ਼ੀ ਕਰੇ, ਜੋ ਮਰਜ਼ੀ ਆਉਂਦਾ ਕਰੇ, ਤੇ ਜੇ ਇਨ ਕੇਸ ਫੜਿਆ ਜਾਂਦਾ ਤਾਂ ਉਹਦਾ ਇੱਕ ਮੁੱਲ ਪਾ ਦਿਓ। 25 ਲੱਖ ਮੁੱਲ ਪਾਇਆ ਤਰਨ, 25 ਲੱਖ ਉਹਨਾਂ ਨੂੰ ਮਿਲਣਾ ਨਹੀਂ ਹੈ ਜੀ। ਮੈਂ ਹੁਣ ਕਹਿਣਾ ਜੀ, ਉਹਨਾਂ ਨੂੰ ਨੌਕਰੀ ਦਾ ਇੱਕ ਲਾਲਚ ਦਿੱਤਾ ਗਿਆ ਜੀ, ਨੌਕਰੀ ਮਿਲਣੀ ਨਹੀਂ ਹੈ ਜੀ। ਪਹਿਲਿਆਂ ਨੂੰ ਕਿੰਨਿਆਂ ਕੁ ਨੂੰ ਮਿਲੀ ਹੈ ਤੇ ਜਿਹੜੀ ਇਹਨਾਂ ਨੂੰ ਮਿਲ ਜੂਗੀ, ਬਿਲਕੁਲ ਨਹੀਂ ਹੋਏਗਾ ਜੀ। ਜਦੋਂ ਇਹਨਾਂ ਨੂੰ ਜੋ ਕੁਝ ਮਿਲੇਗਾ, ਸੌਰੀ, ਉਸ ਕੰਟਰੀ ਦਾ ਸਿਸਟਮ ਐਸਾ, ਉਹਦੇ ਚੋਂ ਵੰਡ ਵਡਾ ਕੇ ਇਹਨਾਂ ਨੂੰ ਕੁਝ ਮਿਲੇਗਾ ਜੀ। ਸ਼ਾਇਦ ਬੜੇ ਧੱਕੇ ਖਾ ਕੇ ਹਜੇ ਤੱਕ ਤਾਂ ਜੀ ਆਪਣੇ ਜਿਹੜੇ ਫੌਜੀ ਜਵਾਨ ਸ਼ਹੀਦ ਹੋਏ ਨੇ ਕਾਰਗਿਲ ਦੀ ਲੜਾਈ ਦੇ, ਕਈਆਂ ਨੂੰ ਤਾਂ ਉਹਨਾਂ ਦਾ ਹਜੇ ਤੱਕ ਖਜ਼ਾਨਾ ਨਹੀਂ ਮਿਲਿਆ। ਅਜਿਹੀ ਗੱਲ ਤਾਂ ਕਿੱਥੇ ਜਾਣੀ ਹੈ ਜੀ, ਜੇ ਅਸੀਂ ਆਪਣੇ ਸ਼ਹੀਦਾਂ ਨੂੰ ਨਹੀਂ ਅਸੀਂ ਕਰ ਸਕਦੇ। ਸਰ, ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਛੜਿਆਂ ਵਰਗੀ ਜ਼ਿੰਦਗੀ ਬਿਤਾ ਰਿਹਾ, ਉਹਨੂੰ ਕਿਸੇ ਦੀ ਧੀ ਭੈਣ ਦੇ ਸਕਦਾ ਕੀ ਹੈ? ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ, ਮੈਂ ਇਹ ਕਹਿ ਰਹੀ ਸੀ ਕਿ ਇਸ ਟਾਈਮ ਤੇ ਸਾਡੇ ਪ੍ਰਾਈਮ ਮਿਨਿਸਟਰ ਵੀ ਬੜੇ ਚੁੱਪ ਨੇ। ਵੈਸੇ ਤਾਂ ਉਹ ਬਹੁਤ ਟਵੀਟ ਕਰਦੇ ਰਹਿੰਦੇ ਨੇ ਕਿ ਵਿਰਾਟ ਕੋਹਲੀ ਔਰ ਅਨੁਸ਼ਕਾ ਸ਼ਰਮਾ ਦੇ ਉੱਤੇ ਉਹ ਹੋਰ ਬੜੀਆਂ ਟਵੀਟਸ ਕਰਦੇ ਰਹਿੰਦੇ ਨੇ। ਜਦੋਂ ਇੰਨੀ ਵੱਡੀ ਮਿਸ ਹੈਪਨਿੰਗ ਕੰਟਰੀ ਦੇ ਵਿੱਚ ਹੋ ਰਹੀ ਹੈ, ਕੋਈ ਉਹਨਾਂ ਦੀ ਟਵੀਟ ਨਹੀਂ ਆਉਂਦੀ, ਕੋਈ ਉਹਨਾਂ ਦੇ ਉਹਦੀ ਵਿਊਜ਼ ਨਹੀਂ ਆਉਂਦੇ ਕਿ ਕਿੱਥੇ ਬੈਠੇ ਹੋਏ ਹੈ ਤੇ ਕੀ ਹੋ ਰਿਹਾ ਹੈ ਇੰਡੀਆ ਵਿੱਚ ਇਸ ਟਾਈਮ। ਮਿਸ ਹੈਪਨਿੰਗ ਹੋ ਰਹੀ ਹੈ, ਫੈਮਿਲੀ ਦੇ ਨਾਲ ਇੰਨਾ ਹੋ ਰਿਹਾ ਹੈ। ਤੇ ਉਸ ਤੋਂ ਬਾਅਦ ਮਿਨਿਸਟਰ ਆਪਣੀ ਹੈਲਪ ਲਈ ਅੱਗੇ ਆ ਜਾਂਦੇ, ਆਪਣੀ ਪੋਲੀਟਿਕਸ ਦੇ ਗੇਮ ਖੇਲਣ ਲਈ ਅੱਗੇ ਆ ਜਾਂਦੇ ਨੇ ਹੈਲਪ ਕਰਨ ਲਈ। ਤੇ ਹੋਣਾ ਤਾਂ ਮੈਮ ਉਹੀ ਚੀਜ਼ ਹੈ ਜੋ ਨਿਰਭਿਆ ਨਾਲ ਦੇਖੋ ਕੇਸ ਜੇ ਉਹ ਲੜਦੇ ਵੀ ਹੈ ਸੀਮਾ ਕੁਸ਼ਵਾਹਾ ਉਹਨਾਂ ਦੇ, ਫਿਰ ਉਹੀ ਹੈ ਨਾ, ਲੰਬਾ ਪ੍ਰੋਸੈਸ ਚੱਲਦਾ ਹੈ, 8-10 ਸਾਲ ਫਿਰ ਉਹੀ ਪ੍ਰੋਸੈਸ ਚੱਲੇਗਾ ਤੇ ਉਹਦੇ ਵਿੱਚ ਸਫਰ ਤਾਂ ਫੈਮਿਲੀ ਹੀ ਕਰ ਰਹੀ ਹੈ ਉਹਦੀ। ਬਿਲਕੁਲ ਜੀ, ਜੋ ਇਸ ਟਾਈਮ ਹੋ ਰਿਹਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਵਿੰਕੀ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸਰ, ਜਿਵੇਂ ਇਹਨਾਂ ਨੇ ਕਿਹਾ ਕਿ ਅਦਾਲਤਾਂ ਬਣ ਜਾਂਦੀਆਂ, ਸਰਕਾਰ ਨੇ ਕੀ ਕਰਤਾ, ਫਾਸਟ ਟਰੈਕ ਅਦਾਲਤ ਦਾ ਨਿਰਮਾਣ ਕਰ ਦਿੱਤਾ ਕਿ ਪਹਿਲ ਦੇ ਆਧਾਰ ਤੇ ਛੇਤੀ ਇਹਨਾਂ ਕੇਸਾਂ ਦਾ ਨਿਪਟਾਰਾ ਹੋਵੇ। ਤੁਸੀਂ ਕਾਨੂੰਨੀ ਕਿਉਂ ਨਹੀਂ ਇੰਨਾ ਸਖਤ ਕਰ ਦਿੰਦੇ ਕਿ ਅਜਿਹੇ ਕੇਸ ਜਿਹੜੇ ਆ ਅਦਾਲਤਾਂ ਤੱਕ ਪਹੁੰਚਣ ਹੀ ਨਾ? ਜਿਹੜਾ ਸਾਡਾ ਉੱਥੋਂ ਦਾ ਢਾਂਚਾ ਮੈਨੂੰ ਕਈ ਜੀ ਕਹਿੰਦੇ ਤੂੰ ਸਖਤ ਬਹੁਤਾ ਬੋਲਦਾ ਜੀ। ਗੱਲ ਹੈ ਕਿ ਜਦੋਂ ਸਿਆਸਤਦਾਨ ਕਾਨੂੰਨ ਦੇ ਉੱਪਰ ਦੀ ਹੋ ਜਾਏਗਾ, ਜਿਹੜਾ ਕਿ ਉਸ ਕੰਟਰੀ ਦੇ ਵਿੱਚ ਹੋਇਆ ਤਾਂ ਕਾਨੂੰਨ ਦੀ ਧੱਜੀ ਉੱਡੇਗੀ ਹੀ ਉੱਡੇਗੀ। ਇਹ ਕੋਈ ਸਮਾਂ ਸੀਗਾ, ਰੇਲਵੇ ਦਾ ਐਕਸੀਡੈਂਟ ਹੋ ਗਿਆ ਸੀ ਤਰਨ, ਲਾਲ ਬਹਾਦਰ ਸ਼ਾਸਤਰੀ ਹੁਣੀ ਰੇਲਵੇ ਮਿਨਿਸਟਰ ਸੀ, ਐਕਸੀਡੈਂਟ ਹੋ ਗਿਆ, ਅਸਤੀਫਾ ਦੇਤਾ ਸੀ। ਨਹੀਂ, ਮੈਂ ਇਸ ਅਹੁਦੇ ਤੇ ਰਹਿਣ ਦਾ ਹੱਕਦਾਰ ਨਹੀਂ ਹਾਂ ਕਿਉਂਕਿ ਮੇਰੇ ਹੁੰਦੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ। ਇਹ ਐਕਸੀਡੈਂਟ ਹੋਇਆ, ਹੁਣ ਕਿਤੇ ਇਹੋ ਜਿਹੀ ਗੱਲ ਹੋਈ ਹੈ? ਕਦੇ ਸੁਣੀ ਹੈ? ਇਹ ਉਹਨਾਂ ਵਰਗੇ ਹੋਈ ਪੈਰ ਵਰਗੇ ਵੀ ਨਹੀਂ ਹੋ ਸਕਦੇ ਜਿਹੜੇ ਅੱਜ ਕੱਲ੍ਹ ਦੇ ਸਿਆਸਤਦਾਨ ਨੇ, ਜਿਹੜੇ ਸਾਡੇ ਪਹਿਲਾਂ ਦੇ ਨੇਤਾ ਸੀਗੇ, ਉਹਨਾਂ ਦੇ ਕਿਸੇ ਪੈਰ ਵਰਗੇ ਵੀ ਨਹੀਂ ਹੋ ਸਕਦੇ। ਸ਼ਾਸਤਰੀ ਉਹਨਾਂ ਵਰਗੇ ਹੋਣਾ ਬਹੁਤ ਮੁਸ਼ਕਲ ਹੈ। ਬਿਲਕੁਲ ਸਰ, ਇਹ ਟੌਪਿਕ ਇਹ ਚਾਹਿਆ, ਇਹ ਖਬਰ ਇਹ ਜੀ ਹੈ ਕਿ ਇਹਦੇ ਤੇ ਘੰਟਿਆਂ ਵੀ ਬਹਿਸ ਕਰ ਲਈਏ, ਮਨ ਦੀ ਗੱਲਾਂ ਕੱਢ ਲਈਏ ਨਾ, ਉਹ ਵੀ ਪੂਰੀਆਂ ਨਹੀਂ ਹੋਣੀਆਂ। ਪਰ ਖਬਰਾਂ 'ਚ ਆਪਣੀਆਂ ਹੋਰ ਵੀ ਕਾਫੀ ਹੈਗੀਆਂ ਨੇ ਜਿਹੜੀਆਂ ਆਪਾਂ ਡਿਸਕਸ ਕਰਨੀਆਂ ਨੇ। ਸੋ ਇਸ ਟੌਪਿਕ ਤੋਂ ਥੋੜਾ ਅੱਗੇ ਵਧਦੇ ਹਾਂ ਅਸੀਂ ਤੇ ਉਮੀਦ ਕਰਦੇ ਹਾਂ ਜੀ ਭਾਰਤ ਵਿੱਚ ਜਿਹੜੀਆਂ ਇਸ ਵਕਤ ਧੀਆਂ ਦੀ ਇੱਜ਼ਤ ਦਾਅ ਤੇ ਲੱਗੀ ਹੋਈ ਹੈ, ਕਮ ਸੇ ਕਮ ਸਰਕਾਰ ਹੁਣ ਤਾਂ ਜਾਗੇ ਤੇ ਉੱਥੇ ਸਖਤ ਕਾਨੂੰਨ ਬਣਾਵੇ। ਸਰ, ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਰਾਤ ਡਿਬੇਟ ਹੋਈ ਆ ਜੀ, ਬਾਈਡਨ ਤੇ ਟਰੰਪ ਦੀ ਪਹਿਲੀ ਡਿਬੇਟ ਆਮੋ ਸਾਹਮਣੇ ਹੋਏ, ਇੱਕ ਦੂਜੇ ਉੱਤੇ ਕਾਫੀ ਦੂਸ਼ਣਬਾਜ਼ੀ ਵੀ ਹੋਈ, ਸ਼ਟ ਅਪ ਤੱਕ ਇੱਕ ਦੂਜੇ ਨੂੰ ਕਹਿ ਦਿੱਤਾ ਗਿਆ। ਤੇ ਕੀ ਕਹੋਗੇ ਰਾਤ ਦੀ ਡਿਬੇਟ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਅਕੋਰਡਿੰਗ ਕੌਣ ਬਾਜ਼ੀ ਮਾਰ ਕੇ ਗਿਆ? ਮੈਨੂੰ ਮਾੜੀ ਜੀ ਚਾਹ ਦੀ ਘੁੱਟ ਭਰ ਲੈਣ ਦਿਓ ਕਿ ਟੌਪਿਕ ਚੇਂਜ ਕੀਤਾ ਜੀ। ਬਾਜ਼ੀ ਜੀ ਡਿਪੈਂਡ ਕਰਦਾ ਕਿਹਦੇ ਬਾਰੇ ਕੌਣ ਸੋਚ ਰਿਹਾ। ਜੇ ਟਰੰਪ ਵਾਲੇ ਪੱਖ ਨੂੰ ਸੋਚੀਏ ਜੀ, ਉਹ ਕਹਿੰਦੇ ਅਸੀਂ ਬਾਜ਼ੀ ਮਾਰੀ ਹੈ ਜੀ, ਔਰ ਟਰੰਪ ਸਾਹਿਬ ਦੀ ਜਿਹੜੀ ਪਰਫਾਰਮੈਂਸ ਹੈ ਮੈਨੂੰ ਤਾਂ ਲੱਗਦਾ ਜੀ ਬਾਈਡਨ ਸਾਹਿਬ ਨਾਲੋਂ ਲੋਟ ਬੈਟਰ ਸੀਗੀ। ਸਰ, ਜੇ ਪੋਲੀਟੀਕਲ ਮਾਹਿਰਾਂ ਦੀ ਮੰਨੀਏ ਤਾਂ 10 ਵਿੱਚੋਂ 6 ਨੇ ਜਿਹੜਾ ਆ ਮਿਸਟਰ ਬਾਈਡਨ ਦੇ ਹੱਕ ਵਿੱਚ ਕਿਹਾ ਕਿ ਉਹਨਾਂ ਨੇ ਡਿਬੇਟ ਦੇ ਵਿੱਚ ਵਧੀਆ ਪਰਫਾਰਮੈਂਸ ਦਿੱਤੀ ਆ। ਤਰਨ ਪੋਲੀਟੀਕਲ ਮਾਹਿਰ ਜੋ ਮਰਜ਼ੀ ਕਹੀ ਜਾਣ, ਟਰੰਪ ਸਾਹਿਬ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਜਿਹੜੀ ਸਾਈਡ ਆ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੀ ਨੂੰਹ ਰਾਣੀ ਨੂੰ ਪੁੱਛੋ, ਉਹ ਕਹਿੰਦੀ ਮੇਰੇ ਸਹੁਰਾ ਸਾਹਿਬ ਦੀ ਪਰਫਾਰਮੈਂਸ ਬਹੁਤ ਵਧੀਆ ਸੀਗਾ। ਬਾਈਡਨ ਸਾਹਿਬ ਤਾਂ ਕੁਝ ਕਰ ਹੀ ਨਹੀਂ ਸਕੇ ਜੀ। ਜਿਹੜੇ ਤੁਸੀਂ 10 ਚੋਂ 6 ਦੀ ਗੱਲ ਕਰਦੇ ਹੋ, ਇਹ ਠੀਕ ਹੈ, ਪੋਲ ਆਉਂਦੀਆਂ ਨੇ, ਫਰਕ ਪੈਂਦੀਆਂ ਨੇ। ਪਰ ਜਦੋਂ ਪਿਛਲੀ ਵਾਰੀ 2016 ਦੀ ਗੱਲ ਹੈ, ਉਦੋਂ ਵੀ ਜਿਹੜੀ ਪੋਪੂਲੈਰਿਟੀ ਹੈ ਹਿਲਰੀ ਕਲਿੰਟਨ ਦੀ ਵੱਧ ਸੀਗੀ, ਪਰ ਜਿੱਤੇ ਟਰੰਪ ਸਾਹਿਬ ਸੀਗੇ। ਟਰੰਪ ਸਾਹਿਬ ਨੇ ਸਾਰੀ ਡਿਬੇਟ ਦੇ ਵਿੱਚ ਡੋਮੀਨੇਟ ਕੀਤਾ ਜੀ ਬਾਈਡਨ ਸਾਹਿਬ ਨੂੰ। ਬਾਈਡਨ ਸਾਹਿਬ ਕਈ ਥਾਵਾਂ ਦੇ ਉੱਤੇ
ਬੜੇ ਕਮਜ਼ੋਰ ਲੱਗੇ ਨੇ ਪਰ ਕਈ ਥਾਵਾਂ ਦੇ ਉੱਤੇ ਸਰ ਟਰੰਪ ਸਾਹਿਬ ਵੀ ਕਾਫੀ ਕਮਜ਼ੋਰ ਨਜ਼ਰ ਆਏ ਨੇ। ਕਈ ਮੁੱਦਿਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਮਿਲ ਰਿਹਾ ਸੀਗਾ, ਚਾਹੇ ਉਹ ਗੱਲ ਹੋਵੇ ਇਸ ਵਕਤ ਕੋਵਿਡ ਦੀ ਹੋਵੇ, ਚਾਹੇ ਇਕਨੋਮੀ ਦੀ ਗੱਲ ਹੋਵੇ, ਕਈ ਮਾਮਲਿਆਂ ਦੇ ਉੱਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ। ਮਾਸਕ ਦੇ ਮੁੱਦੇ ਉੱਤੇ ਨਹੀਂ ਉਹਨਾਂ ਨੂੰ ਕੋਈ ਜਵਾਬ ਆ ਰਿਹਾ ਸੀ। ਸੋ ਟਰੰਪ ਸਾਹਿਬ ਜਿਹੜੇ ਇਸ ਵਾਰੀ ਥੋੜਾ ਡਿਫੈਂਡਿੰਗ ਖੇਡਦੇ ਹੋਏ ਨਜ਼ਰ ਆਏ। ਤੁਸੀਂ ਕੋਵਿਡ ਦੀ ਗੱਲ ਕਰਦੇ ਹੋ ਜੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਕਿਤੇ ਮੈਂ ਇਹ ਕੰਮ ਨਾ ਕਰਦਾ ਤਾਂ ਹੋ ਸਕਦਾ 2 ਮਿਲੀਅਨ ਬੰਦਿਆਂ ਦੀ ਡੈਥ ਹੋ ਜਾਂਦੀ। ਜਿਹੜਾ ਕਹਿੰਦੇ ਮੈਂ ਕੰਮ ਕਰ ਰਿਹਾ ਉਹ ਬੜਾ ਵਧੀਆ ਕੰਮ ਕਰ ਰਿਹਾ, ਔਰ ਉਹਨਾਂ ਦੇ ਮੁਤਾਬਕ ਨਵੰਬਰ ਤੋਂ ਪਹਿਲਾਂ ਵੈਕਸੀਨ ਵੀ ਆਣੇ। ਜਿਹੜੀ ਤੁਸੀਂ ਗੱਲ ਕਰਦੇ ਹੋ ਮਾਸਕ ਦੀ, ਟਰੰਪ ਸਾਹਿਬ ਦੀ ਤਾਂ ਜੇਬ 'ਚ ਮਾਸਕ ਸੀਗਾ। ਜਦੋਂ ਮਾਸਕ ਦੀ ਗੱਲ ਹੋਈ ਆ ਉਹਨਾਂ ਨੇ ਮਾਸਕ ਕੱਢ ਕੇ ਕਿਹਾ ਤੇ ਇੱਥੇ ਕਹਿੰਦੇ ਮੈਂ ਨਹੀਂ ਕਿਸੇ ਨੂੰ ਰੋਕਦਾ ਮਾਸਕ ਪਾਉਣ ਤੋਂ। ਮਾਸਕ ਭਾਈ ਸਾਰਿਆਂ ਨੂੰ ਪਾਉਣਾ ਚਾਹੀਦਾ। ਉਹ ਵੱਖਰੀ ਗੱਲ ਆ, ਆਪ ਕਦੇ ਮਾਸਕ ਪਾਉਂਦੇ ਨਹੀਂ ਨਜ਼ਰ ਆਏ, ਨਾ ਉਹਨਾਂ ਦੀਆਂ ਰੈਲੀਆਂ 'ਚ ਕਿਸੇ ਨੇ ਮਾਸਕ ਪਾਇਆ ਹੁੰਦਾ ਸੀਗਾ। ਮਾਸਕ ਦੇ ਅਗੇਂਸਟ ਜੇ ਕੋਈ ਪਾਉਂਦਾ ਸੀ ਤਾਂ ਉਹਦਾ ਸਗੋਂ ਮਜ਼ਾਕ ਉਡਾਉਂਦੇ ਹੋਏ ਜ਼ਰੂਰ ਦਿਖੇ ਨੇ। ਦੇਖੋ ਜੀ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ, ਠੀਕ ਆ ਰੈਲੀਜ਼ ਕਹਿੰਦੇ ਮੈਂ ਕੀ ਕਰਾਂ, ਮੈਂ ਪਪੂਲਰ ਹੀ ਇੰਨਾ ਹੈ, ਜਦ ਮੇਰੀ ਰੈਲੀ ਤੇ ਲੋਕ ਆਉਣਗੇ। ਬਾਈਡਨ ਸਾਹਿਬ ਦੀ ਰੈਲੀ ਤੇ 10 ਬੰਦੇ ਨਹੀਂ ਆਉਂਦੇ। ਉਹ ਕਹਿੰਦੇ ਜੇ ਮੈਂ ਇਕੱਠ ਕੀਤਾ ਹੈਗਾ, ਇਕੱਠ ਸਾਰੇ ਦਾ ਸਾਰਾ ਬਾਹਰ ਕੀਤਾ ਹੈ, ਇਨਡੋਰ ਇਕੱਠ ਨਹੀਂ ਕੀਤਾ, ਮੋਸਟਲੀ 에ਅਰਪੋਰਟਾਂ ਦੇ ਇਕੱਠ ਕੀਤਾ। ਕਹਿੰਦਾ ਮੈਂ ਹੁਣ ਪਪੂਲਰ ਹੀ ਇੰਨਾ ਹੈ, ਜੇ ਲੋਕੀ ਆਉਣਾ ਚਾਹਦੇ ਮੇਰੀ ਰੈਲੀ ਤੇ। ਕਹਿੰਦਾ ਮੈਂ ਤੇ ਨਾਲੇ ਇਉਂ ਹੈ ਜੀ, ਇੱਕ ਦਿਨ ਦੇ ਨੋਟਿਸ ਤੇ ਵੀ ਕਹਿੰਦੇ ਇੰਨਾ ਇਕੱਠ ਕੀਤਾ ਤੇ ਬਾਈਡਨ ਸਾਹਿਬ ਦੇ 10 ਬੰਦੇ ਨਹੀਂ ਆਉਂਦੇ, ਚਾਹੇ ਕਿੰਨੇ ਦਿਨ ਦਾ ਕਰੀ ਜਾਣੇ। ਔਰ ਕਈ ਗੱਲਾਂ 'ਚ ਲੱਗਦਾ ਹੀ ਹੋਈਆਂ ਤਰਨ ਕਿ ਟਰੰਪ ਸਾਹਿਬ ਦੇ ਜਿਹੜੇ ਸਪੋਰਟਰ ਨੇ ਬੜੇ ਖੁੱਲ ਕੇ ਬਾਹਰ ਆ ਰਹੇ ਨੇ ਤੇ ਖੁੱਲ ਕੇ ਜ਼ਰੂਰ ਆ ਰਿਹਾ, ਪਰ ਪ੍ਰਸ਼ਾਸਨ ਦੀ ਆਪਦੀ ਜ਼ਿੰਮੇਵਾਰੀ ਹੁੰਦੀ ਆ। ਹੁਣ ਜੇ ਕੱਲ ਨੂੰ ਉੱਥੇ ਕੋਈ ਘਟਨਾ ਹੋ ਜਾਏ ਤਾਂ ਉਹਦੇ ਜ਼ਿੰਮੇਦਾਰ ਲੋਕੀ ਨਹੀਂ ਨਾ ਹੋਣਗੇ, ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਊਗਾ ਜਿਨ੍ਹਾਂ ਨੇ ਬੁਲਾਇਆ ਉੱਥੇ। ਉਸ ਤੋਂ ਬਾਅਦ ਕੋਈ ਇੰਤਜ਼ਾਮ ਨਹੀਂ ਕੀਤਾ ਹੈਗਾ ਤੇ ਉੱਥੇ ਕੋਈ ਅਣਹੋਣੀ ਘਟਨਾ ਹੋਗੀ। ਉਵੇਂ ਹਜੇ ਕਰੋਨਾ ਵਾਇਰਸ ਚੱਲਦਾ ਪਿਆ, ਸੋ ਉਹ ਜ਼ਿੰਮੇਦਾਰ ਨੇ ਜੇ ਕਰੋਨਾ ਦੀਆਂ ਰੈਲੀਆਂ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵੀ ਸਾਹਮਣੇ ਆਏ ਨੇ। ਹਾਲਾਂਕਿ ਇਸ ਗੱਲ ਨੂੰ ਦਬਾਉਂਦੇ ਹੋਏ ਨਜ਼ਰ ਆਏ ਨੇ। ਜੇ ਉਹ ਕਹਿ ਰਹੇ ਨੇ ਕਿ ਮੇਰੇ ਹੁੰਦੇ ਹੋਏ ਅਜਿਹੇ ਮਾਮਲੇ ਘਟੇ ਨੇ ਨਾ, ਤਾਂ ਇਹ ਕੋਈ ਐਕਸਕਿਊਜ਼ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੈ ਤੇ ਤੁਸੀਂ ਕੀ ਦਿਸ਼ਾ ਨਿਰਦੇਸ਼ ਦੇ ਰਹੇ ਹੋ ਬਾਕੀ ਦੁਨੀਆ ਨੂੰ, ਜਿਹੜੀ ਕਿ ਤੁਹਾਡੇ ਵੱਲ ਦੇਖਦੀ ਹੈ ਕਿ ਕਰੋਨਾ ਦੇ ਨਾਲ ਅਮਰੀਕਾ ਨੇ ਕਿੱਦਾਂ ਨਜਿੱਠਿਆ ਸੀ, ਅਸੀਂ ਵੀ ਉਸੇ ਤਰੀਕੇ ਨਾਲ ਨਜਿੱਠੀਏ। ਅਕੋਰਡਿੰਗ ਟੂ ਮਿਸਟਰ ਟਰੰਪ ਜੀ, ਉਹ ਕਹਿੰਦੇ ਜੋ ਮੈਂ ਕੰਮ ਕਰ ਰਿਹਾ ਬੜਾ ਵਧੀਆ ਕਰ ਰਿਹਾ, ਕਿਉਂਕਿ ਜੋ ਬਾਈਡਨ ਸਾਹਿਬ ਤਾਂ ਕੁਝ ਕਰ ਨਹੀਂ ਸਕਦੇ। ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਥਾਂ ਤੇ ਆ ਕੇ, ਇਹ ਗੱਲ ਵੀ ਕਹੀ ਸੀ ਬਾਈਡਨ ਸਾਹਿਬ ਨੂੰ ਕਿ ਜੋ ਮੈਂ 47 ਮਹੀਨਿਆਂ 'ਚ ਕਰਤਾ, ਬਾਈਡਨ ਸਾਹਿਬ ਉਹਨਾਂ 47 ਸਾਲਾਂ ਦੇ ਵਿੱਚ ਨਹੀਂ ਕਰ ਸਕੇ। ਇਹ ਨਹੀਂ ਪਤਾ ਇਹ ਕਿੰਨਾ ਠੀਕ ਹੈ ਜਾਂ ਨਹੀਂ, ਪਰ ਜਿਹੜੇ ਹਿਸਾਬ 'ਚ ਡਿਬੇਟ ਕੀਤੀ ਹੈ ਟਰੰਪ ਸਾਹਿਬ ਨੇ, ਟਰੰਪ ਸਾਹਿਬ ਚਾਹੇ ਜਿਹੜੇ ਉਹਨਾਂ ਦੇ ਵਿਰੋਧੀ ਆ, ਤੁਸੀਂ ਇਹ ਗੱਲ ਨੂੰ ਕਹੋਗੇ ਜੀ ਕਿ ਬਹੁਤ ਉਹਨਾਂ ਨੇ ਅੜਿੱਕੇ ਇਹ ਆ, ਹਰ ਗੱਲ ਦੇ ਵਿੱਚ ਅਨੋਇੰਸ ਸੀਗੀ। ਪਰ ਆਈ ਗੈਸ ਫਰੋਮ ਪੁਆਇੰਟ ਆਫ ਵਿਊ ਆਫ ਮਿਸਟਰ ਟਰੰਪ, ਉਹਨਾਂ ਨੇ ਉਹ ਗੱਲ ਕੀਤੀ ਹੈ ਜਿਹੜੀ ਕਰਨੀ ਚਾਹੀਦੀ ਸੀ। ਉਹਨਾਂ ਨੇ ਜੋ ਬਾਈਡਨ ਨੂੰ ਕੋਈ ਗੱਲ ਕਰਨ ਨਹੀਂ ਦਿੱਤੀ। ਜੋ ਬਾਈਡਨ ਸਾਹਿਬ ਜਿਹੜਾ ਟਰੈਕ ਦੇ ਉੱਤੇ ਆ ਕੇ ਚੜ੍ਹੇ ਸੀਗੇ, ਉਹ ਟਰੈਕ ਤੋਂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਬਾਈਡਨ ਸਾਹਿਬ ਨੂੰ ਜਿਹੜਾ ਸੁਨੇਹਾ ਦੇਣਾ ਸੀ, ਉਹਨਾਂ ਨੇ ਪੂਰਾ ਸੁਨੇਹਾ ਨਹੀਂ ਦਿੱਤਾ। ਹਰ ਗੱਲ ਦੇ ਵਿੱਚ ਉਹਨਾਂ ਨੇ ਨਾਲ ਕੋਈ ਨਾ ਕੋਈ ਦਲੀਲ ਦਿੱਤੀ ਹੈ ਜਦੋਂ ਵੀ ਕੋਈ ਗੱਲ ਹੋਈ ਆ। ਫਿਰ ਇਸ ਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਬਾਈਡਨ ਸਾਹਿਬ ਠੀਕ ਹੈ, ਤੁਸੀਂ ਪੋਲ ਦੀ ਗੱਲ ਕਰ ਰਹੇ ਹੋ, 6 ਬੰਦਿਆਂ ਨੇ ਅਕੋਰਡਿੰਗ ਟੂ ਦੈਟ CNN ਦੀ ਪੋਲ ਹੈ ਜੀ, CBS ਦੀ 48 ਤੇ 48% ਦੀ ਹੈਗੀ ਆ। ਪਰ ਉਹਨਾਂ ਨੇ ਚਾਹੇ ਕੁਝ ਵੀ ਆ, ਉਹਨਾਂ ਨੇ ਮਿਸਟਰ ਟਰੰਪ ਨੇ ਜਿਹੜੀ ਡਿਬੇਟ ਹੈਗੀ ਆ ਉਹ 'ਚ ਡੋਮੀਨੇਟ ਕੀਤਾ। ਜੋ ਬਾਈਡਨ ਸਾਹਿਬ ਪੋਲਸ ਪਲੱਸ ਹੋਣ ਦੇ ਬਾਵਜੂਦ ਕਈ ਥਾਵਾਂ ਤੇ ਅੜਕਾ ਪਿਆ ਜੀ ਉਹਨਾਂ ਨੂੰ, ਕਈ ਥਾਵਾਂ ਤੇ ਉਹ ਜਰਕ ਕੇ ਚੱਲਦੇ ਸੀਗੇ। ਜਿਹੜੀ ਗੱਲ ਉਹਨਾਂ ਨੂੰ ਠਾਠਾ ਬੋਲਣੀ ਚਾਹੀਦੀ ਸੀਗੀ, ਬਾਈਡਨ ਸਾਹਿਬ ਨੇ ਉਹ ਗੱਲਾਂ 'ਤੇ ਸਮਾਂ ਲਾਇਆ ਤੇ ਟਰੰਪ ਸਾਹਿਬ ਜਿਵੇਂ ਸਾਰਾ ਮਸਾਲਾ ਭਰ ਕੇ ਬੈਠੇ ਹੁੰਦੇ, ਚਾਹੇ ਉਹਨਾਂ ਨੇ ਜਵਾਬ ਮੈਂ ਆਪਾਂ ਦਰਸ਼ਕਾਂ ਨੂੰ ਵੀ ਪੁੱਛਦੇ ਆ ਵੀ ਤੁਹਾਡਾ ਉਹਨਾਂ ਨੇ ਤਾਂ ਇਹ ਨਾ ਕਿ ਟਰੰਪ ਸਾਹਿਬ ਨੇ ਤਾਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਪੈਟਰੋਲ ਪੀ ਕੇ ਉਹਨਾਂ ਨੇ ਬਿਆਨ ਦੇ ਹੀ ਜਾਣੇ। ਉਹਨਾਂ ਨੇ ਥੋੜੀ ਸੋਚਣਾ ਕਿ ਮੈਂ ਜੋ ਬਿਆਨ ਦੇ ਰਿਹਾ ਉਹਦਾ ਤਰਕ ਕੀ ਆ, ਉਹਦਾ ਆਧਾਰ ਕੀ ਆ, ਕੀ ਮੈਂ ਜੋ ਬੋਲ ਰਿਹਾ ਉਹ ਸਹੀ ਬੋਲ ਰਿਹਾ। ਹੁਣ ਬਾਈਡਨ ਸਾਹਿਬ ਇੱਕ ਰਿਸਪੌਂਸਿਬਲ ਪਰਸਨ ਨੇ, ਇੱਕ ਰਿਸਪੌਂਸਿਬਲ ਉਹ ਸੀਟ ਦੇ ਲਈ ਆਪਣੀ ਇਲੈਕਸ਼ਨਸ ਲੜ ਰਹੇ ਨੇ। ਉਹਨਾਂ ਨੇ ਜੋ ਵੀ ਬੋਲਣਾ ਸੋਚ ਸਮਝ ਕੇ ਬੋਲਣਾ, ਪੂਰੀ ਦੁਨੀਆ ਦੀ ਨਜ਼ਰਾਂ ਉਹਨਾਂ ਤੇ ਟਿਕੀਆਂ ਹੋਈਆਂ ਨੇ। ਦੂਜੀ ਗੱਲ ਕਹੀ ਤੁਸੀਂ ਕਿ ਟਰੰਪ ਸਾਹਿਬ ਕਹਿੰਦੇ ਜੋ ਮੈਂ 47 ਮਹੀਨਿਆਂ 'ਚ ਕਰਕੇ ਦਿਖਾਤਾ, ਬਾਈਡਨ ਸਾਹਿਬ ਕਦੇ ਕਰਕੇ ਵੀ ਨਹੀਂ ਦਿਖਾ ਸਕਦੇ। ਵਾਕਈ 47 ਮਹੀਨਿਆਂ 'ਚ ਅਮਰੀਕਾ ਦੀ ਪੋਜੀਸ਼ਨ ਨੂੰ ਜਿਹੜਾ ਟੌਪ ਦੇ ਉੱਤੇ ਦੁਨੀਆ ਦੇਖ ਕੇ ਉਹ ਤੋਂ ਡਰਦੀ ਸੀ ਕਿਸੇ ਵਕਤ ਕਿ ਅਮਰੀਕਾ ਦੀ ਕੀ ਪਾਵਰ ਹੈ, ਅਮਰੀਕਾ ਕੀ ਡਿਸੀਜਨ ਲੈ ਰਿਹਾ, ਦੁਨੀਆ ਡਰਦੀ ਸੀ, ਬਾਕੀ ਮੁਲਕ ਡਰਦੇ ਸੀ। 47 ਮਹੀਨਿਆਂ ਵਿੱਚ ਹੁਣ ਇਰਾਨ, ਇਰਾਕ ਵਰਗੀ ਜਿਹੜੀਆਂ ਕੰਟਰੀਜ਼ ਨੇ ਉਹ ਵੀ ਅਮਰੀਕਾ ਨੂੰ ਅੱਖਾਂ ਦਿਖਾ ਰਹੀਆਂ ਨੇ। ਇਸ ਲੈਵਲ ਤੱਕ ਲੈ ਆਏ ਨੇ ਅਮਰੀਕਾ ਦੀ ਇੱਜ਼ਤ ਨੂੰ। ਆਪਾਂ ਦਰਸ਼ਕਾਂ ਨੂੰ ਵੀ ਪੁੱਛ ਲਈਏ ਕੁਝ, ਭਾਈ ਤੁਹਾਡਾ ਕੀ ਇਰਾਦਾ, ਤੁਹਾਨੂੰ ਕਿਵੇਂ ਲੱਗੀ ਰਾਤ ਦੀ ਜਿਹੜੀ ਡਿਬੇਟ ਹੈਗੀ ਜਾਂ ਜਿਹੜੀ ਅੱਜ ਨਿਊਜ਼ ਸੁਣੀਆਂ ਨੇ ਤੁਸੀਂ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਟਰੰਪ ਸਾਹਿਬ ਤੇ ਬਾਈਡਨ ਦੀ ਡਿਬੇਟ ਕਿਹੜੇ ਹਿਸਾਬ 'ਚ ਰਹੀ ਹੈ ਤੇ ਕੌਣ ਕੋਈ ਵਿਨਰ ਲੱਗਦਾ ਤੁਹਾਨੂੰ ਜਾਂ ਨਹੀਂ ਵਿਨਰ ਹੈਗਾ? ਵੀ ਵਿਲ ਲਾਈਕ ਟੂ ਹੀਅਰ ਫਰਮ ਯੂ। ਤਰਨ ਜਿਹੜੀ ਗੱਲ ਕਹਿੰਦੇ ਆ ਦੁਨੀਆ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ, ਦੁਨੀਆ ਦੇ ਵਿੱਚ ਟਰੰਪ ਸਾਹਿਬ ਨੇ ਕਈ ਐਸੇ ਫੈਸਲੇ ਲਏ ਨੇ ਜਿਹੜੇ ਕਿ ਉਹਨਾਂ ਵਾਸਤੇ
ਮੇਰੇ ਖਿਆਲ ਆ ਇੱਕ ਐਸੇ ਫੈਸਲੇ ਕਰ ਗਏ ਨੇ ਜਿਹੜੇ ਮੋੜਨੇ ਬੜੇ ਮੁਸ਼ਕਲ ਹੋ ਜਾਣੇ ਆ। ਤੁਸੀਂ ਕਲਾਈਮੇਟ ਚੇਂਜ ਦੀ ਗੱਲ ਤੇ ਵੀ ਆ ਸਕਦੇ ਹੋ, ਉਹਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਦੇ ਮਾਮਲੇ ਦੇ ਉੱਤੇ ਅਮਰੀਕਾ ਨੇ ਯੂ ਟਰਨ ਲਿਆ ਵਾ। ਦੇਖੋ ਅਮਰੀਕਾ ਨੇ ਜੀ ਜਿਹੜਾ ਫਰਾਂਸ ਦਾ ਜਿਹੜਾ ਪੈਰਿਸ ਅਕੋਰਡ ਸੀਗਾ ਉਹਦੇ ਵਿੱਚੋਂ ਉਹ ਨਿਕਲ ਗਏ ਨੇ। ਨਿਕਲੇ ਕਿਉਂ ਆ? ਨਿਕਲਣ ਦਾ ਕਾਰਨ ਇਹ ਸੀਗਾ ਕਿ ਇਹਦੇ ਨਾਲ ਕੋਈ ਫਾਇਦਾ ਹੈ ਨਹੀਂਗਾ, ਅਸੀਂ ਐਵੇਂ ਵਾਧੂ ਪੈਸੇ ਲਾਈ ਤੁਰੇ ਜਾ ਰਹੇ ਹਾਂ, ਅਸੀਂ ਆਪਦੇ ਕੰਟਰੀ ਦੇ ਵਿੱਚ ਆਪਦਾ ਆਪ ਖਿਆਲ ਰੱਖਾਂਗੇ, ਕਿਉਂਕਿ ਅਸੀਂ ਹਰ ਗੱਲ ਦੇ ਉੱਤੇ ਤੁਸੀਂ ਐਮਿਸ਼ਨ ਦੇ ਉੱਤੇ ਕੰਟਰੋਲ ਲਾਈ ਜਾਂਦੇ ਹੋ। ਉਹ ਕਹਿੰਦੇ ਤਰੱਕੀ ਨਹੀਂ ਹੋ ਸਕਦੀ, ਜੇ ਤਰੱਕੀ ਕਰਨੀ ਹੈਗੀ ਤਾਂ ਮਾੜਾ ਮੋਟਾ ਐਮਿਸ਼ਨ ਦੇ ਵਿੱਚ ਢਿੱਲ ਦੇਣੀ ਪਵੇਗੀ। ਅਜਿਹੀਆਂ ਕਾਰਾਂ ਵੀ ਤੁਹਾਨੂੰ ਛੱਡਣੀਆਂ ਪੈਣਗੀਆਂ ਤੇ ਜਿਹੜੇ ਪ੍ਰੋਡਕਸ਼ਨ ਹੋ ਰਹੀ ਆ ਉਹਦੇ ਚੋਂ ਐਮਿਸ਼ਨ ਹੋਣਗੇ। ਤਰੱਕੀ ਹੋਣ ਵਾਸਤੇ ਉਹ ਕਹਿੰਦੇ ਇਹਦੀ ਲੋੜ ਹੈਗੀ ਆ। ਜਿਹੜਾ ਫਰਾਂਸ ਵਾਲਾ ਪੈਰਿਸ ਦਾ ਅਕੋਰਡ ਹੈਗਾ ਉਹਦੇ ਵਿੱਚ ਤੁਹਾਨੂੰ ਐਮਿਸ਼ਨ ਕੰਟਰੋਲ ਕਰਨੇ ਪੈਣੇ, ਹਰ ਸਾਲ ਕੁਝ ਪਰਸੈਂਟੇਜ ਘਟਾਉਣੀ ਪੈਣੀ ਆ। ਹੁਣ ਮੇਰੇ ਖਿਆਲ ਇੱਕ ਸਾਲ ਦੇ ਵਿੱਚ ਜਾ ਕੇ ਮੈਨੂੰ ਉਹ ਨੰਬਰ ਭੁੱਲ ਗਿਆ ਜੀ, 32 ਹੈ ਸ਼ਾਇਦ, ਉੱਥੇ ਆ ਕੇ ਜ਼ੀਰੋ ਐਮਿਸ਼ਨਸ ਤੱਕ ਲੈ ਕੇ ਆਉਣਾ ਸਾਰਿਆਂ ਨੇ। ਤੇ ਟਰੰਪ ਸਾਹਿਬ ਕਹਿੰਦੇ ਜਦ ਮੈਂ ਤਾਂ ਕੰਟਰੀ ਨੂੰ ਆਪਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ, ਅਮਰੀਕਨਸ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਨੂੰ ਅੱਗੇ ਲਿਜਾਣ ਦੇ ਵਾਸਤੇ ਮੈਨੂੰ ਜੇ ਕੁਛ ਮਾੜਾ ਮੋਟਾ এনवायरमेंट ਦਾ ਕਰਨਾ ਵੀ ਪੈ ਗਿਆ ਤਾਂ ਕੋਈ ਐਸੀ ਗੱਲ ਨਹੀਂ। ਘੱਟੋ ਘੱਟ ਮੇਰੇ ਜਿਹੜੇ ਦੇਸ਼ ਦੇ ਲੋਕ ਹਨ ਅਮਰੀਕਨਸ ਫਸਟ। ਸਰ ਅਮਰੀਕਨਸ ਫਸਟ ਦੀ ਗੱਲ ਕਰਦੇ ਪਏ, ਪਹਿਲਾਂ ਅਮਰੀਕਨ ਦੇ ਅੰਦਰ ਜਿਹੜਾ এনवायरमेंट ਚੱਲ ਰਿਹਾ ਉਹਨੂੰ ਤਾਂ ਸੰਭਾਲ ਲੈਣ। ਰੇਸਿਜ਼ਮ ਦੇ ਮੁੱਦੇ ਦੇ ਉੱਤੇ ਜਿਸ ਪ੍ਰਕਾਰ ਨਾਲ ਉੱਥੇ ਬਲੈਕ ਲਾਈਵਸ ਮੈਟਰ ਹੋ ਰਿਹਾ ਵਾ ਤੇ ਉੱਥੇ ਰੇਸਿਜ਼ਮ ਨੂੰ ਲੈ ਕੇ ਅਟੈਕ ਹੋ ਰਿਹਾ 2017 ਤੋਂ ਲੈ ਕੇ ਹੁਣ ਤੱਕ। ਆਪਾਂ ਕੱਲ ਹੀ ਗੱਲ ਡਿਸਕਸ ਕੀਤੀ ਹੈ ਕਿ ਸਿੱਖਾਂ ਉੱਤੇ ਇੰਨੇ ਨਸਲੀ ਵਿਤਕਰੇ ਹੋਏ ਨੇ। এনवायरमेंट ਦੀ ਗੱਲ ਕਰੀਏ ਤਾਂ ਰੇਸਿਜ਼ਮ ਨੂੰ ਲੈ ਕੇ ਜੋ ਇਸ ਵਕਤ ਟੌਪ ਤੇ ਪਹੁੰਚ ਰਿਹਾ ਅਮਰੀਕਾ, ਉਹ ਕੋਈ ਹੋਰ ਕੰਟਰੀ ਦੇ ਵਿੱਚ ਇੰਨਾ ਰੇਸਿਜ਼ਮ ਨਹੀਂ ਹੋ ਰਿਹਾ। ਰੇਸਿਜ਼ਮ ਦੀ ਗੱਲ ਇਹ ਆ ਵੀ ਇਕੱਲੇ ਟਰੰਪ ਸਾਹਿਬ ਦੀ ਉਹ ਕੋਈ ਮੇਰੇ ਨਾਲ ਦਾ ਵੀ ਆ ਜਾਓ ਟਰੰਪ ਸਾਹਿਬ ਦੇ ਜਿਹੜੇ ਜ਼ਮਾਨੇ ਦੇ ਵਿੱਚ ਇਕੱਲਾ ਹੋਣੀ ਰੇਸਿਜ਼ਮ ਨਹੀਂ ਹੋਇਆ। ਉਹਨਾਂ ਇਹ ਰੇਸਿਜ਼ਮ ਅਮਰੀਕਾ ਦੇ ਵਿੱਚ ਕਦੋਂ ਦਾ ਚੱਲ ਰਿਹਾ, ਲਗਾਤਾਰ ਚੱਲਦਾ ਤੁਰਿਆ ਆ ਰਿਹਾ, ਅੱਗੇ ਨਾਲੋਂ ਫਰਕ ਪੈਂਦਾ ਜਾ ਆ ਰਿਹਾ। ਔਰ ਉਹਨਾਂ ਨੇ ਜਿਵੇਂ ਉਹਨਾਂ ਦੀਆਂ ਰੈਲੀਜ਼ ਹੁੰਦੀਆਂ ਨੇ, ਰੈਲੀਜ਼ ਉੱਤੇ ਸਾਰੇ ਜਿਹੜੀਆਂ ਨਸਲਾਂ ਦੇ ਲੋਕ ਜਾਂਦੇ ਨੇ। ਪਰ ਸਰ ਓਬਾਮਾ ਪ੍ਰਸ਼ਾਸਨ ਵੇਲੇ ਤਾਂ ਮੈਂ ਕਦੇ ਵੇਖਿਆ ਨਹੀਂ ਕਿ ਜਿੰਨਾ ਕੁ ਮੇਰੀ ਨੌਲੇਜ ਆ, ਜੇ ਮੇਰੀ ਸੁਰਤ ਵਿੱਚ ਕੋਈ ਐਵੇਂ ਦਾ ਹੋਇਆ ਹੋਵੇ ਇਨਸੀਡੈਂਟ ਕਿ ਇੰਨੇ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਕੀਤਾ ਹੋਵੇ। ਮਿਸਟਰ ਬਰਾਕ ਓਬਾਮਾ ਇਹ ਜੇ ਇੱਕ ਪਹਿਲੇ ਅਸ਼ਵੇਤ ਰਾਸ਼ਟਰਪਤੀ ਰਹੇ ਆ, ਕਾਲੇ ਰਾਸ਼ਟਰਪਤੀ ਰਹੇ ਆ, ਜਿਨ੍ਹਾਂ ਨੂੰ ਅਮਰੀਕਨਸ ਨੇ ਵੋਟ ਪਾਈ, 2 ਵਾਰ ਵੋਟ ਪਾ ਕੇ ਜਿਤਾਇਆ ਵਾ। ਪਰ ਉਸ ਦੌਰਾਨ ਬਲੈਕ ਕੀ ਵਾਈਟ ਕੀ ਹਰ ਕੋਈ ਉਹਨਾਂ ਦਾ ਸਮਰਥਨ ਕਰ ਰਿਹਾ ਸੀ। ਕੋਈ ਐਵੇਂ ਦਾ ਵਾਈਟ ਲਾਈਫ ਮੈਟਰਸ ਜਾਂ ਬਲੈਕ ਲਾਈਫਸ ਮੈਟਰ ਇਹ ਜਿਹਾ ਤਾਂ ਕਦੇ ਵੀ ਨਹੀਂ ਹੋਇਆ। ਮੈਨੂੰ ਹੁਣ ਤੁਹਾਨੂੰ ਪਤਾ ਕੀ ਕਹਿਣਾ ਪੈਣਾ, ਜਦੋਂ ਬਾਦਲ ਸਾਹਿਬ ਕਹਿੰਦੇ ਕਾਕਾ ਤੂੰ ਹੁਣ ਰਹਿਣ ਦੇ ਕੋਈ ਗੱਲ ਨਹੀਂ, ਅੱਛਾ ਉਹ ਵੀ ਹੈਗਾ। ਦੇਖੋ ਜਿਹੜਾ ਟਰੰਪ ਸਾਹਿਬ ਹੈਗੇ ਆ, ਚਾਹੇ ਕੁਛ ਵੀ ਆ, whatever he did, ਜੋ ਕੁਛ ਹੁਣ ਤੱਕ ਉਹਨੇ ਕੀਤਾ ਪੈਸ਼ਨ ਨਾਲ ਕੀਤਾ, ਐਕਸੈਪਟ ਕਰਦੇ ਵੀ ਅਸੀਂ ਕੀਤਾ। ਔਰ ਜਿਹੜੀ ਹੁਣ ਇੱਕ ਤੁਹਾਨੂੰ ਹੋਰ ਗੱਲ ਕਰਦਾ, ਜਿਹੜੀ ਨੋਮੀਨੇਸ਼ਨ ਦੀ ਗੱਲ ਚੱਲੀ ਸੀਗੀ, ਨਵਾਂ ਜੱਜ ਕਰ ਦੇਣ, ਇੱਕ ਉਹਨਾਂ ਨੇ ਲੇਡੀ ਆਲਰੇਡੀ ਅਪਾਇੰਟ ਕਰ ਦਿੱਤੀ ਹੈ, ਠੀਕ ਹੈ। ਬਿਲਕੁਲ ਜੀ। ਬਾਈਡਨ ਸਾਹਿਬ ਕੀ ਕਹਿੰਦੇ ਆ? ਬਾਈਡਨ ਸਾਹਿਬ ਕਹਿੰਦੇ ਆ ਕਿ ਇਸ ਵੇਲੇ ਜੱਜ ਸੁਪਰੀਮ ਕੋਰਟ ਦੀ ਨਿਯੁਕਤੀ ਵਾਲਾ ਫੈਸਲਾ ਨਹੀਂ ਲੈਣਾ ਚਾਹੀਦਾ ਸੀ, ਇਲੈਕਸ਼ਨਸ ਤੱਕ ਵੇਟ ਕਰਨੀ ਚਾਹੀਦੀ ਸੀ। ਆਫ ਕੋਰਸ ਕਿਉਂਕਿ ਇਹ ਵੀ ਹੁੰਦਾ ਹੈ ਕਿ ਇੱਕ ਪਾਰਟੀ ਦਾ ਫੇਵਰ ਹੋ ਜਾਂਦਾ ਹੈ ਕਿ ਜਿਨ੍ਹਾਂ ਨੇ ਨਿਯੁਕਤੀ ਕੀਤੀ ਹੈ, ਕਿ ਜਿਵੇਂ ਅਸੀਂ ਭਾਰਤ ਸਰਕਾਰ ਦੀ ਗੱਲ ਕਰਨੀ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਹੀ ਜੱਜ ਨੇ, ਸੋ ਫੈਸਲੇ ਵੀ ਉਹਨਾਂ ਦੇ ਫੇਵਰ ਦੇ ਵਿੱਚ ਹੀ ਹੋਣਗੇ। ਉਵੇਂ ਟਰੰਪ ਸਾਹਿਬ ਦੀ ਗੱਲ ਹੈ ਕਿ ਆਪਣਾ ਹੀ ਹੁਣ ਸਾਰਾ ਪਾਸੇ ਨੈਟਵਰਕ ਫੈਲਾਉਣਾ ਚਾਹੁੰਦੇ ਨੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਰ ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਮੌਂਟਰੀਅਲ ਤੋਂ ਬੋਲਦਾ ਜੀ। ਟਰੰਪ ਜਿੰਦਾਬਾਦ ਹੈ ਜੀ। ਥੈਂਕ ਯੂ ਜੀ, ਕੀ ਬਾਤ ਆ, ਤੁਸੀਂ ਬੜੀ ਕੰਮ ਦੀ ਗੱਲ ਕੀਤੀ ਹੈ ਜੀ। ਸਰ ਟਰੰਪ ਜਿੰਦਾ ਅਮਰੀਕਾ ਰਾਸ਼ਟਰਪਤੀ ਸਖਤ ਚਾਹੀਦਾ ਜੀ, ਜੇ ਸਖਤ ਨਾ ਆਊਗਾ ਤਾਂ ਚਾਈਨਾ ਨੇ ਉੱਤੇ ਖਾ ਜਾਣਾ ਜੀ। ਜੀ ਤੇ ਸਰ ਟਰੰਪ ਸਾਹਿਬ ਕਿਸ ਮਾਮਲੇ 'ਚ ਜਿੰਦਾਬਾਦ ਨੇ, ਕੋਈ ਇੱਕ ਅੱਧੀ ਉਦਾਹਰਨ ਦੋਗੇ? ਹਾਂਜੀ, ਮੈਂ ਬੈਠਾ ਜੀ ਉਦਾਹਰਨਾਂ ਦੇਣ ਨੂੰ, ਕੋਈ ਗੱਲ ਨਹੀਂ, ਤੁਸੀਂ ਜਿੰਦਾਬਾਦ ਕਹਤਾ, ਇਹੀ ਬੜੀ ਵੱਡੀ ਗੱਲ ਕੀਤੀ ਆ। ਥੈਂਕ ਯੂ ਜੀ। ਲੈ ਜੀ, ਕੋਈ ਮੇਰੇ ਫੇਵਰ 'ਚ ਵੀ ਕਾਲ ਕਰ ਦੋ। ਸੋ ਸਰ ਵੈਸੇ ਯੂਐਸ ਦੇ ਦਰਸ਼ਕ ਬਹੁਤ ਖੁਸ਼ ਹੋਣਗੇ ਇਸ ਵਕਤ, ਜਿਹੜੇ ਕੱਲ ਤੱਕ ਤੁਹਾਨੂੰ ਕਹਿੰਦੇ ਸੀ ਵੀ ਥੋੜੀ ਬਹੁਤ ਨਰਮੀ ਦਿਖਾਓ ਟਰੰਪ ਸਾਹਿਬ ਦੇ ਉੱਤੇ, ਅੱਜ ਸਾਰਾ ਫੇਵਰ ਹੀ ਟਰੰਪ ਸਾਹਿਬ ਦਾ ਹੋ ਰਿਹਾ। ਅਸਲ ਇਹ ਮਾਤਰ ਕਿ ਜਿਹੜੇ ਜੱਜ ਦੀ ਨਿਯੁਕਤੀ ਕੀਤੀ ਗਈ ਆ, ਜੋ ਟਰੰਪ ਸਾਹਿਬ ਨੇ ਕਿਹਾ, ਉਹਨਾਂ ਨੇ ਇਹ ਗੱਲ ਕਹੀ ਵੀ ਮੈਂ 4 ਸਾਲਾਂ ਵਾਸਤੇ ਇਲੈਕਟ ਕੀਤਾ ਗਿਆ, ਮੈਂ 3.5 ਸਾਲਾਂ ਵਾਸਤੇ ਨਹੀਂ ਇਲੈਕਟ ਕੀਤਾ ਗਿਆ। ਹੁਣ ਜੇ ਇੱਕ ਜੱਜ ਦੀ ਡੈਥ ਹੋ ਜਾਂਦੀ ਆ ਤਾਂ ਉਹ ਸੁਪਰੀਮ ਕੋਰਟ ਦੀ ਜਿਹੜੀ ਪੋਜੀਸ਼ਨ ਆ ਉਹ ਤਾਂ ਭਰਨੀ ਤਾਂ ਹੈਗੀ ਆ, ਐਂਡ ਇਹਨਾਂ ਨੂੰ ਮੈਂਡੇਟ ਮਿਲਿਆ ਹੈ। ਸੋ ਇਸ ਵਾਰ ਕਰਕੇ ਇਹਨਾਂ ਨੇ ਨਵਾਂ ਜੱਜ ਅਪਾਇੰਟ ਕਰ ਦਿੱਤਾ ਹੈਗਾ, ਬਿਕਾਜ਼ ਹੀ ਇਜ਼ ਅੰਡਰ ਦ ਕਨਸਟੀਟਿਊਸ਼ਨ, ਹੀ ਇਜ਼ ਅਲਾਉਡ ਟੂ ਡੂ ਦੈਟ। ਔਰ ਜਿਹੜੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਬੈਲੈਂਸ ਦੀ ਗੱਲ ਹੈਗੀ ਆ ਜੀ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਰੇਸਸ ਦੀ ਗੱਲ ਕਰਦੇ ਹਜੇ ਤਾਂ ਹੁਣੀ ਆਪਣੇ ਪੰਜਾਬੀ ਲੜਕੇ ਹਟੇ ਆ। ਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ?
ਮੈਂ ਇੱਥੋਂ ਆਪਣੇ ਹੈਮਿਲਟਨ ਤੋਂ ਬੋਲਦਾ ਜੀ। ਜੀ ਸਰ, ਤੁਸੀਂ ਕਿੱਥੋਂ ਦੀ ਗੱਲ ਕਰ ਰਹੇ ਹੋ? ਕਿੱਥੋਂ ਦੀ ਗੱਲ ਕਰ ਰਹੇ ਲੜੇ ਆ ਜੀ ਜਿਹੜੇ ਪੰਜਾਬ ਦੇ? ਇਹ ਆ ਜਿਹੜੇ ਹੁਣੇ ਕੈਲੀਫੋਰਨੀਆ ਚ ਟਰੱਕ ਡਰਾਈਵਰ ਜੀ। ਲੜ ਕੇ ਹਟੇ ਆ ਦੋਨੋਂ ਹੀ, ਜੀ ਠੀਕ ਹੈ ਜਿਹੜੀ ਸ੍ਰੀ ਸਾਹਿਬ ਗੱਡੀ ਆ ਜੀ। ਹਾਂਜੀ, ਥੈਂਕ ਯੂ ਜੀ। ਜੀ ਬਿਲਕੁਲ ਸਰ। ਵੈਸੇ ਤੁਸੀਂ ਕਿਹਦੇ ਫੇਵਰ ਚ ਹੋ, ਟਰੰਪ ਸਾਹਿਬ ਦੇ ਜਾਂ ਬਾਈਡਨ ਦੇ? ਮਤਲਬ ਤੁਹਾਡੀ ਕਾਲ, ਤੁਹਾਡਾ ਨਾਮ ਅਸੀਂ ਗੁਪਤ ਰੱਖਿਆ ਗਿਆ, ਸੋ ਇਸ ਲਈ ਨਹੀਂ ਪੁੱਛਿਆ। ਨਹੀਂ, ਉਹ ਤਾਂ ਪੁੱਛ ਵੀ ਲਓ, ਉਹ ਤਾਂ ਨਹੀਂ ਕੋਈ ਗੱਲ, ਨਾ ਤਾਂ ਦੀ ਨਹੀਂ ਗੱਲ। ਉਹ ਤਾਂ ਜੋ ਟਰੰਪ ਆ ਜਾਵੇ, ਚਾਹੇ ਜੋ ਬਾਈਡਨ ਆ ਜਾਵੇ, ਜਿਹੜਾ ਚਾਈਨਾ ਨੂੰ ਸਿੱਧਾ ਕਰ ਲਊਗਾ ਉਹ ਜਿੱਤ ਜਾਊਗਾ। ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ, ਸਾਡੇ ਨਾਲ ਸ਼ੁਕਰੀਆ ਜੀ। ਇਹ ਗੱਲ ਕਹੀ ਹੈ ਕਿ ਚਾਈਨਾ ਨੂੰ ਨਿਬੇੜਨ ਵਾਸਤੇ ਬੰਦਾ ਸਖਤ ਚਾਹੀਦਾ, ਔਰ ਟਰੰਪ ਸਾਹਿਬ ਜਿਹੜੇ ਹਿਸਾਬ ਦੇ ਵਿੱਚ ਗੱਲਾਂ ਕਰ ਰਹੇ ਨੇ, ਦਮਕ ਜੇ ਮਾਰ ਰਹੇ ਨੇ, ਜਿਵੇਂ ਚਾਈਨਾ ਨੂੰ ਬੰਦ ਕਰਨ ਨੂੰ ਫਿਰਦੇ, ਸਿੱਧਾ ਚਾਈਨਾ ਦੇ ਅਗੇਂਸਟ ਬੋਲਦੇ ਆ ਜੀ। ਬਾਈਡਨ ਸਾਹਿਬ ਦਾ ਕੱਲ ਇੱਕ ਵੀ ਐਸਾ ਬਿਆਨ ਨਹੀਂ ਆਇਆ ਕਿ ਉਹ ਚਾਈਨਾ ਦੇ ਅਗੇਂਸਟ ਬੋਲਣ ਸਿੱਧਾ। ਇਹ ਟਰੰਪ ਸਾਹਿਬ ਹੀ ਆ ਜਿਹੜੇ ਅਜਿਹੀਆਂ ਗੱਲਾਂ ਕਰਦੇ ਨੇ। ਤੇ ਜਿਹੜੀ ਮੈਂ ਜੱਜ ਦੀ ਗੱਲ ਕਰ ਰਿਹਾ ਸੀਗਾ, ਜਿਹੜਾ ਬੈਲੈਂਸ ਦੀ ਗੱਲ ਕਰਦੇ ਆ ਵੀ ਸੁਪਰੀਮ ਕੋਰਟ ਦੇ ਜੱਜਸ ਦੇ ਬੈਲੈਂਸ 'ਚ ਫਰਕ ਪੈਣਾ, ਕੋਈ ਫਰਕ ਨਹੀਂ ਪੈਣਾ ਜੀ, ਕਿਉਂਕਿ ਹੁਣ 7-3 ਹੋ ਜਾਣਗੇ। ਜੇ ਇੱਕ ਇਹ ਛੱਡ ਵੀ ਜਾਂਦੇ ਆ ਤਾਂ ਵੀ 6 ਜਿਹੜੀ ਆ ਰਾਈਟ ਵਿੰਗ ਵਾਲੇ ਉਹਦੇ ਵਿੱਚ ਜੱਜਸ ਇਸ ਵੇਲੇ ਹੈਗੇ ਨੇ। ਸਰ, ਵੋਟਿੰਗ ਦੇ ਮਾਮਲੇ ਦੇ ਵਿੱਚ ਵੀ ਕਾਫੀ ਗੱਲ ਡਿਬੇਟ ਹੋਈ ਹੈ ਕਿ ਵੋਟਾਂ ਦੇ ਨਾਮ ਦੇ ਉੱਤੇ ਜਿਹੜੇ ਟਰੰਪ ਸਾਹਿਬ ਡਰਾ ਰਹੇ ਨੇ। ਠੀਕ ਹੈ, ਤੁਸੀਂ ਆਉਣਾ, ਸੱਤਾ ਵਿੱਚ ਆਉਣਾ ਹੈ, ਆਓ, ਪੁੱਠੀਆਂ ਸਿੱਧੀਆਂ ਹਰਕਤਾਂ ਨਾ ਕਰੋ। ਆਪਾਂ ਕਹਿ ਰਹੇ ਹਾਂ, ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਇਹਨੂੰ ਲੈ ਕੇ ਕਿ ਟਰੰਪ ਸਾਹਿਬ ਜਿਹੜਾ ਹੁਣ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਮੇਲ ਵੋਟਿੰਗ ਦੇ ਉੱਤੇ ਜਿਹੜਾ ਆ ਤੰਜ ਕੱਸ ਰਹੇ ਆ, ਨਿਸ਼ਾਨਾ ਕੱਸ ਰਹੇ ਆ। ਉਹ ਦੇਖੋ ਜੀ, ਗੱਲ ਹੈਗੀ ਉਹਨਾਂ ਨੂੰ ਸ਼ੱਕ ਲੱਗਦੀ ਆ ਵੀ ਵੋਟਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਨੇ, ਜਿਹੜੀਆਂ ਐਗਜ਼ਾਮਪਲਸ ਖੈਰ ਉਹਨਾਂ ਨੂੰ ਜਿਹੜਾ ਅੱਜ ਉਹਦੇ ਬਾਅਦ ਚ ਉਹ ਐਗਜ਼ਾਮਪਲ ਦੇ ਜਵਾਬ ਵੀ ਆਏ ਨੇ, ਪਰ ਜਿਹੜੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਮੈਂ ਤੁਹਾਨੂੰ ਉਹ ਸ਼ੇਅਰ ਕਰਨਾ ਚਾਹੁੰਦਾ। ਉਹ ਕਹਿੰਦੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਵੋਟਾਂ ਨੇ ਉਹ ਬਾਹਰ ਡਿੱਗੀਆਂ ਮਿਲੀਆਂ ਨੇ। ਉਹਨਾਂ ਨੇ ਇੱਕ ਐਸੇ ਮੇਲਮੈਨ ਦੀ ਗੱਲ ਕੀਤੀ ਹੈ, ਕਹਿੰਦੇ ਜਿਹੜਾ ਵੋਟਾਂ ਵੇਚ ਰਿਹਾ ਸੀਗਾ। ਜਦੋਂ ਅਜਿਹੀਆਂ ਗੱਲਾਂ ਮੂਹਰੇ ਆਉਂਦੀਆਂ ਨੇ ਤਾਂ ਉਹਨਾਂ ਕੋਲੇ ਦਲੀਲ ਹੈਗੀ ਹੈ ਇਸ ਗੱਲ ਦੀ ਕਿ ਉਹਨਾਂ ਨੂੰ ਲੱਗਦਾ ਵੋਟਰ ਫਰਾਡ ਚਾਂਸਸ ਹੈਗੇ ਆ। ਸਰ, ਫਰਾਡ ਦੀ ਤੁਸੀਂ ਗੱਲ ਕਰ ਰਹੇ ਹੋ, ਚਾਂਸਸ ਹੈਗੇ ਆ, ਤਾਂ ਪਿਛਲੀ ਇਲੈਕਸ਼ਨਸ ਵੇਲੇ ਗੱਲ ਕਰੀਏ, ਰਸ਼ੀਆ ਦੀ ਦਖਲਅੰਦਾਜ਼ੀ ਦੀ ਗੱਲ ਹੋਈ ਸੀ। ਉਸ ਵੇਲੇ ਟਰੰਪ ਸਾਹਿਬ ਤੇ ਹੀ ਸੀਗਾ ਕਿ ਉਹ ਰਸ਼ੀਆ ਦੀ ਹੈਲਪ ਦੇ ਨਾਲ ਜਿੱਤੇ ਨੇ, ਹਿਲੇਰੀ ਕਲਿੰਟਨ ਕਿਤੇ ਜਿੱਤ ਸਕਦੀ ਸੀ। ਦੂਜੇ ਪਾਸੇ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਕਿ ਚਾਂਸਸ ਹੈਗੇ ਆ, ਚਾਂਸਸ ਵੀ ਇਹਨਾਂ ਵੰਨਿਓ ਹੀ ਹੋਣੇ ਆ। ਮਿਸਟਰ ਬਾਈਡਨ ਦੇ ਵਿੱਚ ਨਹੀਂ ਹੈਗੇ ਇੰਨੇ ਚਾਂਸਸ ਕਿ ਉਹ ਵੋਟਾਂ ਵਿੱਚ ਹੇਰਾਫੇਰੀ ਕਰ ਸਕਣ। ਉਹਨਾਂ ਨੂੰ ਜ਼ਿਆਦਾ ਲੱਗ ਰਿਹਾ ਕਿ ਚਾਂਸਸ ਜਿਹੜਾ ਹੇਰਾਫੇਰੀ ਦੇ ਹੋ ਸਕਦਾ, ਕਿਉਂਕਿ ਸ਼ਾਇਦ ਉਹ ਇਹ ਜਿਹਾ ਕੁਝ ਨਾ ਕੁਝ ਕਰ ਸਕਦੇ ਆ। ਚੀਨ ਦੇ ਨਾਲ ਉਹਨਾਂ ਦੀ ਇੱਕ ਡਿਬੇਟ ਵੀ ਇਹ ਜੀ ਸਾਹਮਣੇ ਆਈ ਸੀ, ਜਿਹੜੀ ਮੈਸੇजेस ਜਿਹੜੇ ਆ ਕਹਿੰਦੇ ਹਾਈਲਾਈਟ ਹੋਏ ਸੀਗੇ। ਦੇਖੋ ਗੱਲ ਹੈ ਕਿ ਜਿਹੜੇ ਟਰੰਪ ਸਾਹਿਬ ਆ ਉਹਨਾਂ ਨੂੰ ਇਸ ਗੱਲ ਦਾ ਇਨਕਸ਼ਾਫ ਹੈਗਾ, ਉਹਨਾਂ ਨੂੰ ਲੱਗਦਾ ਕਿ ਹੇਰਾਫੇਰੀ ਹੋ ਸਕਦੀ, ਔਰ ਉਹਨਾਂ ਨੂੰ ਹੇਰਾਫੇਰੀ ਦੇ ਚਾਂਸ ਪਤਾ ਕਿਹੜੀ ਜਗ੍ਹਾ ਤੇ ਲੱਗਦੇ ਆ, ਜਿੱਥੇ ਕਿ ਡੈਮੋਕ੍ਰੈਟਿਕ ਗਵਰਨਰਸ ਹੈਗੇ ਨੇ, ਔਰ ਉਹਨਾਂ ਨੂੰ ਸ਼ੱਕ ਹੈਗੀ ਹੈ ਕਿ ਉੱਥੇ ਗੱਲ। ਪਰ ਬੰਦੇ ਨੂੰ ਜੇ ਸ਼ੱਕ ਕੀਤਾ ਜੀ, ਆਈ ਗੈਸ ਹੀ ਹੈਜ਼ ਅ ਰਾਈਟ ਟੂ ਡੂ ਦੈਟ, ਔਰ ਉਹ ਕਹਿ ਸਕਦੇ ਆ। ਔਰ ਇਸੇ ਕਰਕੇ ਉਹਨਾਂ ਨੇ ਅਖੀਰ 'ਚ ਇਹ ਗੱਲ ਕਹੀ ਹੈ ਕਿ ਜਿਹੜਾ ਫੈਸਲਾ ਆਏਗਾ, ਜੇ ਇਹ ਜ਼ਰੂਰੀ ਨਹੀਂ ਹੈ, ਕਹਿੰਦੇ ਮੈਂ ਉਸ ਗੱਲ ਨੂੰ ਮੰਨਾਂਗਾ। ਬਾਈਡਨ ਨੇ ਗੱਲ ਕਹੀ ਹੈ, ਮੈਂ ਆਈ ਵਿਲ ਅਵਾਇਡ ਬਾਏ ਦਾ ਜਿਹੜਾ ਵੋਟਾਂ ਦਾ ਜਿਹੜਾ ਫੈਸਲਾ ਹੋਏਗਾ। ਉਹ ਕਹਿੰਦੇ ਜਦ ਵੋਟਾਂ 'ਚ ਹੇਰਾਫੇਰੀ ਹੋਈ ਹੈ ਤੇ ਮੈਂ ਕਿਉਂ ਮੰਨਾਂ। ਔਰ ਇਹ ਗੱਲ ਜਿਹੜੇ ਸੁਪਰੀਮ ਕੋਰਟ ਦੇ ਹੁਣ ਨੇ ਜੇ ਖੋਜ ਜੱਜ ਰਾਏ ਨੇ, ਜੇ ਸੁਪਰੀਮ ਕੋਰਟ ਦੇ ਵਿੱਚ ਬਾਅਦ 'ਚ ਗੱਲ ਜਾਂਦੀ ਹੈ ਤਾਂ ਹੋ ਸਕਦਾ ਉਹਨਾਂ ਦੇ ਹੱਕ 'ਚ ਫੈਸਲਾ ਹੋ ਜਾਵੇ। ਔਰ ਟਰੰਪ ਸਾਹਿਬ ਦੇ ਸਾਹਮਣੇ ਇੱਕ ਗੱਲ ਜ਼ਰੂਰ ਹੈਗੀ ਆ, ਬਾਈਡਨ ਸਾਹਿਬ ਚਾਹੇ ਹੀ ਵਾਂਟਡ ਟੂ ਬੀ ਅ ਰੀਜ਼ਨੇਬਲ ਮੈਨ, ਹੀ ਵਾਂਟ ਟੂ ਬੀ ਅ ਨਾਈਸ ਮੈਨ, ਪਰ ਟਰੰਪ ਸਾਹਿਬ ਨੇ ਸਾਰੀ ਡਿਬੇਟ ਦੇ ਵਿੱਚ ਉਹਨੂੰ ਡੋਮੀਨੇਟ ਕੀਤਾ ਜੀ। ਸਰ, ਜਿਵੇਂ ਤੁਸੀਂ ਡੋਮੀਨੇਟ ਦੀ ਗੱਲ ਕੀਤੀ ਹੈ, ਮੈਂ ਆਖਰੀ ਬਸ ਇਸ ਗੱਲ ਦੇ ਉੱਤੇ ਖਤਮ ਕਰਨਾ ਚਾਹੂੰ। ਇੱਕ ਦੇਸ਼ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਪੂਰੀ ਦੁਨੀਆ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਅਕਸ ਦੇ ਰਹੇ ਹੋ ਕਿ ਸਾਡੇ ਲੋਕ ਕਹੇ ਜਿਹੇ ਨੇ। ਠੀਕ ਆ, ਮੈਂ ਇਸ ਗੱਲ ਨੂੰ ਐਗਰੀ ਕਰਦੀ ਹਾਂ ਕਿ ਤੁਹਾਡੀ ਇੰਨੀ ਕਿ ਸਟਰੋਂਗ ਪਰਸਨੈਲਿਟੀ ਹੋਣੀ ਚਾਹੀਦੀ ਹੈ ਕਿ ਕੋਈ ਦੂਜਾ ਦੇਸ਼ ਤੁਹਾਡੇ ਦੇਸ਼ ਵੱਲ ਅੱਖ ਚੱਕ ਕੇ ਵੀ ਨਾ ਦੇਖ ਸਕੇ। ਪਰ ਕਮ ਸੇ ਕਮ ਤੁਹਾਨੂੰ ਆਪਣੇ ਲੈਂਗੁਏਜ ਦੇ ਉੱਤੇ, ਤੁਹਾਨੂੰ ਆਪਣੀ ਸਪੀਚ ਦੇ ਉੱਤੇ, ਤੁਹਾਨੂੰ ਆਪਣੇ ਬੇਤੁਕੇ ਬਿਆਨਾਂ ਦੇ ਉੱਤੇ ਕਮ ਸੇ ਕਮ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਆ, ਤਾਂ ਕਿ ਜਿਹੜੇ ਤੁਹਾਡੀ ਨਾਗਰਿਕਤਾ ਜਿਹੜੇ ਆ ਬਾਕੀ ਨਾਗਰਿਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਬਾਕੀ ਮੁਲਕਾਂ ਦੇ ਵਿੱਚ, ਉਹਨਾਂ ਦੇ ਅੱਗੇ ਤੁਸੀਂ ਆਪਣੇ ਮੁਲਕ ਨੂੰ ਹਾਸੋਹੀਣਾ ਸਾਬਿਤ ਨਾ ਕਰੋ। ਵੈਸੇ ਬੇਤੁਕੇ ਬਿਆਨਾਂ ਦੀ ਗੱਲ ਹੈ ਜੀ, ਕੱਲ ਬਾਈਡਨ ਸਾਹਿਬ ਨੇ ਉਹਨੂੰ ਸ਼ਟ ਅਪ ਕਿਹਾ ਸੀਗਾ ਤੇ ਬਾਈਡਨ ਸਾਹਿਬ ਨੇ ਉਹਨੂੰ ਕਲਾਊਨ ਕਿਹਾ ਸੀਗਾ। ਜੇ ਪ੍ਰੈਜ਼ੀਡੈਂਟ ਆਫ ਦ ਕੰਟਰੀ ਹੈ ਜੀ, ਉਹਨੂੰ ਇਹ ਜਿਹੀਆਂ ਗੱਲਾਂ ਕਹਿਣੀਆਂ ਚੰਗੀਆਂ ਨਹੀਂ ਸੀ ਲੱਗਦੀਆਂ। ਹਾਲਾਂਕਿ ਇਸ ਮੁੱਦੇ ਤੇ ਉੱਤੇ ਬਾਅਦ ਚ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਵੀ ਕੀਤਾ ਸੀ ਕਿ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਹਾਂ ਠੀਕ ਹੈ, ਪਰ ਇਹੀ ਤਾਂ ਗੱਲ ਆ ਨਾ, ਸੁਣ ਕੋ ਇੱਥੇ ਤੁਹਾਡੀ ਸਟਰੋਂਗ ਪਰਸਨੈਲਿਟੀ ਕੰਮ ਆਉਂਦੀ ਹੈ ਵੀ ਤੁਸੀਂ ਤੁਹਾਡੇ ਤੇ ਇੰਨੇ। ਪਰ ਜੇ ਗਲਤੀ ਕੀਤੀ ਸਰ, ਮੁਆਫੀ ਵੀ ਨਾਲ ਮੰਗੀ ਜਾਂਦੀ ਹੈ ਕਿ ਇਸ ਗੱਲ ਨੂੰ ਰਿਅਲਾਈਜ਼ ਕੀਤਾ ਜਾਂਦਾ। ਟਰੰਪ ਸਾਹਿਬ ਦੀ ਗੱਲ ਦੱਸੋ ਕਿ ਕਿਸੇ ਇੱਕ ਬਿਆਨ ਦੇ ਉੱਤੇ ਵੀ ਉਹਨਾਂ ਨੇ ਕਿਹਾ ਹੋਵੇ, ਉਹ ਕਹਿ ਰਹੇ ਹੈਗਾ ਕਿ ਸੈਨੀਟਾਈਜ਼ਰ ਪੀ ਲਵੋ, ਕਦੇ ਕੁਛ ਕੀਤਾ ਜਾ ਰਿਹਾ, ਕਦੇ ਇੰਜੈਕਟ ਕਰ ਲਵੋ। ਉਹਨਾਂ ਨੇ ਤਾਂ ਅਜੇ ਤੱਕ ਕਦੇ ਮੁਆਫੀ ਨਹੀਂ ਮੰਗੀ। ਜਿਹੜਾ ਸੈਨੀਟਾਈਜ਼ਰ ਇੰਜੈਕਟ ਕਰਨ ਦੀ ਗੱਲ ਕੀਤੀ ਹੈ ਜੀ, ਉਹਨਾਂ ਨੇ ਬਾਈਡਨ ਸਾਹਿਬ ਨੂੰ ਬੜਾ ਵਧੀਆ ਜਵਾਬ ਦਿੱਤਾ ਸੀ ਕਿ ਮੈਂ ਤਾਂ ਮਖੌਲ ਕਰਦਾ ਸੀਗਾ, ਐਵੇਂ ਤੁਸੀਂ ਇਸ ਗੱਲ ਨੂੰ ਸੀਰੀਅਸਲੀ ਲਈ ਜਾਂਦੇ ਹੋ ਵੀ ਮੈਂ ਇਹ ਜੀ ਗੱਲ ਕਰ ਸਕਦਾ। ਦੈਟਸ ਵਾਟ। ਇਹ ਤਾਂ ਫਿਰ ਉਹਨਾਂ ਨੂੰ ਦੇਖਣਾ ਚਾਹੀਦਾ ਜਿਹੜੇ ਉਹਨਾਂ ਦੇ ਫੈਨ ਫਾਲੋਅਰਸ ਨੇ ਤੇ ਉਹਨਾਂ ਨੇ ਇਹ ਚੀਜ਼ਾਂ ਕਰਕੇ ਵੀ ਦੇਖ ਲਈਆਂ। ਤੁਸੀਂ ਦੇਖੋ ਉਹਨਾਂ ਦੇ ਜਿਹੜੇ ਫੈਨ ਫਾਲੋਅਰਸ ਨੇ ਜੀ, ਉਹ ਉਵੇਂ ਹੀ ਜ਼ਬਰਦਸਤ ਨੇ, ਸਭ ਕੁਝ ਉਵੇਂ ਚੱਲ ਰਿਹਾ ਜੀ। ਆਪ ਦੇਖੋ ਜਿਹੜੀ ਨਵੰਬਰ ਨੂੰ
ਰਿਜ਼ਲਟ ਆਉਣਗੇ ਜੀ ਤੈਨੂੰ ਉਹ ਦੇਖਾਂਗੇ ਕੀ ਹੁੰਦਾ। ਬਿਲਕੁਲ ਜੀ, ਹਜੇ 2 ਡਿਬੇਟਸ ਬਾਕੀ ਨੇ, ਆਪਾਂ ਬਾਕੀ ਦੀ ਡਿਬੇਟ ਉਹਨਾਂ 2 ਡਿਬੇਟਸ ਤੋਂ ਬਾਅਦ ਕਰਾਂਗੇ ਤੇ ਅਗਲੇ ਆਪਾਂ ਟੌਪਿਕ ਤੇ ਉੱਤੇ ਇੱਕ ਆਉਂਦੇ ਮਿੰਟ ਮੈਂ ਪਹਿਲਾਂ ਜੀ। ਹੋਰ ਗੱਲ ਕਰਨੀ ਜੀ, ਚਾਹਾਂ ਬਿਲਕੁਲ। ਥੋੜੀ ਜੀ ਇਸੇ ਮਾਮਲੇ ਦੇ ਵਿੱਚ। ਜੀ। ਵੈਸੇ ਕੱਲ ਦੀ ਜਿਹੜੀ ਡਿਬੇਟ ਹੋਈ ਹੈ ਉਹਦੇ ਵਿੱਚ ਟਰੰਪ ਸਾਹਿਬ ਵੈਰੀ ਅਬਨੋਕਸ਼ੀਅਸ, ਬਹੁਤ ਉਹਨਾਂ ਨੇ ਜੋ ਕੁਝ ਉਹਨਾਂ ਦਾ ਵਤੀਰਾ ਸੀਗਾ ਗਲਤ ਵਤੀਰਾ ਸੀਗਾ। ਟਰੰਪ ਸਾਹਿਬ ਨੇ 73 ਵਾਰੀ 90 ਮਿੰਟਾਂ ਦੀ ਡਿਬੇਟ ਸੀਗੀ, 73 ਵਾਰੀ ਬਿਨਾਂ ਇਜਾਜ਼ਤ ਤੋਂ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਚੁੱਪ ਰਹਿਣਾ 73 ਵਾਰੀ ਇੰਟਰਰਪਟ ਕੀਤਾ। ਔਰ ਇਹ ਵਨ ਆਫ ਦਾ ਵਰਸਟ ਡਿਬੇਟਸ ਐਵਰ ਇਨ ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। 1960 ਤੋਂ ਸ਼ੁਰੂ ਹੋਈਆਂ ਨੇ ਜੀ ਡਿਬੇਟਸ ਹੋਣੀਆਂ, ਤੇ ਇਹਦੇ ਵਿੱਚ ਜਿਹੜੀ ਕੱਲ ਹੋਇਆ ਇਹਦੇ ਵਿੱਚ ਕੱਲਾ ਅਮਰੀਕਾ ਦੇ ਵਿੱਚ ਹੋਈ ਨਹੀਂ, ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦਾ ਜਿਹੜਾ ਸਿਰ ਨੀਵਾਂ ਹੋਇਆ ਇਸ ਗੱਲ ਦੇ ਉੱਤੇ। ਜਿਹੜੇ ਰਿਪਬਲਿਕਨਸ ਨੇ, ਜਿਹੜੇ ਜਿਨ੍ਹਾਂ ਦੇ ਮੋਢਿਆਂ ਤੇ ਸਿਰ ਹੈਗਾ, ਸੋਚਣ ਵਾਲੇ ਰਿਪਬਲਿਕਨਸ ਨੇ, ਉਹਨਾਂ ਨੇ ਵੀ ਇਸ ਗੱਲ ਨੂੰ ਨਿੰਦਿਆ, ਇਸ ਸਭ ਬਣਾਇਆ। ਕੱਲ੍ਹ ਦੀ ਜਿਹੜੀ ਡਿਬੇਟ ਹੈਗੀ ਆ ਉਹਦੇ ਵਿੱਚ ਜੋ ਕੁਝ ਆਪਣਾ ਸੁਨੇਹਾ ਦੇਣਾ ਚਾਹੁੰਦੇ ਸੀ ਟਰੰਪ ਸਾਹਿਬ, ਉਹ ਸੁਨੇਹਾ ਦੇ ਨਹੀਂ ਸਕੇ, ਕਿਉਂਕਿ ਇਹਦੇ ਨਾਲ ਜਿਹੜੀ ਆ ਸਰਟਨ ਟਾਈਪ ਆਫ ਵੋਟਰ ਆ, ਜੇ ਉਹ ਆਪਦੇ ਵੱਲ ਖਿੱਚ ਨਹੀਂ ਸਕੇ ਤਾਂ ਜ਼ਰੂਰ ਨੇ ਦੂਰ ਕਰ ਲਿਆ, ਜਿਹੜਾ ਕਿ ਮਿਡਲ ਏਜ ਵੂਮਨ ਵੋਟਰ ਹੈ। ਉਹ ਜਿਹੜਾ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਉਹ ਵੋਟਰ ਦੂਰ ਚਲਾ ਜਾਂਦਾ। ਇੱਕ ਇਹਨਾਂ ਨੇ ਹੋਰ ਗੱਲ ਕੀਤੀ ਹੈ ਕਿ ਜਿਹੜੇ ਇਹ ਗੱਲ ਜ਼ਰੂਰ ਹੋਏਗੀ ਤਰਨ ਕਿ ਜਿਹੜੇ ਰਿਪਬਲਿਕਨਸ ਜਿਨ੍ਹਾਂ ਨੂੰ ਮਤ ਹੈਗੀ ਆ, ਬਹੁਤ ਸਿਆਣੇ ਰਿਪਬਲਿਕਨਸ ਨੇ ਜੀ, ਬੜੇ ਸਿਆਣੇ ਪ੍ਰੈਜ਼ੀਡੈਂਟਸ ਰਹੇ ਨੇ, ਉਹ ਟਰੰਪ ਸਾਹਿਬ ਦੀਆਂ ਗੱਲਾਂ ਦੇਖ ਕੇ ਇਹ ਜ਼ਰੂਰ ਹੋ ਸਕਦਾ ਹੈ ਕਿ ਉਹ ਵੋਟ ਪਾਉਣ ਨਾ ਜਾਣ। ਇਹ ਗੱਲ ਵੱਖਰੀ ਹੈ ਕਿ ਉਹ ਡੈਮੋਕ੍ਰੇਟਸ ਨੂੰ ਵੋਟ ਪਾਉਣਗੇ ਨਹੀਂ, ਪਰ ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਉਹ ਵੋਟ ਪਾਉਣ ਹੋਈ ਨਾ ਜਾਣ, ਜਿਹੜਾ ਕਿ ਟਰੰਪ ਸਾਹਿਬ ਨੂੰ ਬਹੁਤ ਵੱਡਾ ਘਾਟਾ ਹੋਏਗਾ। ਜਿਹੜੀਆਂ 6 ਦੇ ਵਿੱਚ 10 ਚੋਂ 6 ਵੋਟਾਂ ਤੇ 48 ਤੇ 41% ਆਪਾਂ 2 CBS ਐਂਡ CNN ਦੀਆਂ ਇਹ ਗੱਲਾਂ ਕਰ ਰਹੇ ਨੇ, ਉਹਦੇ 'ਚ ਜਿੰਨੇ ਵੀ ਹੁਣ ਰੁਝਾਨ ਨੇ ਉਸ ਤੋਂ ਮਗਰੋਂ ਮੋਸਟਲੀ ਰੁਝਾਨ ਬਾਈਡਨ ਸਾਹਿਬ ਦੇ ਹੱਕ ਵਿੱਚ ਨੇ। ਔਰ ਇਹ ਵੀ ਗੱਲ ਅਮਰੀਕਾ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਸ਼ਾਇਦ ਦੂਜੀ ਡਿਬੇਟ ਨਾ ਹੋਵੇ, ਪਰ ਬਾਈਡਨ ਸਾਹਿਬ ਨੇ ਕਿਹਾ ਮੈਂ ਡਿਬੇਟ ਕਰਾਂਗਾ। ਹਾਂਜੀ ਜੀ, ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਤੇ ਤਨਜੀਤ ਜੀ, ਤੁਹਾਡਾ ਪ੍ਰੋਗਰਾਮ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਬੜੇ ਸੁਲਝੇ ਹੋਏ ਵਿਚਾਰ ਹੁੰਦੇ ਨੇ। ਸ਼ੁਕਰੀਆ ਜੀ। ਔਰ ਕੱਲ ਦੀ ਡਿਬੇਟ ਬਾਰੇ ਥੋੜਾ ਜਿਹਾ ਮੈਨੂੰ ਤਾਂ ਏਦਾਂ ਲੱਗਿਆ ਕਿ ਟਰੰਪ ਸਾਹਿਬ ਤਾਂ ਬੜੇ ਅਲਰਟ ਨੇ ਔਰ ਬਾਈਡਨ ਸਾਹਿਬ ਏਦਾਂ ਲੱਗਦੇ ਸੀ ਜਿੱਦਾਂ ਸੁੱਤੇ ਉੱਤੇ ਹੁੰਦੇ ਨੇ। ਤੇ ਬਾਕੀ ਸਾਰੀ ਡਿਬੇਟ ਦੇਖਣ ਤੋਂ ਬਾਅਦ ਮੈਨੂੰ ਸ਼ਰਮ ਜੀ ਆਉਣੀ ਮਹਿਸੂਸ ਹੋਈ ਵੀ ਐਡੇ ਮੁਲਕ ਦੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਤੁਸੀਂ ਬੋਲ ਕਿੱਥੋਂ ਰਹੇ ਹੋ ਜੀ? ਬ੍ਰੈਂਪਟਨ ਦਾ ਜੀ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਇਹ ਤਰਨ ਇੱਕ ਹੋਰ ਗੱਲ ਵੀ ਹੈ, ਇਹ 2 ਬੁੜੇ ਲੜ ਰਹੇ ਸੀ ਆਪਸ ਵਿੱਚ, ਇੱਕ 74 ਸਾਲਾਂ ਦਾ, ਇੱਕ 78 ਸਾਲਾਂ ਦਾ, ਔਰ ਦੋਨੇ ਜਿਵੇਂ ਗ੍ਰਾਊਚੀ ਗਾਇਜ਼ ਆ ਆਪਸ ਵਿੱਚ ਬਹਿਸ ਮੁਬਾਸਾ ਕਰ ਰਹੇ ਸੀ। ਪਰ ਟਰੰਪ ਸਾਹਿਬ ਨੇ ਜੋ ਕੁਝ ਰਾਤ ਆਪਣੀ ਪਰਸਨੈਲਿਟੀ ਇਜ਼ਾਹਰ ਕੀਤੀ ਹੈ, ਉਹ ਆਮ ਸਿਟੀਜ਼ਨ, ਕੋਈ ਉੱਥੋਂ ਦਾ ਸਿਟੀਜ਼ਨ ਛੱਡੋ ਪਰੇ ਬਾਹਰਲਾ ਕੋਈ ਦੇਖ ਵੀ ਰਿਹਾ, ਉਹ ਵੀ ਇਹ ਸੋਚੇਗਾ ਕਿ ਇਹ this is the guy who wants to be the president of US again। ਔਰ ਮੈਂ ਵਾਰੇ ਅੱਛਾ ਇੱਕ ਜਗ੍ਹਾ ਤੇ ਤਰਨ ਹੋਰ ਗੱਲ ਕਹੀ ਗਈ, ਆਪਣੀ ਬਹਿਸ ਮੁੱਕ ਗਈ ਹੈ ਜੀ। ਬਿਲਕੁਲ ਓਕੇ ਜੀ। ਇੱਕ ਜਗ੍ਹਾ ਤੇ ਤਰਨ ਸਾਹਿਬ ਨੇ ਇਹ ਗੱਲ ਵੀ US ਸਾਹਿਬ ਨੇ ਟਰੰਪ ਸਾਹਿਬ ਨੇ ਇਹ ਗੱਲ ਵੀ ਕਹੀ ਹੈ, ਉਹਨਾਂ ਨੂੰ ਸਿੱਧਾ ਕੁਐਸਚਨ ਕੀਤਾ ਗਿਆ ਸੀਗਾ ਟੈਕਸ ਦੇ ਬਾਰੇ ਵੀ ਤੁਸੀਂ ਕਿੰਨਾ ਟੈਕਸ ਦਿੱਤਾ, ਜਿਹਦੇ ਵਿੱਚ ਉਹਨਾਂ ਦਾ ਜਵਾਬ ਇਹ ਸੀ ਮਿਲੀਅਨਸ ਆਫ ਡਾਲਰਸ ਦਿੱਤਾ। ਉਹਨਾਂ ਨੂੰ $750 ਵਾਲਾ ਪੁੱਛਿਆ ਗਿਆ, ਉਹਨਾਂ ਨੇ ਉਹਦਾ ਜਵਾਬ ਬਿਲਕੁਲ ਨਹੀਂ ਦਿੱਤਾ। ਉਹ ਜਵਾਬ ਇਹ ਦਿੱਤਾ ਗਿਆ ਕਿ ਮਿਲੀਅਨਸ ਆਫ ਡਾਲਰਸ। ਜਿਹੜੀਆਂ ਉਹਨਾਂ ਨੇ ਅੱਗਾਂ ਦੀ ਗੱਲ ਕੀਤੀ ਹੈ, ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਉਹ ਫੈਡਰਲ ਲੈਂਡ ਦੇ ਉੱਤੇ ਲੱਗੀ ਹੋਈ ਹੈ। ਜਿਹੜੀ ਮਿਸ ਅਪਰਚੁਨਿਟੀ ਹੈ, ਬਾਈਡਨ ਸਾਹਿਬ ਨੇ ਇੱਥੇ ਇਹ ਮਿਸ ਕੀਤਾ ਕਿ ਜਿਹੜੀ ਅੱਗ ਲੱਗੀ ਹੈ ਫੈਡਰਲ ਜ਼ਮੀਨ ਤੇ ਲੱਗੀ ਹੈ, ਕਿਸੇ ਹੋਰ ਤੇ ਨਹੀਂ। ਹਾਲਾਂਕਿ ਆਪਾਂ ਆਪਣੇ ਛੋਟੇ ਜਿਹੇ ਪ੍ਰੋਗਰਾਮ ਵਿੱਚ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਇੱਕ ਗੱਲ ਹੋਰ ਕਹੀ ਹੈ ਟਰੰਪ ਨੇ, ਦੁਬਾਰੇ ਫੇਰ ਰਿਪੀਟ ਕੀਤੀ ਹੈ, ਆਪਾਂ ਉਹਨੇ ਕਿਹਾ ਸੀ ਫੋਰੈਸਟ ਸਿਟੀਜ਼ ਦੀ ਰਾਤ ਗੱਲ ਟਰੰਪ ਨੇ ਫੇਰ ਰਿਪੀਟ ਕੀਤੀ ਹੈ। ਬਾਈਡਨ ਸਾਹਿਬ ਦਾ ਉੱਥੇ ਬਣਦਾ ਸੀਗਾ, ਆਪਾਂ ਆਪਣੇ ਪ੍ਰੋਗਰਾਮ 'ਚ ਇਹ ਗੱਲ ਕਰ ਚੁੱਕੇ ਹਾਂ ਕਿ ਉੱਥੋਂ ਦੇ ਮਿਨਿਸਟਰ ਨੇ ਸਿੱਧਾ ਟਰੰਪ ਨੂੰ ਜਵਾਬ ਦਿੱਤਾ, ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ, ਸਾਡੇ ਫੋਰੈਸਟ ਸਿਟੀਜ਼ ਨਹੀਂ ਹੈਗੇ।
ਬਾਈਡਨ ਸਾਹਿਬ ਕੋਲ ਇਹ ਬੜਾ ਵੱਡਾ ਮੌਕਾ ਸੀ ਉਸ ਵੇਲੇ ਇਸ ਗੱਲ ਦਾ ਜਵਾਬ ਦੇਣ ਵਾਸਤੇ, which he missed the opportunity. ਬਿਲਕੁਲ maybe sir। he's getting old ਮੇਰੇ ਖਿਆਲ ਆ। ਬਿਲਕੁਲ ਸਰ, ਗੱਲਾਂ ਕਰੀਏ ਕਿ ਨੋ ਡਾਊਟ ਕਿ ਗੱਲਬਾਤ ਦੇ ਮਾਮਲੇ ਦੇ ਵਿੱਚ ਟਰੰਪ ਸਾਹਿਬ ਜਦੋਂ ਗੱਲਾਂ ਕਰਦੇ ਨੇ ਤਾਂ ਉਹਨਾਂ ਨੂੰ ਡਿਫੈਂਡ ਕਰਨਾ ਵੀ ਜ਼ਰੂਰੀ ਹੈ। ਸੋ ਮਿਸਟਰ ਬਾਈਡਨ ਹਜੇ ਉਸ ਲੈਵਲ ਤੱਕ ਗੱਲਬਾਤ ਨਹੀਂ ਕਰ ਪਾਉਂਦੇ ਹੈਗੇ ਜਿੰਨੀ ਉਹਨਾਂ ਨੂੰ ਕਰਨੀ ਚਾਹੀਦੀ ਸੀ, ਪਰ ਯੂਐਸ ਦੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿਉਂਕਿ ਤੁਹਾਡੇ ਦੇਸ਼ ਦੀ ਇੱਥੇ ਸਵਾਲ ਹੈਗਾ, ਤੁਹਾਡਾ ਆਪਣਾ ਸਵਾਲ ਹੈਗਾ, ਦ ਯੂਨਾਈਟਿਡ ਸਟੇਟਸ ਕਿਹਾ ਜਾਂਦਾ। ਸੋ ਇਸ ਦਾ ਨੂੰ ਦਾਗ ਨਾ ਲੱਗਣ ਦਿਓ, ਕੋਈ ਸਹੀ ਉਮੀਦਵਾਰ ਨੂੰ ਹੀ ਵੋਟ ਜ਼ਰੂਰ ਪਾਇਓ। ਸਰ ਅਗਲੇ ਆਪਾਂ ਆਪਣੇ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਇਸ ਵਕਤ ਇਲੈਕਸ਼ਨਸ ਜਿਹੜੀਆਂ ਨੇ ਕੈਨੇਡਾ ਵਿੱਚ ਵੀ ਕਿਸੇ ਸਮੇਂ ਵੀ ਆ ਸਕਦੀਆਂ ਨੇ, ਮਾਈਨੋਰਿਟੀ ਗਵਰਨਮੈਂਟ ਹੈਗੀ ਆ, ਫੈਡਰਲ ਇਲੈਕਸ਼ਨਸ ਤਾਂ ਆਉਣ ਦੀ ਸੰਭਾਵਨਾ ਹੈਗੀ ਹੋਈ ਆ, ਪਰ ਸੁਣਨ ਦੇ ਵਿੱਚ ਆ ਰਿਹਾ ਕਿ ਓਨਟਾਰੀਓ ਵਿੱਚ ਵੀ ਸ਼ਾਇਦ ਛੇਤੀ ਇਲੈਕਸ਼ਨਸ ਹੋ ਸਕਦੀਆਂ ਨੇ ਕਿਉਂਕਿ ਐਮਪੀਪੀਸ ਦੀ ਨੋਮੀਨੇਸ਼ਨ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਸੀਂ ਕਿੱਥੋਂ ਸੁਣਿਆ ਜੀ ਇਲੈਕਸ਼ਨ ਆ ਰਹੀ ਹੈ? ਲੈ ਸਰ, ਸਾਰੇ ਪਾਸੇ ਤਾਂ ਹੁਣ ਇਲੈਕਸ਼ਨਸ ਦਾ ਲਾਈਕ ਹੋਇਆ ਪਿਆ ਕਿਉਂਕਿ ਇਸ ਵਕਤ ਪੂਰੇ ਮੂਡ ਦੇ ਵਿੱਚ ਨੇ ਕੰਜ਼ਰਵੇਟਿਵਸ ਕੇ ਇੱਕ ਵਾਰ ਫਿਰ ਓਨਟਾਰੀਓ ਨੂੰ ਫਤਿਹ ਕਰ ਲੈਣਾ ਆ। ਤਰਨ ਝੰਡਾ ਲੱਗਿਆ ਦੇਖਿਆ ਕਿਸ ਦਾ ਬਾਹਰ ਐਵੇਂ ਮਰ ਜਾਂਦੇ ਤੁਸੀਂ। ਸਰ ਫਿਰ ਇਲੈਕਸ਼ਨਸ ਨੋਮੀਨੇਸ਼ਨਸ ਇਹ 2022 ਦੀਆਂ ਹੋਣੀਆਂ ਸ਼ੁਰੂ ਹੋ ਗਈਆਂ। ਫੋਰਡ ਸਾਹਿਬ ਨੇ ਕਿਹਾ ਕੋਈ ਇਲੈਕਸ਼ਨ ਨਹੀਂ ਹੈ, ਤੁਸੀਂ ਕਿੱਥੋਂ ਕਹਿ ਰਹੇ ਹੋ? ਸਰ ਰਾਜਨੀਤਿਕ ਜਿਹੜੇ ਵਿਸ਼ੇਸ਼জ্ञ ਮਾਹਿਰ ਹੈਗੇ ਆ ਉਹ ਇਹੀ ਕਹਿ ਰਹੇ ਨੇ ਕਿ ਹੋਣ ਲੱਗੀਆਂ ਨੇ ਜਦ ਮੈਂ ਮੰਨਦਾ ਹੀ ਨਹੀਂ ਹੈ ਕੋਈ ਇਲੈਕਸ਼ਨ ਨਹੀਂ ਜੀ ਹੋ ਰਹੀ। ਫੋਰਡ ਦਾ ਉਹਦਾ ਬਿਆਨ ਇਹ ਹੈ ਜੀ ਕਿ ਇਲੈਕਸ਼ਨਾਂ ਅਸੀਂ ਜਿਹੜੇ 4 ਸਾਲ ਆ ਉਹ ਜ਼ਰੂਰ ਪੂਰੇ ਕਰਾਂਗੇ, ਸਾਡਾ ਇਰਾਦਾ ਕੋਈ ਨਹੀਂ ਹੈ। ਜਿਹੜੇ ਅਸੀਂ ਨੋਮੀਨੇਸ਼ਨ ਕਰ ਰਹੇ ਹਾਂ ਦੈਟ ਇਜ਼ ਅ ਨਾਰਮਲ ਪ੍ਰੋਸੈਸ, ਲਿਬਰਲਸ ਵੀ ਕਰ ਰਹੇ ਨੇ। ਸਰ ਅਧਿਕਾਰ ਹੈਗਾ ਉਹਨਾਂ ਕੋਲੇ, ਉਹ ਚਾਹਣ ਤਾਂ ਇਸ ਮੌਕੇ ਦਾ ਫਾਇਦਾ ਚੁੱਕ ਸਕਦੇ ਨੇ ਤੇ ਚੁੱਕਣ ਦੇ ਪੂਰੇ ਮੂਡ ਵਿੱਚ ਵੀ ਨੇ ਕਿਉਂਕਿ ਇਸ ਵਕਤ ਪੈਂਡੈਮਿਕ ਹੈ। ਉਹਨਾਂ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਸੀ ਪੈਂਡੈਮਿਕ ਤੋਂ ਨਿਪਟਣ ਲਈ, ਨਾ ਕਿ ਨੋਮੀਨੇਸ਼ਨਸ ਕਰਨ ਲਈ। ਉਹਨਾਂ ਨੂੰ ਇਹ ਹੈ ਕਿ ਪੈਂਡੈਮਿਕ ਦੇ ਕਰਕੇ ਪਹਿਲਾਂ ਓਨਟਾਰੀਓ ਵਿੱਚ ਉਹਨਾਂ ਦੀ ਵੀ ਇਮੇਜ ਟਰੰਪ ਸਾਹਿਬ ਵਰਗੀ ਸੀ ਤੇ ਕੋਈ ਬਹੁਤਾ ਉਹਨਾਂ ਨੂੰ ਲਾਈਕ ਨਹੀਂ ਕੀਤਾ ਜਾਂਦਾ ਸੀ। ਜਿਵੇਂ ਪੈਂਡੈਮਿਕ ਦੇ ਵਿੱਚ ਉਹਨਾਂ ਨੇ ਸਟੈਪਸ ਚੁੱਕੇ ਨੇ, ਲੋਕਾਂ ਨੇ ਉਹਨਾਂ ਨੂੰ ਲਾਈਕ ਕਰਨਾ ਸ਼ੁਰੂ ਕੀਤਾ। ਇਸ ਵਕਤ ਉਹਨਾਂ ਦੀ ਫੈਨ ਫੋਲੋਇੰਗ ਵੱਧ ਚੁੱਕੀ ਹੈ। ਪੈਂਡੈਮਿਕ ਦੇ ਦੌਰਾਨ ਨੋਮੀਨੇਸ਼ਨ ਕਰਨ ਦਾ ਤੁਸੀਂ ਦੱਸੋ ਕੀ ਆਈਡੀਆ? 2022 ਚ ਇਲੈਕਸ਼ਨਸ ਨੇ, 2021 ਚ ਤੁਸੀਂ ਕਰ ਸਕਦੇ ਹੋ। ਤੁਹਾਡੇ ਕੈਂਡੀਡੇਟਸ ਦੇ ਕੋਲ ਇਨਫ ਟਾਈਮ ਹੈ ਕਿ ਤੁਸੀਂ ਲੋਕਾਂ 'ਚ ਵਿਚਰ ਸਕੋ। ਅਜਿਹੇ ਸਮੇਂ ਵਿੱਚ ਜੇਕਰ ਉਹ ਨੋਮੀਨੇਸ਼ਨ ਸਾਰੇ ਲਗਭਗ ਹੋ ਚੁੱਕੇ ਨੇ, 71 ਸੀਟਸ ਦੀ ਗੱਲ ਕਰ ਰਹੇ ਹਾਂ, 71 ਦੇ ਵਿੱਚੋਂ ਮੋਸਟਲੀ ਜਿਹੜੀਆਂ ਨੇ ਸਿਟਿੰਗ ਐਮਪੀਸ ਨੂੰ, ਉਹਨਾਂ ਨੇ ਐਮਪੀਪੀਸ ਨੂੰ ਟਿਕਟਸ ਦਿੱਤੀਆਂ ਨੇ ਦੁਬਾਰਾ, ਚਾਹੇ ਉਹ ਪ੍ਰਭਮੀਤ ਸਰਕਾਰੀਆ ਹੋਣ, ਅਮਰਜੋਤ ਸੰਧੂ ਹੋਣ, ਦੀਪਕ ਆਨੰਦ ਹੋਣ। ਸੋ ਅਜਿਹੇ ਵਿੱਚ ਹੁਣ ਲਿਬਰਲਸ ਨੂੰ ਵੀ ਇਹ ਚੀਜ਼ ਜਿਹੜੀ ਆ ਹੁਣ ਖਟਕ ਰਹੀ ਆ ਕਿ ਪੀਸੀ ਪਾਰਟੀ ਜਿਹੜੀ ਆ ਇੰਨੀ ਛੇਤੀ ਨੋਮੀਨੇਸ਼ਨਸ ਪ੍ਰੋਵਾਈਡ ਕਰਵਾ ਰਹੀ ਆ ਆਪਣੇ ਇਲੈਕਸ਼ਨਸ ਦੇ ਲਈ। ਸੋ ਉਹ ਵੀ ਹੁਣ ਰੈਡੀ ਹੋ ਰਹੇ ਨੇ, ਉੱਥੇ ਵੀ ਸ਼ੁਰੂ ਹੋ ਚੁੱਕੀਆਂ ਨੇ। ਐਮਪੀਪੀ ਸਾਹਿਬ ਦੀ ਬੇਟੀ ਨੂੰ ਮਿਲ ਚੁੱਕੀ ਹੈ ਇਸ ਵਕਤ, ਮੱਲੀ ਸਾਹਿਬ ਦੀ ਬੇਟੀ ਨੂੰ ਐਮਪੀਪੀ ਦੀ ਟਿਕਟ। ਸੋ ਕੀ ਕਹਿਣਾ ਚਾਹੋਗੇ? ਤਰਨ ਦੇਖੋ ਇਹ ਲਿਬਰਲਸ ਨੂੰ ਕਿਉਂ ਤਕਲੀਫ ਹੁੰਦੀ ਹੈ ਇਸ ਗੱਲ ਦੀ, ਜੋ ਆਪਦੇ ਬੰਦੇ ਨੋਮੀਨੇਟ ਕਰ ਰਹੇ ਨੇ ਜੀ। ਇਲੈਕਸ਼ਨ ਵਾਸਤੇ ਹਮੇਸ਼ਾ ਤਿਆਰੀ ਚਾਹੀਦੀ ਹੈ ਔਰ ਜੇ ਉਹੀ 2 ਮਹੀਨੇ ਪਹਿਲਾਂ ਕੈਂਡੀਡੇਟ ਉੱਥੇ ਨੋਮੀਨੇਟ ਕਰਨਾ ਹੈ ਜਾਂ ਉੱਥੇ ਇਲੈਕਟ ਕਰਨਾ ਹੈਗਾ ਕੈਂਡੀਡੇਟ ਨੂੰ ਤਾਂ ਉਹਦੇ ਕੋਲ ਕੈਂਡੀਡੇਟ ਕੋਲ ਇੰਨਾ ਸਮਾਂ ਨਹੀਂ ਹੈ ਤਿਆਰੀ ਕਰਨ ਦਾ। ਜੇ ਹੁਣ ਹੋ ਜਾਂਦਾ ਤਾਂ 2 ਸਾਲਾਂ ਨੂੰ ਜਾ ਕੇ ਇਲੈਕਸ਼ਨ ਹੋਣੀ ਹੈ। ਸਰ ਪੈਂਡੈਮਿਕ ਦੇ ਵਿੱਚ ਬਾਕੀ ਕੰਮਾਂ ਨੂੰ ਛੱਡ ਕੇ ਨੋਮੀਨੇਸ਼ਨ ਫਾਈਲ ਕਰਨਾ, ਡੂ ਯੂ ਥਿੰਕ ਸੋ ਕਿ ਇਹ ਇੱਕ ਰਾਈਟ ਸਮਾਂ ਸੀ, ਕਰੈਕਟ ਸਮਾਂ ਸੀ, ਉਹ ਵੀ ਜਦੋਂ ਸੈਕੰਡ ਵੇਵ ਸ਼ੁਰੂ ਹੋ ਰਹੀ ਆ? ਤਰਨ ਤੁਹਾਡੇ ਮੁਤਾਬਕ ਕਿਉਂ ਵੀ ਪੈਂਡੈਮਿਕ ਚੱਲ ਰਿਹਾ ਤਾਂ ਅਸੀਂ ਹੋਰ ਕੰਮ ਨਾ ਹੀ ਕਰੀਏ? ਸਰ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਵਕਤ ਮਿਸਟਰ ਫੋਰਡ ਇਸ ਗੱਲ ਦਾ ਪੂਰਾ ਫਾਇਦਾ ਚੁੱਕਣਗੇ ਤੇ ਆਉਣ ਵਾਲੇ ਸਾਲ ਵਿੱਚ ਹੋ ਸਕਦਾ ਫੈਡਰਲ ਇਲੈਕਸ਼ਨਸ ਤੋਂ ਵੀ ਪਹਿਲਾਂ ਇਸ ਗੱਲ ਦਾ ਐਲਾਨ ਹੋ ਜਾਵੇ ਕਿ ਓਨਟਾਰੀਓ ਵਿੱਚ ਵੀ ਮੁੜ ਤੋਂ ਇਲੈਕਸ਼ਨਸ ਹੋਣ ਜਾ ਰਹੇ ਨੇ ਕਿਉਂਕਿ ਇਸ ਵਕਤ ਪੀਸੀ ਪਾਰਟੀ ਦੀ ਪਪੂਲੈਰਿਟੀ ਸਿਖਰਾਂ ਤੇ ਹੈਗੀ ਆ। ਇਹ ਕੋਈ ਗੱਲ ਨਹੀਂ ਹੈ ਜੀ। ਦੇਖੋ ਫੋਰਡ ਸਾਹਿਬ ਦੇ ਮੁਤਾਬਕ ਅਸੀਂ ਕੋਈ ਇਲੈਕਸ਼ਨ ਲੜਨ ਨਹੀਂ ਜੀ ਜਾ ਰਹੇ ਔਰ ਉਹਨਾਂ ਨੇ ਜਿਹੜੇ ਕੈਂਡੀਡੇਟਸ ਨੋਮੀਨੇਟ ਕੀਤੇ ਜੀ ਇਸ ਕਰਕੇ ਕੀਤੇ ਨੇ, ਉਹ ਕੈਂਡੀਡੇਟ ਆਪਦੀ ਉਸ ਰਾਈਡਿੰਗ ਦੇ ਵਿੱਚ ਆਪਦੀ ਪੂਰੀ ਜਿਹੜੀ 2 ਸਾਲ ਆ ਉੱਥੇ ਆਪਦੀ ਜਾਣ ਪਛਾਣ ਬਣਾ ਸਕੇ, ਉੱਥੋਂ ਦੇ ਲੋਕਾਂ ਦੇ ਕੰਮ ਆ ਸਕੇ, ਲੋਕਾਂ ਦੇ ਵਿੱਚ ਪਤਾ ਲੱਗੇ ਕਿ ਉਹਨਾਂ ਦਾ ਕੈਂਡੀਡੇਟ ਕਿਹੜਾ ਹੈਗਾ। ਇਸ ਕਰਕੇ ਨੋਮੀਨੇਸ਼ਨ ਪ੍ਰੋਸੈਸ ਚੱਲ ਰਿਹਾ ਜੀ ਤੇ ਜਿਹੜਾ ਕਿ ਡੈਮੋਕ੍ਰੈਟਿਕਲੀ ਅਲਾਉਡ ਹੈਗਾ ਤਾਂ ਉਹੀ ਕਰ ਰਹੇ ਨੇ। ਸਰ ਡੈਮੋਕ੍ਰੈਟਿਕਲੀ ਤਾਂ ਇਹ ਵੀ ਅਲਾਉ ਹੈ ਨਾ ਕਿ ਉਹ ਇਲੈਕਸ਼ਨਸ ਦਾ ਐਲਾਨ ਵੀ ਕਰ ਸਕਦੇ ਆ, ਉਹਨਾਂ ਦੇ ਕੋਲ ਪਾਵਰ ਹੈਗੀ ਹੈ। ਨਹੀਂ ਪਹਿਲਾਂ ਉਹਨਾਂ ਨੂੰ ਇਲੈਕਸ਼ਨ ਐਲਾਨ ਕਰਨ ਤੋਂ ਪਹਿਲਾਂ ਤਰਨ ਮੈਂ ਆਪਣੇ ਦਰਸ਼ਕਾਂ ਨੂੰ ਪੁੱਛਣਾ ਚਾਹੁੰਦਾ ਜੀ ਇਸ ਮਾਮਲੇ 'ਚ ਕੀ ਕਹਿਣਾ ਚਾਹੁੰਦੇ ਵੀ ਲੱਗਦਾ ਤੁਹਾਨੂੰ ਇਲੈਕਸ਼ਨ ਆਉਂਦੀ ਹੋਏਗੀ? ਮੇਰਾ ਖਿਆਲ ਨਹੀਂ ਹੈ ਬਟ ਲੈਟਸ ਸੀ ਕੀ ਹੈਗਾ। ਅੱਛਾ ਇੱਕ ਹੋਰ ਗੱਲ ਆ ਤਰਨ, ਇਲੈਕਸ਼ਨ ਐਵੇਂ ਨਹੀਂ ਆ ਸਕਦੀ। ਜਿਹੜਾ ਸਾਡਾ ਅੰਟਾਰੀਓ ਦਾ ਕਾਨੂੰਨ ਹੈਗਾ ਉਹਦੇ ਮੁਤਾਬਕ ਸੈੱਟ ਡੇਟ ਤੇ ਹਰ 4 ਸਾਲਾਂ ਬਾਅਦ ਇਲੈਕਸ਼ਨ ਹੈਗੀ ਆ। ਉਹ ਤਾਂ ਹੀ ਆਏਗੀ, ਪਹਿਲਾਂ ਕਾਨੂੰਨ ਲਿਆਉਣਾ ਪਵੇਗਾ, ਕਾਨੂੰਨ ਬਦਲਣਾ ਪਵੇਗਾ, ਕਾਨੂੰਨ ਬਦਲੇਗਾ ਤਾਂ ਉਹ ਇਲੈਕਸ਼ਨ ਦੀ ਡੇਟ ਨਵੀਂ ਸੈੱਟ ਹੋਵੇਗੀ, ਜਿਹੜੇ ਕਿ ਫੋਰਡ ਸਾਹਿਬ ਨੇ ਹਜੇ ਤੱਕ ਕੀਤੀ ਨਹੀਂ ਹੈ। ਹਜੇ ਤੱਕ ਉਹਨਾਂ ਦਾ ਕਿਸੇ ਪਾਸਿਓਂ ਆਮ ਜਿਹਨੂੰ ਕਹਿੰਦੇ ਆ ਨਾ ਵੀ ਬਿਹਾਈਂਡ ਦਾ ਸੀਨਸ ਕਈ ਗੱਲਾਂ ਕਰਦੇ ਨੇ, ਆਪਣੇ ਕੋਲੇ ਬਹੁਤ ਐਸੀਆਂ ਗੱਲਾਂ ਪਹੁੰਚਦੀਆਂ ਨੇ ਕਿਉਂਕਿ ਆਪਣਾ ਇਸ ਮਾਮਲੇ 'ਚ ਆਪਾਂ ਬਿਜ਼ੀ ਰਹਿੰਦੇ ਆ, ਆਪਣੇ ਲਿੰਕਸ ਹੈਗੇ ਆ ਚਾਹੇ ਕੁਝ ਵੀ ਹੈ, ਉੱਥੋਂ ਕੁਝ ਖਬਰ ਮਿਲਦੀ ਰਹਿੰਦੀ ਹੈ। ਅਜੇ ਤੱਕ ਤਾਂ ਮੈਨੂੰ ਨਹੀਂ ਲੱਗਦਾ, ਜੇ ਤੁਹਾਡੀ ਕਿਤੋਂ ਤੁਹਾਨੂੰ ਖਬਰ ਆਈ ਹੈ ਤਾਂ ਜੀ ਮੈਨੂੰ ਨਹੀਂ ਪਤਾ ਹੈ। ਸਰ ਤੁਸੀਂ ਦੇਖੋ 30 ਸਤੰਬਰ 2020 ਦੀ ਡੇਟ ਨੋਟ ਕਰਕੇ ਰੱਖ ਲਓ, ਚੜ੍ਹਦੇ ਸਾਲ ਐਲਾਨ ਹੋਣ ਵਾਲਾ ਆ। ਇਹ ਦੇਖ ਲਓ ਤੁਹਾਡੀ ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋ। ਬਿਲਕੁਲ ਜੀ, ਕਿ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ
ਹਾਂਜੀ ਤਰਨ ਜੀ ਸਤਿ ਸ੍ਰੀ ਅਕਾਲ ਜੀ, ਨੱਤ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਰ। ਮੈਂ ਜੀ ਦਮਨ ਆ ਜੀ, ਮੈਂ ਵਿਨੀ ਬੈਂਕ ਤੋਂ ਬੋਲਦਾ ਜੀ। ਮੈਂ ਤੁਹਾਡਾ ਕਮੈਂਟ ਪੜ੍ਹ ਲਿਆ ਜੀ। ਹਾਂਜੀ ਪ੍ਰੀਤ ਤੁਸੀਂ ਆਪ ਜੀ ਨਾਲ ਲੜਦੇ, ਮੈਂ ਟਾਈਮ ਫੋਨ ਕੀਤਾ ਜੀ ਤੁਹਾਨੂੰ। ਤਾਂ ਇੰਨਾ ਕੀ ਕਹਿਣਾ ਸੀ ਜੀ। ਨਹੀਂ ਜੀ ਨਹੀਂ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ, ਤੁਸੀਂ ਸਾਡੇ ਪੂਰੇ ਪਾਰਟਿਸਪੈਂਟ ਜੀ, ਤੁਸੀਂ ਤੁਹਾਡੇ ਕਮੈਂਟਸ ਆਉਂਦੇ ਨੇ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਸਰ ਮਚ। ਨਹੀਂ, ਵੈਸੇ ਆ ਸਾਡਾ ਮੂਡ ਸੀ ਕਿ ਅੱਜ ਕੋਈ ਡਿਬੇਟ ਕੀਤੀ ਜਾਵੇ, ਸੋ ਅਸੀਂ ਕਿਹਾ ਵੀ ਚੱਲ ਅੱਜ ਇਹਨਾਂ ਮੁੱਦਿਆਂ ਉੱਤੇ ਡਿਬੇਟ ਕਰ ਲੈਂਦੇ ਆ। ਇਹ ਵੈਸੇ ਤੁਹਾਡਾ ਮੁੱਕ ਗਿਆ ਜੀ। ਜੀ ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਰ ਕਿੱਥੋਂ ਬੋਲ ਰਹੇ ਹੋ? ਹਾਂਜੀ, ਮੇਰੀ ਪੰਜਾਬੀ ਇੰਨੀ ਵਧੀਆ ਨਹੀਂ, ਕੋਈ ਗੱਲ ਨਹੀਂ ਜੀ, ਤੁਸੀਂ ਜੋ ਜਿਹੜੀ ਜ਼ੁਬਾਨ 'ਚ ਬੋਲਣਾ ਚਾਹੁੰਦੇ ਹੋ ਸੌਖੇ ਬੋਲ ਸਕਦੇ ਹੋ, ਉਹ ਬੋਲੋ ਜੀ। ਓਕੇ, ਮੈਂ ਇੱਕ ਅੰਕਲ ਜੀ ਨੂੰ ਮੈਂ ਗੱਲ ਪੁੱਛਣਾ ਚਾਹੁੰਦਾ ਵੀ ਤੁਸੀਂ ਪਤਾ ਨਹੀਂ ਮੇਬੀ ਤੁਸੀਂ ਡਿਫਰੈਂਟ ਡਿਬੇਟਸ ਦੇਖੀ ਹੋਣੀ ਆ, ਪਰ ਉਹਨੇ ਪੁੱਛਿਆ, ਜਿਹੜਾ ਮੋਡਰੇਟਰ ਹੈ ਕ੍ਰਿਸ ਵਾਲਿਸ, ਉਹਨੇ ਪੁੱਛਿਆ ਵੀ ਤੁਸੀਂ ਵਾਈਟ ਸੁਪਰੈਮਿਸਿਸਟ ਨੂੰ ਕੰਡੈਮ ਕਰਦੇ ਹੋ। ਉਹ ਬਿਆਨ, ਉਹ ਆਨਸਰ ਟਰੰਪ ਤੋਂ ਦੇ ਨਹੀਂ ਹੋਇਆ। ਉਹ ਕਹਿੰਦਾ ਵੀ ਜਿਹੜੇ ਪ੍ਰਾਊਡ ਬॉयਜ਼ ਹੈ, ਜਿਹੜੇ ਵਾਈਟ ਨੈਸ਼ਨਲਿਸਟ organization ਹੈ, ਉਹਨਾਂ ਨੂੰ ਕਹਿੰਦਾ ਵੀ stand back and be prepared, Stand by। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਸਰਦਾਰ ਬੰਦੇ ਆ, ਪੱਗ ਵਾਲੇ ਬੰਦੇ ਆ, ਤੁਹਾਨੂੰ ਜਿਹੜੇ hate crimes ਹੈ, ਜਿਹੜੇ convenience store owner ਸੀਗਾ ਬਲਬੀਰ ਸਿੰਘ ਸੋਢੀ, ਉਹਨੂੰ ਮਾਰਿਆ ਸੀਗਾ 9/11 ਤੋਂ ਬਾਅਦ। ਇਹ ਜਿਹਾ ਮਾਹੌਲ ਉਹ ਬਣਾਉਣਾ ਚਾਹੁੰਦਾ। ਮੈਂ ਇਹ ਅੰਕਲ ਜੀ ਨੂੰ ਪੁੱਛਣਾ ਚਾਹੁੰਦਾ ਵੀ ਇਹ ਤੁਹਾਡੇ ਖਿਆਲ ਦੇ ਵਿੱਚ ਇਹ ਉਹਦੇ ਬਿਆਨ ਚੰਗੇ? ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ। ਸਰ ਤੁਸੀਂ ਬੋਲ ਕਿੱਥੋਂ ਰਹੇ ਹੋ, ਜ਼ਰਾ ਦੱਸੋਗੇ? ਹੈਲੋ, ਕਿੱਥੋਂ ਕਾਲ ਕਰ ਰਹੇ ਹੋ ਜੀ? ਜੀ ਤੁਸੀਂ ਕਿੱਥੋਂ ਕਾਲ ਕਰ ਰਹੇ ਹੋ ਜੀ, ਸਰ ਦੱਸ ਸਕਦੇ ਹੋ? ਹਾਂਜੀ, ਮੈਂ ਸਾਗਰ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਪਾਰਟਿਸਿਪੇਟ ਕੀਤਾ ਜੀ, ਸੋ ਨਾਈਸ। ਫਸਟ ਆਫ ਆਲ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ। ਸੈਕੰਡਲੀ, ਡਿਬੇਟ ਸਾਡੀ ਉਸ ਮਾਮਲੇ ਤੇ ਅਸੀਂ ਖਤਮ ਕਰ ਲਈ ਸੀ। ਉਸ ਤੋਂ ਬਾਅਦ ਜਿਹੜੇ ਮੇਰੇ ਕਮੈਂਟਸ ਸੀ ਉਹ ਇਸੇ ਵਾਸਤੇ ਸੀਗੇ ਕਿ ਜ਼ਰੂਰੀ ਨਹੀਂ ਹੈ ਕਿ ਜੇ ਮੈਂ ਇੱਕ ਪਾਸਾ ਲਿਆ ਤੇ ਆਈ ਐਮ ਪ੍ਰੋ ਟਰੰਪ। ਜਿਹੜੀ ਟਰੰਪ ਸਾਹਿਬ ਨੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਹੈ ਜੀ, ਜਿਹੜੇ ਉਹ ਪ੍ਰਾਊਡ ਬॉयਜ਼ ਹੈਗਾ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਜੀ, ਵਿੱਚ ਇਹ ਕੰਡੈਮ ਕਰਨਾ ਬਣਦਾ। ਤੁਸੀਂ ਦੈਟਸ ਗੁੱਡ। ਮੈਂ ਦਸਤਾਰ ਸੇ ਆਉਣਾ, ਤੁਸੀਂ ਮੈਨੂੰ ਸਿੱਧਾ ਕੁਐਸਚਨ ਕੀਤਾ, ਬਟ ਇਨ ਦਾ ਡਿਬੇਟ ਆਈ ਟੁਕ ਵਨ ਸਾਈਡ ਐਂਡ ਤਰਨ ਟੁਕ ਦ ਅਦਰ ਸਾਈਡ ਜਸਟ ਟੂ ਗਿਵ ਦ ਪ੍ਰੋਸਪੈਕਟ ਆਫ both sides, both angles ਤੁਹਾਨੂੰ ਅਸੀਂ ਦੱਸਣੇ ਚਾਹੁੰਦੇ ਸੀਗੇ। ਇਹਦਾ ਮਤਲਬ ਇਹ ਨਹੀਂ ਹੈ ਕਿ I am pro Trump or I am against Trump or Tarun is pro Biden or against whatever। ਅਸੀਂ ਦੋਨੇ ਸਾਈਡਾਂ ਦੱਸਣੀਆਂ ਚਾਹੁੰਦੇ ਸੀ ਕਿ ਇਧਰ ਕੀ ਕੁਛ ਹੈਗਾ। ਜਿਹੜੀ ਐਜ਼ ਔਨ ਰੇਸਿਜ਼ਮ I have always condemned racism। ਜਿਹੜੀ ਮਿਸਟਰ ਟਰੰਪ ਨੇ ਇਹ ਗੱਲ ਕਹੀ ਆ, ਸਟੈਂਡ ਬਾਏ, ਬਹੁਤ ਵੱਡੀ ਗੱਲ ਕਹੀ ਆ ਉਹਨੇ। ਆਪਦੀ ਜਿਹੜੀ ਰੇਸਿਸਟ ਇੰਟੈਂਸ਼ਨ ਹੈਗੀ ਆ ਉਹ ਦੱਸੀ ਆ, ਔਰ ਇਹ ਗੱਲ ਦੀ ਚਰਚਾ ਇਕੱਲੇ US ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਕਿ ਹੀ ਇਜ਼ ਅ ਰੇਸਿਸਟ ਪ੍ਰੈਜ਼ੀਡੈਂਟ, ਜਿਹੜੀ ਤੇ ਕਿ ਇਸ ਗੱਲ ਦੀ ਉਹਨੂੰ ਕੀਮਤ ਇਲੈਕਸ਼ਨ ਦੇ ਵਿੱਚ ਦੇਣੀ ਪਏਗੀ। ਔਰ ਜਿਹੜੀਆਂ ਅੱਜ ਪੋਲਸ ਆਈਆਂ ਨੇ, ਮੈਂ ਉਸ ਤੋਂ ਮਗਰੋਂ ਮੈਂ ਰਾਤ ਸੁੱਤਾ ਵੀ ਲੇਟ ਆ, ਜਿਹੜੀਆਂ ਬਾਅਦ ਦੀਆਂ ਡਿਬੇਟਸ ਸੁਣੀਆਂ ਨੇ, ਉਹਦੇ ਵਿੱਚ ਕਿਸੇ ਵੀ ਟੀਵੀ ਨੇ ਇੱਕ ਫੌਕਸ ਹੈਗਾ ਜਿਹੜਾ ਥੋੜੀ ਜੀ ਇਹਨਾਂ ਦੇ ਹੱਕ 'ਚ ਬੋਲਦਾ। ਰੈਸਟ ਆਫ ਦਾ ਮੀਡੀਆ, ਇਹ ਨਹੀਂ ਮੈਂ ਕਹਿੰਦਾ ਸਾਰਾ ਮੀਡੀਆ ਦੇ ਅਗੇਂਸਟ ਆ, ਮੱਥ ਕੇ ਅਗੇਂਸਟ ਆ, ਨੋ, ਬਿਕਾਜ਼ ਜਿਹੜੀਆਂ ਰੀਜ਼ਨੇਬਲ ਗੱਲਾਂ ਨੇ, ਹਰ ਕੋਈ ਉਹ ਰੀਜ਼ਨੇਬਲ ਗੱਲ ਹੀ ਕਰ ਰਿਹਾ। ਜਿਹੜਾ ਰੀਜ਼ਨੇਬਲ ਥਾਟ ਵਾਲਾ ਬੰਦਾ ਹੈਗਾ ਉਹ ਇਹ ਜ਼ਰੂਰ ਸੋਚਦਾ ਕਿ ਇਹ ਰੇਸਿਜ਼ਮ ਦੇ ਬਾਰੇ ਗੱਲ ਕਰ ਰਿਹਾ। ਪਰ ਮੈਂ ਇਸ ਦੇ ਵਿੱਚ ਇੱਕ ਜ਼ਰੂਰ ਕੁਐਸਚਨ, ਤੁਸੀਂ ਮੈਨੂੰ ਕੁਐਸਚਨ ਕੀਤਾ, ਇਟਸ ਅ ਗੁੱਡ ਕੁਐਸਚਨ। ਮੈਂ ਪਰ ਇੱਕ ਹੋਰ ਜਿਹੜੇ ਲੋਕ ਉਹਨਾਂ ਦੇ ਸਪੋਰਟਰ ਨੇ ਉਹਨਾਂ ਨੂੰ ਇਹ ਕੁਐਸਚਨ ਜ਼ਰੂਰ ਕਰਨ ਵਾਲਾ ਹੈ ਕਿ ਹੀ ਇਜ਼ ਅ ਰੇਸਿਸਟ ਮੈਨ, ਤੁਸੀਂ ਉਹਨੂੰ ਕਿਹੜੇ ਮੂੰਹ ਨਾਲ ਵੋਟਾਂ ਪਾ ਰਹੇ? ਬਿਲਕੁਲ ਜੀ, ਤੇ ਸਾਰੇ ਦਰਸ਼ਕਾਂ ਨੂੰ ਦੱਸੀਏ ਜਿਹੜੀ ਅਸੀਂ ਇਸ ਵਕਤ ਡਿਬੇਟ ਕੀਤੀ ਹੈ, ਕੋਈ ਵੀ ਸਕ੍ਰਿਪਟਡ ਡਿਬੇਟ ਨਹੀਂ ਸੀ। ਐਗਜ਼ੈਕਟ ਸ਼ੋ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਹੀ ਸਿਰਫ ਅਸੀਂ ਡਿਸਕਸ ਕੀਤਾ ਹੈ ਕਿ ਵੀ ਆਹ ਟੌਪਿਕਸ ਅੱਜ ਅਸੀਂ ਡਿਸਕਸ ਕਰਨੇ ਆ, ਤੇ ਇਹ ਡਿਸਕਸ਼ਨ ਹੋਈ ਹੈ ਕਿ ਕੌਣ ਫੇਵਰ ਕਰੇਗਾ, ਕੌਣ ਅਗੇਂਸਟ। ਇਸ ਵੇਲੇ ਜੋ ਵੀ ਪੁਆਇੰਟਸ ਬੋਲੇ ਗਏ ਨੇ, ਨਾ ਤਾਂ ਅਸੀਂ ਕਿਤੇ ਲਿਖੇ ਨੇ, ਨਾ ਕੋਈ ਕੁਝ ਹੈ। ਜੋ ਡਿਬੇਟ ਸੁਣੀ ਹੈ, ਜੋ ਉੱਥੇ ਅਸੀਂ ਦੇਖਿਆ, ਆਪਣੇ ਲਹਿਜ਼ੇ ਦੇ ਵਿੱਚ ਉਹ ਚੀਜ਼ ਅਸੀਂ ਬੋਲਣ ਦੀ ਕੋਸ਼ਿਸ਼ ਕੀਤੀ ਆ। ਤੇ ਇਹਦਾ ਮਤਲਬ ਇਹ ਨਹੀਂ ਅਸੀਂ ਕਿਸੇ ਇੱਕ ਨੂੰ ਫੇਵਰ ਕਰ ਰਹੇ ਹਾਂ ਜਾਂ ਇੱਕ ਨੂੰ ਅਸੀਂ ਭੰਡ ਰਹੇ ਹਾਂ। ਸੋ ਸਾਡਾ ਜੋ ਵੇ ਸੀਗਾ ਗੱਲ ਕਰਨ ਦਾ, ਅਸੀਂ ਉਹ ਤੁਹਾਡੇ ਸਾਹਮਣੇ ਰੱਖਿਆ। ਉਮੀਦ ਕਰਦੇ ਹਾਂ ਜੀ ਤੁਸੀਂ ਇਹ ਡਿਬੇਟ ਪਸੰਦ ਕੀਤੀ ਹੋਣੀ ਹੈ। ਟੌਪਿਕ ਸਰ ਅਸੀਂ ਗੱਲ ਕਰ ਰਹੇ ਸੀ ਓਨਟਾਰੀਓ ਦੀ ਇਲੈਕਸ਼ਨਸ ਦਾ, ਇਹ ਵੀ ਲਗਭਗ ਐਂਡ ਹੋਣ ਵਾਲਾ। ਤੁਸੀਂ ਐਂਡਲੇ ਮੂਵਮੈਂਟ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਇਹ ਕਹਿਣਾ ਚਾਹ ਰਿਹਾ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਗੱਲ ਠੀਕ ਹੈ।
ਜਿਹੜੀ ਚਾਂਸਸ ਹੈਗੇ ਕਿਉਂ ਇਲੈਕਸ਼ਨ ਦੇ ਚਾਂਸਸ ਆ ਰਹੇ ਨੇ। ਇਲੈਕਸ਼ਨ ਦੇ ਚਾਂਸਸ ਇਸੇ ਕਰਕੇ ਆ ਰਹੇ ਨੇ ਕਿਉਂਕਿ ਨਿਊ ਬ੍ਰਾਂਸ ਦੇ ਵਿੱਚ ਇਲੈਕਸ਼ਨ ਹੋ ਚੁੱਕੀ ਹੈ। ਉੱਥੇ ਜਿਹੜੀ ਪਾਰਟੀ ਆਪਾਂ ਜੀ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲਦਾ ਜੀ। ਮੈਂ ਯੂਐਸਏ ਕਰਦਾ ਰਹਿਣਾ ਜੀ। ਹਾਂਜੀ, ਇੱਕ ਤਾਂ ਜਾਣਕਾਰੀ ਤੋਂ ਜੀ, ਆਪਾਂ ਡੋਨਲਡ ਟਰੰਪ ਕਹਿੰਦੇ ਅਸੀਂ ਜਦੋਂ ਯੂਐਸਏ ਜਾਂਦੇ ਉੱਥੇ ਟਰੰਪ ਪੈਂਚ ਲਿਖਿਆ ਹੁੰਦਾ ਤੇ ਜਿਵੇਂ ਆਪਣੇ ਪੰਜਾਬ 'ਚ ਲਿਖਿਆ ਹੁੰਦਾ ਨਾ ਲਿਖਾਂ ਦੇ ਹੱਕ 'ਚ ਜਿਹੜੀਆਂ ਪੈਨਸ਼ਨ ਦੀਆਂ ਤੇ ਉਹ ਦਿੱਤਾ ਜੀ ਆਮ ਇਹਨਾਂ ਦੇ ਬੋਰਡ ਬਹੁਤ ਨੇ ਲੱਗੇ ਹੋਏ ਜਿਵੇਂ ਪੈਨਸ਼ਨ ਦੀਆਂ ਪਾ ਟਰੰਪ ਦੀ ਵਜੀਨੀਆਂ ਪਾ ਟਰੰਪ ਦੀ ਇਸ ਤਰ੍ਹਾਂ ਦੀ ਤੇ ਦੂਸਰੇ ਸਾਲ ਦੇ ਰੀਤ ਅੱਗੇ ਦੇ ਸਿੱਖਦੇ ਹੈ ਜੀ। ਜੀ ਦੇਖੋ ਬੜੀ ਵੱਡੀ ਗੱਲ ਹੈ ਜੀ ਇਹ ਕਿ ਜਿਹੜੇ ਤੁਸੀਂ ਦੂਸਰਿਆਂ ਦੇ ਸਾਈਨ ਲੱਗੇ ਨਹੀਂ ਦੇਖੇ ਆ, ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ ਕਿ ਜਿਹੜੀ ਜਿਹੜਾ ਟਰੰਪ ਦੀ ਕੈਂਪੇਨ ਟੀਮ ਹੈਗੀ ਆ ਉਹ ਮੈਨੂੰ ਲੱਗਦਾ ਜ਼ਿਆਦਾ ਆਰਗੇਨਾਈਜ਼ਡ ਹੈ ਕਿਉਂਕਿ ਉਹ ਪਿਛਲੇ ਸਾਲਾਂ ਦੇ ਉਹੀ ਤਜਰਬਾ ਆਲਰੇਡੀ ਕਰ ਹਟੇ ਨੇ। ਬਾਈਡਨ ਦੀ ਟੀਮ ਮੈਨੂੰ ਲੱਗਦਾ ਨਵੀਂ ਹੈ ਤੇ ਇਸ ਕਰਕੇ ਜ਼ਰੂਰ ਫਰਕ ਹੈ ਜੀ, ਔਰ ਇਹ ਦੇਖਣ ਵਾਲੇ ਨੂੰ ਫਰਕ ਜ਼ਰੂਰ ਪਏਗਾ ਕਾਫੀ ਜ਼ਿਆਦਾ ਹੈ ਜੀ। ਜੀ ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ। ਜੀ ਕੁਐਸਚਨ ਹੋਰ ਸੀ ਜੀ ਹਾਂਜੀ ਹੈਗਾ, ਕੋਈ ਨਾ ਦੱਸੋ। ਹਾਂਜੀ, ਜਿਸ ਤਰ੍ਹਾਂ ਨਾ ਸਾਡੇ ਨਿੱਕੀ ਜਿਹੀ ਪ੍ਰੋਬਲਮ ਹੁੰਦੀ ਹੈ ਉਹ ਇਹਨਾਂ ਚੋਣਾਂ 'ਚ ਕਹਿੰਦੇ ਆ ਵੀ ਆਹ ਹੱਲ ਹੋਣਾ ਚਾਹੀਦਾ ਜੀ। ਤੁਸੀਂ ਇਹ ਗੱਲ ਮੰਨਦੇ ਵੀ ਟਰੱਕਿੰਗ ਇੰਡਸਟਰੀ ਜਿਹੜੀ ਇੱਕ ਵੱਡੀ ਇੰਡਸਟਰੀ ਹੈ ਯੂਐਸਏ ਦੀ ਜੀ? ਆਫ ਕੋਰਸ ਸਰ ਜੀ, ਬਹੁਤ ਵੱਡੀ ਇੰਡਸਟਰੀ ਹੈ। ਜਦੋਂ ਤੋਂ ਆਹ ਈ-ਲੌਗ ਦੀ ਹੈ ਨਾ ਸ਼ੁਰੂ ਹੋਈ ਸੀ ਤੇ ਪਾਰਕਿੰਗ ਦੀ ਇੰਨੀ ਪ੍ਰੋਬਲਮ ਹੈ ਨਾ ਉੱਥੇ ਇਹਨਾਂ ਸਟੇਟਾਂ ਪਰ ਇਹ ਕਦੇ ਮੁੱਦਾ ਡਿਸਕਸ ਨਹੀਂ ਕੀਤਾ। ਮੈਂ ਤਾਂ ਕਈ ਵਾਰੀ ਰੇਡੀਓ ਤੇ ਕਹਿ ਚੁੱਕਾ ਇੰਨਾ ਕੋਈ ਏਰੀਆ ਇੰਨੇ ਵੱਡੇ ਕੰਟਰੀ ਨੇ ਤੇ ਪਾਰਕਿੰਗ ਕਿੰਨੀ ਬਣਾਉਣੀ ਔਖੀ ਸਿਰਫ ਰੋਡ ਪੱਧਰਾ ਕਰਨੀ ਆ। ਹੈ ਜੀ, ਸਹੀ ਗੱਲ ਜੀ ਬਿਲਕੁਲ ਜੀ। ਜੀ ਤੁਸੀਂ ਇਹ ਪਾਰਕਿੰਗ ਦਾ ਮੁੱਦਾ ਚੁੱਕਿਆ ਹੋਇਆ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਹੋਇਆ ਤਾਂ ਅਸੀਂ ਇਸ ਮੁੱਦੇ ਉੱਤੇ ਵੀ ਜ਼ਰੂਰ ਇੱਕ ਦਿਨ ਡਿਸਕਸ ਕਰਾਂਗੇ। ਸ਼ੁਕਰੀਆ ਜੀ ਤੁਸੀਂ। ਹਾਂਜੀ ਹਾਂਜੀ ਜੀ ਸ਼ੁਕਰੀਆ, ਤੁਸੀਂ ਕਾਲ ਕੀਤੀ ਸਰ। ਸਮਾਂ ਵੀ ਘੱਟ ਹੋ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਕਿ ਪਾਰਕਿੰਗ ਦੀ ਪ੍ਰੋਬਲਮ ਹੈ, ਟਰੱਕਿੰਗ ਇੰਡਸਟਰੀ ਬਹੁਤ ਵੱਡੀ ਹੈ ਜੀ। ਇਸ ਵੇਲੇ ਟਰੱਕਾਂ ਵਾਲਿਓ ਤੁਹਾਨੂੰ ਤੁਸੀਂ ਵੀ ਕੰਮ ਕਰ ਰਹੇ ਹੋ, ਤੁਹਾਡੇ ਕਰਕੇ ਲੋਕਾਂ ਨੂੰ ਫੂਡ ਮਿਲ ਰਿਹਾ, ਤੁਹਾਡੇ ਕਰਕੇ ਸਾਰਾ ਕੰਮ ਚੱਲ ਰਿਹਾ। ਮੈਂ ਤੁਹਾਨੂੰ ਸਲੂਟ ਕਰਦਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਜਿਹੜੀਆਂ ਅਜਿਹੀਆਂ ਗੱਲਾਂ ਆਉਂਦੀਆਂ ਨੇ ਤੁਹਾਨੂੰ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ। ਜਿਹੜੀ ਅੰਟਾਰੀਓ 'ਚ ਥੋੜਾ ਫਰਕ ਹੈ ਜੀ। ਇੱਥੇ ਅਸੀਂ ਸਾਡੀ ਸਰਕਾਰਾਂ ਨੇ ਰੈਕਗਨਾਈਜ਼, ਇਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਦਿੱਤਾ ਲਿਆ ਕੁਛ ਨਹੀਂ ਹੈ, ਇਸ ਗੱਲ ਨੂੰ ਰੈਕਗਨਾਈਜ਼ ਜ਼ਰੂਰ ਕੀਤਾ ਵੀ ਟਰੱਕਰਸ ਬਹੁਤ ਵਧੀਆ ਕੰਮ ਕਰ ਰਹੇ ਨੇ। ਜਿਹੜੀ ਯੂਐਸ ਦੇ ਵਿੱਚ ਹੈ ਇਸ ਗੱਲ ਦੀ ਰੈਕਗਨੀਸ਼ਨ ਵੀ ਹੈ ਨਹੀਂ। ਕਿਉਂ? ਹੁਣ ਸਮਾਂ ਜੀ ਰੈਕਗਨੀਸ਼ਨ ਦਾ, ਹੁਣ ਗੱਲ ਕਰਨ ਵਾਲੀ ਹੈ। ਹੁਣ ਤੁਹਾਡੇ ਤੀਜਾ ਹਿੱਸਾ ਸੈਂਟਰਸ ਬਦਲਣ ਜਾ ਰਹੇ ਨੇ, ਤੁਹਾਡਾ ਪ੍ਰੈਜ਼ੀਡੈਂਟ ਨਵਾਂ ਬਣਨ ਜਾ ਰਿਹਾ, ਤੁਹਾਡੇ ਪ੍ਰੈਜ਼ੀਡੈਂਟ ਦੇ ਜਿਹੜੇ ਕਨਵੈਸਰਸ ਨੇ ਤੁਹਾਡੇ ਕੋਲੇ ਆ ਰਹੇ ਨੇ, ਤੁਸੀਂ ਉਹਨਾਂ ਕੋਲੇ ਇਹ ਮੁੱਦਾ ਚੱਕਣ ਦਾ ਹੁਣ ਸਮਾਂ ਹੈ ਕਿ ਤੁਸੀਂ ਟਰੱਕਿੰਗ ਵਾਸਤੇ ਕੀ ਕਰ ਰਹੇ ਹੋ। ਦਿਸ ਇਜ਼ ਦ ਰਾਈਟ ਟਾਈਮ। ਐਂਡ ਇਨ ਅੰਟਾਰੀਓ ਜਿਹੜੀ ਗੱਲ ਕਰ ਰਹੇ ਹਾਂ ਜੀ, ਉਹ ਇਲੈਕਸ਼ਨ ਦੇ ਚਾਂਸਸ ਇਸ ਕਰਕੇ ਆ ਰਹੇ ਨੇ। ਤੁਹਾਨੂੰ ਨਿਊ ਬ੍ਰੰਜ਼ਵਿਕ ਦੇ ਵਿੱਚ ਆਲਰੇਡੀ ਇਲੈਕਸ਼ਨ ਹੋ ਚੁੱਕੀ ਹੈ, ਉੱਥੇ ਮਾਈਨੋਰਿਟੀ ਗਵਰਨਮੈਂਟ ਸੀ, ਉਹ ਮੈਜੋਰਿਟੀ 'ਚ ਬਦਲ ਗਈ ਹੈ। BC ਦੇ ਵਿੱਚ ਮਾਈਨੋਰਿਟੀ ਗਵਰਨਮੈਂਟ ਸੀਗੀ, ਉੱਥੇ ਜਿਹੜੀ ਮਾਈਨੋਰਿਟੀ ਗਵਰਨਮੈਂਟ ਦੇ ਪ੍ਰੀਮੀਅਰ ਸੀਗੇ ਇਸ ਵੇਲੇ ਪੋਜ਼ ਦੇ ਵਿੱਚ ਅੱਗੇ ਨੇ। ਸਸਕੈਚੁਆਨ ਦੇ ਵਿੱਚ ਇਲੈਕਸ਼ਨ ਆ ਗਈ ਹੈ। ਸਸਕੈਚੁਆਨ ਜਿਹੜੀ ਇਲੈਕਸ਼ਨ ਆਈ ਆ ਉਹ ਇਸ ਕਰਕੇ ਆਈ ਹੈ ਕਿ ਉਹਦੇ 4 ਸਾਲ ਪੂਰੇ ਹੋ ਗਏ ਨੇ, ਇਸ ਕਰਕੇ ਉਹਦਾ ਟਾਈਮ ਹੀ ਆਇਆ ਹੋਇਆ ਸੀਗਾ। ਫੋਰਡ ਸਾਹਿਬ, ਇਹ ਜਿਹੜੀ ਇਹਨਾਂ ਦੇ ਜਿਹੜੇ ਸਲਾਹਕਾਰ ਨੇ ਸਾਰੇ ਜਾਣੇ ਇਸ ਮਾਮਲੇ 'ਚ ਰਲ ਕੇ ਵੈਰੀ ਸੀਰੀਅਸਲੀ ਸੋਚਣ ਲੱਗੇ ਹੋਏ ਨੇ। ਇਸੇ ਕਰਕੇ ਜਿਹੜੇ ਪੁਰਾਣੇ MPPs ਇਸ ਵੇਲੇ ਸਿਟਿੰਗ MPPs ਹੈਗੇ ਨੇ ਉਹਨਾਂ ਨੂੰ ਰੀਨੋਮੀਨੇਟ ਕਰ ਦਿੱਤਾ ਗਿਆ ਮੋਸਟ ਆਫ them। ਤੇ ਇਸ ਗੱਲ ਨੂੰ ਦੇਖ ਕੇ ਲਿਬਰਲਸ ਨੂੰ ਹੁਣ ਚੇਤਾ ਆਇਆ ਵੀ ਉਹ ਤਾਂ ਸਾਰੇ ਕਰਤੇ। ਗੱਲ ਕੀ ਆ, ਚਾਂਸਸ ਇਹ ਆ ਇਸੇ ਕਰਕੇ ਲਿਬਰਲ ਕੈਂਪ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਆ ਕਿ ਅਸੀਂ ਛੇਤੀ ਕਰੀਏ ਕਿਉਂਕਿ ਸਾਰੀਆਂ ਥਾਵਾਂ ਨੋਮੀਨੇਸ਼ਨ, ਜਿਹੜੀ ਪਹਿਲਾਂ ਇਲੈਕਸ਼ਨ ਹੋਣੀ ਹੈ ਕਈ ਥਾਵਾਂ ਤੇ ਨੋਮੀਨੇਸ਼ਨ ਦੀ, ਉਹ ਜਿਹੜੇ ਕਾਟੋ ਕੋਲੇ ਪੈਣਾ ਉਹ ਵੱਖਰਾ ਪੈਣਾ, ਜਿਹੜਾ ਕਿ ਐਡਵਾਂਟੇਜ ਫੋਰਡ ਸਾਹਿਬ ਨੂੰ ਹੈਗਾ ਹੀ ਹੈਗਾ। ਚਾਂਸਸ ਆ ਹੋ ਸਕਦਾ ਨਾ ਆਵੇ, ਪਰ ਲੱਗ ਰਿਹਾ ਜਿਹੜੀ ਹਵਾ ਦਾ ਰੁੱਖ ਲੱਗ ਰਿਹਾ ਕਿ ਸ਼ਾਇਦ ਫੋਰਡ ਸਾਹਿਬ ਇਲੈਕਸ਼ਨ ਅਗਲੇ ਸਾਲ ਦੇ ਸ਼ੁਰੂ ਜੇ ਇੰਨੀ ਪੋਜ਼ ਦੇ ਵਿੱਚ ਉੱਪਰ ਰਹੇ ਤਾਂ ਆ ਸਕਦੀ ਹੈ। ਜੀ ਬਿਲਕੁਲ ਜੀ। ਸਾਡੇ ਵਿਊਅਰ ਨੇ ਮਨਜੋਤ ਸਿੰਘ ਜੀ ਜਿਹੜੇ ਕਹਿ ਰਹੇ ਨੇ ਕਿ ਉਹ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਆਪਣੇ ਸਰਵਰ ਟੀਮ ਨੂੰ ਜ਼ਰੂਰ ਕਵਾਂਗੇ ਕਿ ਮਨਜੋਤ ਜੀ ਜੇ ਤੁਸੀਂ ਦੁਬਾਰਾ ਕਾਲ ਕਰਦੇ ਹੋ ਤਾਂ ਤੁਹਾਡੀ ਕਾਲ ਜਿਹੜੀ ਆ ਕਨੈਕਟ ਕੀਤੀ ਜਾਵੇ ਸਿੱਧਾ ਸਟੂਡੀਓ ਵੱਲ। ਸੋ ਤੁਸੀਂ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ ਜੀ। ਸਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਤੁਸੀਂ ਜਿਵੇਂ ਲਿਬਰਲਸ ਦੀ ਗੱਲ ਕੀਤੀ, ਇੱਥੇ NDP ਦੀ ਵੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ 40 ਸੀਟਾਂ ਦੇ ਨਾਲ NDP ਇਸ ਵਕਤ ਆਪੋਜੀਸ਼ਨ ਦੇ ਉੱਤੇ ਬੈਠੀ ਹੈ ਤੇ NDP ਦੇ ਵੱਲੋਂ ਅਜੇ ਇਸ ਬਾਰੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਦੇਖੋ NDP ਕੈਂਪ ਵੱਲੋਂ ਆਪਾਂ ਨੂੰ ਕੋਈ ਵੀ ਖਬਰ ਆਈ ਨਹੀਂ, ਨਾ ਦਿਸ ਹਿਲਜੁਲ
ਜਿਹੜੀ ਹੈਗੀ ਆ ਉਹ ਵੀ ਸਾਨੂੰ ਨਹੀਂ ਦਿੱਤੀ। ਇਸ ਮਾਮਲੇ ਦੇ ਵਿੱਚ NDP ਜੇ ਕਿਤੇ ਢਿੱਲ ਵਰਤ ਜਾਂਦੀ ਹੈ ਜੀ, ਲਿਬਰਲ ਇਹਦਾ ਫਾਇਦਾ ਜ਼ਰੂਰ ਲੈਣਗੇ ਔਰ ਜਿਹੜੀ ਇਸ ਵੇਲੇ ਆਫੀਸ਼ੀਅਲ ਆਪੋਜੀਸ਼ਨ ਹੈਗੀ ਹੈ ਲੈਜਿਸਲੇਚਰ ਦੇ ਵਿੱਚ ਇੰਟੈਰੀ ਵਿੱਚ ਹੋ ਸਕਦਾ NDP ਦਾ ਹੱਥ ਇਸ ਪਾਸੋਂ ਚਲਾ ਜਾਵੇ ਜੀ, ਕਿਉਂਕਿ ਦੂਸਰੀਆਂ ਲਿਬਰਲ ਪਾਰਟੀ ਫਿਰ ਵੀ ਮੇਨ ਸਟ੍ਰੀਮ ਪਾਰਟੀ ਹੈ ਜੀ। ਜਿਹੜੀ NDP ਹੈ ਉਹਦੇ ਕੋਲ ਇਸ ਵੇਲੇ ਸਮਾਂ ਆਪਦੇ ਆਪ ਨੂੰ ਚਮਕਾਉਣ ਦਾ, ਆਪਦੇ ਆਪ ਨੂੰ ਦੱਸਣ ਦਾ। ਜਿਵੇਂ ਆਪਣੇ 3 MPPs ਨੇ, ਆਪਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਕਵਰ ਵੀ ਕੀਤੀ ਸੀਗੀ, ਉਹ ਕੁਝ ਬਾਹਰ ਆ ਰਹੇ ਨੇ, ਉਹਨਾਂ ਨੂੰ ਇਹ ਤੋਂ ਵੱਧ ਬਾਹਰ ਆਉਣਾ ਪਏਗਾ, ਆਪਣਾ ਸੁਨੇਹਾ ਜ਼ਿਆਦਾ ਸਟਰੋਂਗਲੀ ਪਹੁੰਚਾਉਣਾ ਪਵੇਗਾ ਕਿ ਦੇ ਕੈਨ ਡੂ ਬੈਟਰ ਦੈਨ ਮਿਸਟਰ ਫੋਰਡ। ਕਿ ਇਲੈਕਸ਼ਨ ਮੈਨੂੰ ਲੱਗਦਾ ਜੀ ਜੇ ਹਾਲਾਤ ਆਹੀ ਰਹੇ ਤਾਂ ਮਾਰਚ ਵਿੱਚ ਸ਼ਾਇਦ ਚਾਂਸਸ ਹੈਗੇ ਜੀ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਆਪਣੇ ਦਰਸ਼ਕਾਂ ਨੂੰ ਵੀ ਪੁੱਛਾਂਗੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ। ਕਈ ਮੁੱਦੇ ਨੇ ਜਿਹੜੇ ਕਿ ਅਸੀਂ ਕੱਲ੍ਹ ਵੀ ਵਿਚਾਰਾਂਗੇ, ਜਿਨ੍ਹਾਂ ਵਿੱਚ ਇੱਕ ਡਰਾਈਵਿੰਗ ਸਕੂਲ ਵਾਲਾ ਜੋ ਕਿ ਪੰਜਾਬੀ ਇੰਸਟ੍ਰਕਟਰ ਸੀ, ਉਹਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਦੋਸ਼ ਲੱਗੇ ਨੇ। ਇੱਕ ਪੰਜਾਬੀ ਨੌਜਵਾਨ ਦੀ ਪਲਾਜ਼ਾ ਦੇ ਵਿੱਚ ਸ਼ੂਟਿੰਗ ਦੌਰਾਨ ਮੌਤ ਹੋ ਗਈ। ਅਜਿਹੇ ਕਈ ਅੱਜ ਮੁੱਦੇ ਸੀ ਜਿਹੜੇ ਕਿ ਚੁੱਕਣੇ ਰਹਿ ਗਏ ਨੇ। ਕੱਲ ਨੂੰ ਇਹਨਾਂ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਕਈ ਅਜਿਹੇ ਮੁੱਦੇ ਹੋਰ ਲੈ ਕੇ ਆਵਾਂਗੇ। ਤਾਜ਼ਾ ਖਬਰਾਂ ਉੱਤੇ ਡਿਸਕਸ਼ਨ ਅਸੀਂ ਜ਼ਰੂਰ ਕਰਾਂਗੇ। ਸਰ ਜਾਣ ਤੋਂ ਪਹਿਲਾਂ ਹਮੇਸ਼ਾ ਦਰਸ਼ਕਾਂ ਲਈ ਇੱਕ ਸਵਾਲ ਹੁੰਦਾ, ਅੱਜ ਫਿਰ ਕੀ ਹੈ? ਇਹ ਜੀ ਐਕਟਰ ਨੇ ਜੀ, ਹੀਰੋਇਨ ਰਹੇ ਨੇ ਜੀ ਬੜੀਆਂ ਫਿਲਮਾਂ ਦੇ ਵਿੱਚ, ਹਿੰਦੀ, ਬੰਗਾਲੀ, ਨੇਪਾਲੀ ਫਿਲਮਾਂ ਜੋ ਇਹਨਾਂ ਨੇ ਬੜਾ ਕੰਮ ਕੀਤਾ ਜੀ। 1950 60 ਤੇ 70 ਦੇ ਵਿੱਚ ਵਨ ਆਫ ਦਾ ਲੀਡਿੰਗ ਐਕਟਰਸ ਸੀਗੇ ਜੀ। ਗੁਰੂ ਦੱਤ ਦੀ ਪਹਿਲੀ ਫਿਲਮ ਦੇ ਵਿੱਚ ਆਏ ਸੀਗੇ ਜੀ ਪਹਿਲੀ ਵਾਰੀ, ਫਿਰ ਯਸ਼ ਚੋਪੜਾ ਦੀ ਫਿਲਮ ਦੇ ਵਿੱਚ ਆਇਆ ਜੀ। ਛੋਟੀ ਹੁੰਦੀ ਨੇ ਇਹਨਾਂ ਨੇ ਐਜ਼ ਅ ਚਾਈਲਡ ਆਰਟਿਸਟ ਇਹਨਾਂ ਨੇ ਕੰਮ ਕੀਤਾ ਜੀ। ਤੇ ਇਹਨਾਂ ਦੇ ਨਾਲ ਫਿਰ ਕਿਹੜੇ ਸੀਗੇ ਜੀ, ਇਹ ਐਕਚੁਅਲੀ ਸਿੰਗਰ ਸੀ ਤਰਨ ਜੀ, ਸਿੰਗਰ ਸੀ, ਪਰ ਉਹਨਾਂ ਨੇ ਫਿਲਮਾਂ ਦੇ ਵਿੱਚ ਗਾਣਾ ਹੀ ਗਾਇਆ, ਸਿਰਫ ਇੱਕ ਫਿਲਮ ਦੇ ਵਿੱਚ ਹੀ ਗਾਣਾ ਗਾਇਆ। ਬਾਕੀ ਕਿਸੇ ਵੀ ਫਿਲਮ 'ਚ ਇਹਨਾਂ ਤੇ ਗਾਣੇ ਫਿਲਮਾਏ ਤਾਂ ਹਜ਼ਾਰਾਂ ਗਾਏ ਹੋਣਗੇ, ਪਰ ਗਾਇਆ ਨਹੀਂ ਹੈਗਾ ਜੀ। ਆਲ ਇੰਡੀਆ ਰੇਡੀਓ ਤੇ ਇਹ ਐਜ਼ ਅ ਸਿੰਗਰ ਕੰਮ ਕਰਦੇ ਹੁੰਦੇ ਸੀਗੇ ਜੀ। ਇਹਨਾਂ ਨੇ ਦੇਵਾਨੰਦ, उत्तम कुमार, धर्मेंद्र, राजकुमार, राजेंद्र कुमार, विश्वजीत, किशोर कुमार, मनोज कुमार, राजेश खन्ना ਇਹਨਾਂ ਦੇ ਨਾਲ ਕੰਮ ਕੀਤਾ ਜੀ। ਕਿਸੇ ਵੇਲੇ ਸ਼ਰਮੀਲਾ ਟੈਗੋਰ ਦੇ ਨਾਲ ਇਹ ਬਰਾਬਰ ਦੀ ਹੀਰੋਇਨ ਸੀਗੀ ਜੀ। ਕ੍ਰਿਸਚੀਅਨ ਨੇਪਾਲੀ ਪੇਰੈਂਟਸ ਨੂੰ ਘਰੇ ਇਹਨਾਂ ਦਾ ਜਨਮ ਹੋਇਆ ਸੀਗਾ ਜੀ, ਤੇ ਕਲਕੱਤੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਹੈ ਜੀ। ਇਹਦੇ ਨਾਂ ਦੇ ਨਾਲ ਰਲਦਾ ਮਿਲਦਾ ਜਿਹੜਾ ਅਸਲ ਨਾਮ ਹੈ ਜੀ, ਫਿਰ ਬਾਅਦ ਫਿਲਮਾਂ 'ਚ ਬਦਲ ਲਿਆ ਸੀਗਾ। ਇਹਨੂੰ ਇਹਦੇ ਨਾਲ ਦੇ ਬੱਚੇ ਡਾਲਡਾ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਜੀ, ਕਿਉਂਕਿ ਜਿਹੜਾ ਇਹਦਾ ਨਾਮ ਸੀਗਾ ਉਹ ਡਾਲਡਾ ਦੇ ਨਾਲ ਰਲਦਾ ਹੁੰਦਾ ਸੀ। ਡਾਲਡਾ ਘਿਓ ਹੈ ਜੀ, ਜਿਹੜੇ ਛੋਟੇ ਬੱਚੇ ਇਸ ਵੇਲੇ ਦੇਖ ਰਹੇ ਉਹਨਾਂ ਨੂੰ ਪਤਾ ਨਹੀਂ ਜੀ ਹੋਣਾ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਜੀ। ਹੈਲੋ, हाँ जी, मैं विक्की बोल रही हूँ। माला सिन्हा बारे गल कर रहे हैं। माला सिन्हा जी, ਮੈਨੂੰ ਲੱਗਦਾ ਤੁਸੀਂ ਬਾਲੀਵੁੱਡ ਦੇ ਉੱਤੇ PhD ਕੀਤੀ ਹੋਣੀ ਹੈ। ऐसी कोई गल नहीं है, मैं जी नालों ज्यादा नॉलेज नहीं है। नहीं, मैं तो जी पढ़ाई लेके आना, मेरे को नॉलेज कोई नहीं है जी, सब पता पढ़ के सुनाने वाली है जी। जी बहुत शुक्रिया जी, ਤੁਸੀਂ ਆਨਸਰ ਦਿੱਤਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਤਰਨ ਜਿਹੜਾ ਕੰਮ ਹੈ ਨਾ ਵੀ ਤੁਸੀਂ ਕਹਿੰਦੇ PhD ਕੀਤੀ ਹੈ, PhD ਨਾਲੋਂ ਜ਼ਿਆਦਾ ਖਰਚਾ ਹੁੰਦਾ ਫਿਲਮਾਂ ਦੇਖਣ ਦੇ ਉੱਤੇ। ਹਰ ਹਫਤੇ ਫਿਲਮ ਦੇਖਦੀ ਹੈ, ਘਰਦਿਆਂ ਤੋਂ ਆਪਦੀ ਜਿਹੜੀ ਪਾਕਟ ਚੇਂਜ ਮਿਲਦੀ ਸੀਗੀ ਜੀ, ਉਹਦੇ ਵਿੱਚੋਂ ਫਿਲਮ ਦੇਖ ਕੇ ਆਈਦੀ ਹੁੰਦੀ। ਤੁਹਾਨੂੰ ਕੀ ਪਤਾ ਕਿੰਨੇ ਪੈਸੇ ਲੱਗੇ ਆ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ। ਹਾਂਜੀ, ਮੇਰੇ ਖਿਆਲ 'ਚ ਮਾਲਾ ਸਿਨਹਾ ਹੈ ਜੀ। ਮਾਲਾ ਸਿਨਹਾ ਜੀ, ਸਰ ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਲਾਲੀ ਰਠੌਰ ਬੋਲਦਾ ਜੀ। ਰਾਠੌਰ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਸਰ। ਕੀ ਬਾਤ ਹੈ ਜੀ। ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਡੈਨੀ, ਤੇ ਗਰੇਵਾਲ PK ਕਹਿ ਰਹੇ ਨੇ ਮੁਮਤਾਜ਼ ਜੀ। ਠੀਕ ਹੈ ਜੀ। ਹੋਰ ਅਲੱਗ-ਅਲੱਗ ਵੋਟਸ ਆ ਰਹੀਆਂ ਨੇ ਸਰ ਅੱਜ। ਠੀਕ ਹੈ ਜੀ, ਠੀਕ। ਕੋਈ ਜ਼ਰੂਰੀ ਤਾਂ ਨਹੀਂ ਵੀ ਸਾਰਿਆਂ ਨੇ ਬਾਈਡਨ ਨੂੰ ਵੋਟਾਂ ਪਾਉਣੀਆਂ ਨੇ ਜੀ, ਕੋਈ ਜ਼ਰੂਰੀ ਤਾਂ ਨਹੀਂ ਹੈ। ਕੋਈ ਟਰੰਪ ਨੂੰ ਵੀ ਪਾ ਸਕਦਾ, ਐਸੀ ਕਿਹੜੀ ਗੱਲ ਹੈਗੀ ਜੀ। ਇਹਨਾਂ ਨੇ ਬਹੁਤ ਦੇਰ ਤੁਹਾਨੂੰ ਗਾਣਾ ਦੱਸ ਦੇਣਾ ਜੀ, ਬੜਾ ਹਿੱਟ ਹੋਇਆ ਸੀ ਗਾਣਾ, ਮਿਲਤੀ ਹੈ ਜ਼ਿੰਦਗੀ ਮੇਂ ਮੁਹੱਬਤ ਕਭੀ ਕਭੀ, ਉਹਨਾਂ ਦੇ ਉੱਤੇ ਫਿਲਮਾਇਆ ਗਿਆ ਜੀ। ਹੁਣ ਸਮਾਂ ਵੀ ਸਰ ਇਜਾਜ਼ਤ ਲੈਣ ਦਾ ਹੋ ਰਿਹਾ, ਆਪਾਂ ਦੱਸ ਦਈਏ ਦਰਸ਼ਕਾਂ ਨੂੰ। ਸਹੀ ਜਵਾਬ ਦਿੱਤਾ ਜੀ। ਮਾਲਾ ਸਿਨਹਾ ਨੇ ਬਹੁਤ ਦੇਰ ਡੋਮੀਨੇਟ ਕੀਤਾ ਜੀ ਫਿਲਮ ਇੰਡਸਟਰੀ ਨੂੰ। ਐਕਚੁਅਲੀ ਇਹ ਨੇਪਾਲੀ ਹੈ ਜੀ, ਇਹਦਾ ਓਰੀਜਨ ਸ਼ੀ ਇਜ਼ ਫਰਮ ਨੇਪਾਲ। ਮਾਲਾ ਸਿਨਹਾ ਅੱਜ ਨਹੀਂ ਕਾਫੀ ਜੀ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕੀਤੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਸਾਨੂੰ ਕਮੈਂਟ ਵੀ ਕੀਤੇ ਨੇ। ਤੇ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਜਾਂਦਿਆਂ ਦੇ ਲਾਸਟ ਕਾਲ ਸਰ ਆਪਾਂ ਜ਼ਰੂਰ ਲੈ ਲਈਏ। ਹੈਲੋ ਹੈਲੋ ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ। ਮਨੀਮ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜਵਾਬ ਦੇਣਾ ਸੀ, ਵੈਸੇ ਮੈਨੂੰ ਮਹੀਦਾ ਅਰਮਾਨ ਵੀ ਲੱਗ ਗਿਆ, ਮਾਲਾ ਸਿਨਹਾ ਵੀ
ਬਟ ਨੰਬਰ 1 ਤੇ ਮਾਲਾ ਸਿਨਹਾ ਕਹਿ ਸਕਦੀ ਹਾਂ। ਬਿਲਕੁਲ ਜੀ, ਤੁਹਾਡਾ ਬਿਲਕੁਲ ਜਵਾਬ ਜੀ। ਬਿਲਕੁਲ ਨਾ ਸਹੀ ਤਾਂ ਜੀ। ਦੂਜਾ। ਜੀ, ਹਾਂਜੀ, ਬਹੁਤ-ਬਹੁਤ ਜੀ, ਸ਼ੁਕਰੀਆ। ਮਾਲਾ ਸਿਨਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਮੈਮ, ਥੈਂਕ ਯੂ ਸੋ ਮਚ। ਨੇ ਆਪਣੇ ਸਮੇਂ ਦੇ ਵੇਲੇ ਥੈਂਕ ਯੂ। ਆਪਦੇ ਸਮੇਂ ਤੋਂ ਪਹਿਲਾਂ ਦੇ ਰੋਲ ਲੈ ਕੇ ਜੀ ਅਜਿਹੇ ਰੋਲਸ ਨੂੰ ਹੱਥ ਪਾਇਆ ਸੀਗਾ, ਜਿਹੜੇ ਬੜੇ ਕੰਟਰੋਵਰਸ਼ੀਅਲ ਰੋਲ ਹੁੰਦੇ ਸੀਗੇ, ਨਿਭਾਉਣੇ ਬੜੇ ਔਖੇ ਹੁੰਦੇ ਸੀ ਮਾਲਾ ਸਿਨਹਾ ਜੀ। ਬਿਲਕੁਲ ਜੀ, ਤੇ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਕੱਲ ਨੂੰ ਫਿਰ ਹੋਵੇਗੀ ਮੁਲਾਕਾਤ। ਪਰ ਜੇਕਰ ਤੁਸੀਂ ਉਹ ਫਿਲਮਾਂ ਦੇ ਸ਼ੌਕੀਨ, ਗਾਣਿਆਂ ਦੇ ਸ਼ੌਕੀਨ, ਤਾਂ ਤੁਸੀਂ ਪ੍ਰੋਗਰਾਮ ਨਾਲ ਬਣੇ ਰਹੋ, ਕਿਉਂਕਿ ਇਸ ਤੋਂ ਬਾਅਦ ਆ ਰਹੇ ਨੇ ਮੀਤਾ ਖੰਨਾ ਜੀ ਲੈ ਕੇ ਵੱਖ-ਵੱਖ ਗਾਣੇ ਜੀ। ਫਿਲਹਾਲ ਦੇਖਦੇ ਰਹੋ ਹਮਦਰ ਟੀਵੀ। ਸਤਿ ਸ੍ਰੀ ਅਕਾਲ।